ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੂੰ ਸਵਾਗਤ ਹੈ ਜੀ ਆਪ ਜੀ ਦਾ ਇਸ ਗੁਰਮਤ ਕਲਾਸ ਵਿੱਚ। ਆਪ ਸਭ ਭੈਣਾਂ ਔਰ ਵੀਰਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਭ ਮਾਈ ਭਾਈ ਗੁਰਮਤ ਕਲਾਸ ਦੇ ਅੰਦਰ ਜਪਜੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 2 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਕੱਲ ਅਸੀਂ ਵਿਚਾਰਿਆ ਸੀ ਕਿ ਸਭ ਕੁਝ ਰੱਬੀ ਹੁਕਮ ਦੇ ਅੰਦਰ, ਯਾਨੀ ਜੋ ਲਾਅ ਆਫ ਨੇਚਰ ਹੈ, ਜਿਸ ਨੂੰ ਗੁਰਬਾਣੀ ਵਿੱਚ ਹੁਕਮ, ਰਜ਼ਾ, ਭਾਣਾ ਜਾਂ ਲੇਖ ਆਖਿਆ ਗਿਆ ਹੈ, ਉਸ ਪ੍ਰਭੂ ਦੀ ਰਜ਼ਾ, ਭਾਣੇ, ਹੁਕਮ ਦੇ ਅੰਦਰ ਸਾਰਾ ਕੁਝ ਚੱਲ ਰਿਹਾ ਹੈ। ਹੁਕਮ ਤੋਂ ਬਾਹਰ, ਰਜ਼ਾ ਭਾਣੇ ਤੋਂ ਬਾਹਰ, ਲਾਅ ਆਫ ਨੇਚਰ ਤੋਂ ਬਾਹਰ ਕੋਈ ਵੀ ਕੁਝ ਕਰ ਨਹੀਂ ਸਕਦਾ। ਸਾਨੂੰ ਲਾਅ ਆਫ ਨੇਚਰ ਦੇ ਵਿੱਚ ਹੀ, ਯਾਨੀ ਰੱਬੀ ਰਜ਼ਾ ਭਾਣੇ ਦੇ ਵਿੱਚ ਵਡਿਆਈਆਂ ਮਿਲਦੀਆਂ ਨੇ, ਮਾਣ, ਸਤਿਕਾਰ, ਆਦਰ ਮਿਲਦਾ ਹੈ। ਪਰ ਜੋ ਇਹਨਾਂ ਨਿਯਮਾਂ ਨੂੰ ਤੋੜਦਾ ਹੈ, ਆਪ ਖੁਦਰਾਪਨ ਵਰਤਦਾ ਹੈ, ਉਹ ਮਨੁੱਖ ਨਿਰਾਦਰ ਦਾ ਭਾਗੀ ਬਣ ਜਾਂਦਾ ਹੈ। ਇਸੇ ਤਰ੍ਹਾਂ ਸੁੱਖ, ਦੁੱਖ, ਜਨਮ, ਮਰਨ, ਚਿੰਤਾ, ਖੁਸ਼ੀਆਂ, ਜਿੱਤ, ਹਾਰ, ਇਹ ਸਭ ਕੁਝ ਰੱਬੀ ਰਜ਼ਾ ਦੇ ਅੰਦਰ, ਭਾਣੇ ਦੇ ਅੰਦਰ, ਹੁਕਮ ਦੇ ਅੰਦਰ, ਨਿਯਮਾਵਲੀ ਦੇ ਅੰਦਰ ਹੈ। ਅੱਜ ਅਸੀਂ ਤੀਜੀ ਪੌੜੀ ਦੀ ਵਿਚਾਰ ਸਾਂਝੀ ਕਰਦੇ ਹਾਂ। ਜਿਵੇਂ ਕਿ ਹਰ ਮਨੁੱਖ ਨੂੰ ਸਚਿਆਰ ਹੋਣਾ ਚਾਹੀਦਾ ਹੈ। ਸਚਿਆਰ ਹੋਣ ਕਰਕੇ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਸਚਿਆਰਤਾ ਦੇ ਵਿੱਚੋਂ ਹੀ ਸੁੱਖ, ਆਨੰਦ, ਖੇੜਾ, ਪ੍ਰਸੰਨਤਾ ਉਪਜੇਗੀ। ਸਚਿਆਰ ਹੋਣ ਦੇ ਨਾਲ ਹੀ ਅਸੀਂ ਇਸ ਸੰਸਾਰ ਨੂੰ ਬੇਗਮਪੁਰਾ ਜਾਂ ਹਰੀ ਦਾ ਸੋਹਣਾ ਬਾਗ ਬਣਾ ਸਕਾਂਗੇ। ਚੰਗੇ ਇੱਕ ਸਮਾਜ ਦੀ ਸਿਰਜਣਾ ਹੋਏਗੀ, ਭਾਈਚਾਰਕ ਸਮਾਜ ਪੈਦਾ ਹੋਏਗਾ, ਵਿਸ਼ਵ ਸ਼ਾਂਤੀ ਸਥਾਪਿਤ ਹੋਏਗੀ ਔਰ ਇੱਥੇ ਕੋਈ ਵੈਰੀ ਤੇ ਬਿਗਾਨਾ ਨਹੀਂ ਰਹੇਗਾ ਜੇ ਅਸੀਂ ਸਚਿਆਰ ਹੋ ਜਾਵੇ। ਹੁਣ ਇਸ ਸੰਸਾਰ ਦੇ ਅੰਦਰ ਪ੍ਰਭੂ ਨੂੰ, ਰੱਬ ਨੂੰ ਵੇਖਣ ਦੇ ਕਈ ਸਾਰੇ ਨਜ਼ਰੀਏ ਨੇ। ਉਸ ਮਾਲਕ ਦੇ ਗੁਣ, ਉਹਦੀਆਂ ਦਾਤਾਂ, ਕੁਦਰਤ, ਸਭ ਕੁਝ ਅਨੰਤ ਹੈ। ਇੱਥੇ ਕਿਸੇ ਵੀ ਸ਼ੈ ਦੀ ਕੋਈ ਅੰਤ ਨਹੀਂ ਹੈ। ਹਰ ਸ਼ੈ ਅਨੰਤ ਹੈ, ਕਿਸੇ ਵੀ ਚੀਜ਼ ਦਾ ਅੰਤ ਨਹੀਂ ਪਾਇਆ ਜਾਂਦਾ। ਲੇਕਿਨ ਦੁਨੀਆ ਦੇ ਅੰਦਰ ਹਰ ਇਨਸਾਨ, ਹਰ ਇਸਤਰੀ ਪੁਰਸ਼ ਆਪਣੇ ਆਪਣੇ ਤਰੀਕੇ ਦੇ ਨਾਲ ਰੱਬ ਬਾਰੇ, ਕੁਦਰਤ ਬਾਰੇ ਸੋਚਦਾ ਹੈ, ਆਪਣੇ ਐਂਗਲ ਤੋਂ ਵੇਖਦਾ ਹੈ ਔਰ ਸਚਿਆਰ ਹੋਣ ਦਾ ਯਤਨ ਕਰਦਾ ਹੈ। ਹੁਣ ਗੁਰਦੇਵ ਪਾਤਸ਼ਾਹ ਇਸ ਪਾਵਨ ਪੌੜੀ ਵਿੱਚ ਪਹਿਲਾ ਬਚਨ ਕਰ ਰਹੇ ਹਨ, ਗਾਵੇ ਕੋ ਤਾਣ, ਹੋਵੇ ਕਿਸੇ ਤਾਣ। ਤਾਣ ਦਾ ਮਤਲਬ ਹੈ ਬਲ, ਤਾਕਤ, ਤੇ ਕੋ ਦਾ ਮਤਲਬ ਹੈ ਕੋਈ। ਇੱਥੇ ਕੋ ਦਾ ਅਰਥ ਕਈਆਂ ਨੇ ਨੂੰ ਕੀਤਾ ਹੈ, ਪਰ ਉਹ ਠੀਕ ਨਹੀਂ ਹੈ। ਕੋ ਦਾ ਮਤਲਬ ਹੈ ਕੋਈ। ਗਾਵੇ ਕੋ, ਕੋਈ ਗਾਉਂਦਾ ਹੈ, ਬਿਆਨ ਕਰਦਾ ਹੈ। ਤਾਣ ਦਾ ਮਤਲਬ ਤਾਕਤ, ਬਲ। ਰੱਬੀ ਤਾਕਤ ਨੂੰ ਉਹ ਵੇਖਦਾ ਹੈ ਔਰ ਉਸ ਨੂੰ ਗਾਉਣ ਦਾ, ਜਾਣਨ ਦਾ ਯਤਨ ਕਰਦਾ ਹੈ। ਲੇਕਿਨ ਕਿੰਨਾ ਕੁ ਜਾਣ ਸਕਦਾ ਹੈ? ਹੋਵੇ ਕਿਸੇ ਤਾਣ, ਜਿੰਨਾ ਕੁ ਕਿਸੇ ਦੇ ਪਾਸ ਬਲ ਹੁੰਦਾ ਹੈ, ਤਾਕਤ ਹੁੰਦੀ ਹੈ, ਸੋਚ ਹੁੰਦੀ ਹੈ, ਦਿਮਾਗ ਹੁੰਦਾ ਹੈ, ਜਿੰਨੀ ਕਿਸੇ ਦੀ ਕਲਪਨਾ ਹੈ, ਸਿਰਫ ਓਨਾ ਕੁ। ਉਹਨੂੰ ਮੁਕੰਮਲ ਬਿਆਨ ਨਹੀਂ ਕਰ ਸਕਦਾ। ਹੁਣ ਥੋੜਾ ਜਿਹਾ ਇਸ ਪਾਸੇ ਝਾਤ ਮਾਰੀਏ ਕਿ ਇਸ ਕਾਇਨਾਤ ਦੇ ਅੰਦਰ ਕਿੰਨੀ ਤਾਕਤ ਹੈ, ਉਹਨੂੰ ਨਾਪਣਾ ਇੰਪੋਸੀਬਲ ਹੈ। ਮਨੁੱਖ ਨੇ ਐਸੇ ਮੀਟਰ ਜ਼ਰੂਰ ਬਣਾ ਲਏ ਹਨ ਜਿਨ੍ਹਾਂ ਰਾਹੀਂ ਕਿਸੇ ਬੰਦੇ ਦੀ ਤਾਕਤ ਨਾਪੀ ਜਾਂਦੀ ਹੈ, ਕਿਸੇ ਜਾਨਵਰ ਦੀ ਤਾਕਤ ਨਾਪੀ ਜਾਂਦੀ ਹੈ। ਆਪਣੀਆਂ ਬਣਾਈਆਂ ਹੋਈਆਂ ਮਸ਼ੀਨਾਂ ਦੀ ਇਹ ਤਾਕਤ ਨਾਪਦਾ ਹੈ ਕਿ ਇਸ ਟਰੈਕਟਰ ਵਿੱਚ, ਕਾਰ ਵਿੱਚ ਇੰਨੇ ਹਾਰਸ ਪਾਵਰ ਹੈ, ਤਾਕਤ ਨੂੰ ਨਾਪਦਾ ਹੈ। ਲੇਕਿਨ ਸਮਗਰ ਕੁਦਰਤ ਦੇ ਅੰਦਰ ਕਿੰਨੀ ਤਾਕਤ ਹੈ, ਇਸ ਤਾਕਤ ਨੂੰ ਨਾਪਣ ਵਾਸਤੇ ਨਾ ਕੋਈ ਮੀਟਰ ਬਣਿਆ ਹੈ ਔਰ ਨਾ ਹੀ ਕੋਈ ਮੀਟਰ ਬਣ ਪਾਏਗਾ। ਦੇਖੋ, ਹਵਾ ਦੇ ਅੰਦਰ ਕਿੰਨੀ ਤਾਕਤ ਹੈ। ਜਦੋਂ ਹਵਾ ਤੂਫਾਨੀ ਰੂਪ ਅਖਤਿਆਰ ਕਰਦੀ ਹੈ, ਕਿਵੇਂ ਵੱਡੀਆਂ ਵੱਡੀਆਂ ਇਮਾਰਤਾਂ ਨੂੰ, ਵੱਡੇ ਵੱਡੇ ਦਰਖਤਾਂ ਨੂੰ ਧਰਾਸ਼ਾਹੀ ਕਰ ਦਿੰਦੀ ਹੈ। ਹਵਾ ਵਿੱਚ ਕਿੰਨੀ ਤਾਕਤ ਹੈ, ਕੌਣ ਨਾਪੇਗਾ? ਧਰਤੀ ਦੇ ਅੰਦਰ ਗ੍ਰੇਵਿਟੀ ਫੋਰਸ ਹੈ, ਕਿੰਨੀ ਤਾਕਤ ਹੈ। ਫਿਰ ਇੱਕ ਧਰਤੀ ਨਹੀਂ, ਅਨੰਤ ਧਰਤੀਆਂ ਨੇ।
सूरज विच ताकत है, इस दुनिया विच बिजली है, ਉਹਦੇ ਵਿੱਚ ਤਾਕਤ ਹੈ। ਪਾਣੀ ਦੀ ਤਾਕਤ ਹੈ। ਪਾਣੀ ਜਦੋਂ ਆਪਣਾ ਹੜ੍ਹ ਵਾਲਾ ਰੂਪ ਅਖਤਿਆਰ ਕਰਦਾ ਹੈ ਤਾਂ ਕਿਵੇਂ ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਰੋੜ ਕੇ ਲੈ ਜਾਂਦਾ ਹੈ। 2 ਪਲ ਦੀ ਆਈ ਹੋਈ ਸੁਨਾਮੀ ਕਿੰਨਾ ਵੱਡਾ ਵਿਨਾਸ਼ ਕਰ ਸਕਦੀ ਹੈ, ਸਾਡੇ ਸਾਰਿਆਂ ਦੇ ਸਾਹਮਣੇ ਹੈ। ਇਸ ਤੋਂ ਇਲਾਵਾ ਮਨੁੱਖ ਮਾਤਰ ਦੀ ਤਾਕਤ, ਪਸ਼ੂ ਪੰਛੀਆਂ ਦੀ ਤਾਕਤ, ਅਨੰਤ ਬ੍ਰਹਿਮੰਡ ਦੀ ਤਾਕਤ, ਇਸ ਤਾਕਤ ਨੂੰ ਕੌਣ ਨਾਪੇ। ਕੋਈ ਰੱਬ ਦੀ ਇਸ ਤਾਕਤ ਨੂੰ ਗਾ ਰਿਹਾ ਹੈ, ਇਸ ਤਾਕਤ ਨੂੰ ਵੇਖ ਰਿਹਾ ਹੈ, ਔਰ ਨਿਰਾ ਵੇਖ ਹੀ ਨਹੀਂ ਰਿਹਾ, ਇਸ ਤਾਕਤ ਨੂੰ ਵਰਤ ਵੀ ਰਿਹਾ ਹੈ। ਜਿਨ੍ਹਾਂ ਨੇ ਇਸ ਤਾਕਤ ਨੂੰ ਵਰਤਿਆ, ਪਾਣੀ ਦੀ ਤਾਕਤ ਨੂੰ ਵਰਤਿਆ, ਉਹਨਾਂ ਨੇ ਸਟੀਮ ਇੰਜਨ ਬਣਾ ਦਿੱਤੇ, ਇਸ ਪਾਣੀ ਤੋਂ ਬਿਜਲੀ ਆਦਿਕ ਪੈਦਾ ਕੀਤੀ। ਪਾਣੀ ਦੀ ਤਾਕਤ ਨੂੰ ਵਰਤਿਆ, ਉਸ ਦੇ ਨਾਲ ਫਸਲਾਂ ਆਦਿਕ ਪੈਦਾ ਕੀਤੀਆਂ। ਬਿਜਲੀ ਦੀ ਤਾਕਤ ਨੂੰ ਜਿਨ੍ਹਾਂ ਨੇ ਵੇਖਿਆ ਔਰ ਅਨੁਭਵ ਕੀਤਾ, ਉਸ ਬਿਜਲੀ ਦੇ ਨਾਲ ਕਿਹੜੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਔਰ ਕਾਰਖਾਨੇ ਚੱਲ ਰਹੇ। ਹਵਾ ਦੀ ਤਾਕਤ ਨੂੰ ਵਰਤਿਆ ਤਾਂ ਇਸ ਹਵਾ ਦੇ ਨਾਲ ਕਿੰਨਾ ਕੁਛ ਕੀਤਾ, ਬਿਜਲੀ ਆਦਿਕ ਪੈਦਾ ਕੀਤੀ ਜਾਂ ਹੋਰ ਬਹੁਤ ਕੁਛ। ਲੇਕਿਨ ਰੱਬ ਦੀ ਇਹ ਜੋ ਤਾਕਤ ਹੈ ਇਸ ਕਾਇਨਾਤ ਦੇ ਅੰਦਰ, ਕੁਦਰਤ ਦੇ ਅੰਦਰ, ਇਹਦੀ ਵਰਤੋਂ ਮਨੁੱਖ ਨੇ ਕੀਤੀ ਹੈ, ਕਰ ਰਿਹਾ ਹੈ, ਕਰੇਗਾ। ਕਿੰਨੀ ਤਾਕਤ ਦੀ ਵਰਤੋਂ ਕੀਤੀ ਹੈ, ਜਿੰਨੀ ਇਹਦੇ ਕੋਲ ਸੂਝ ਸੀ। ਸਾਰੀ ਤਾਕਤ ਦੀ ਵਰਤੋਂ ਨਹੀਂ ਕਰ ਪਾਇਆ। ਕਿੰਨੀ ਤਾਕਤ ਹੈ, ਇਹਦਾ ਕਦੇ ਅੰਤ ਨਹੀਂ ਜਾਣ ਪਾਏਗਾ। ਔਰ ਇੱਥੋਂ ਸਾਡੇ ਕੋਲ ਇਹ ਵੀ ਚੀਜ਼ ਸਾਹਮਣੇ ਆਉਂਦੀ ਹੈ ਕਿ ਅਸੀਂ ਇਸ ਤਾਕਤ ਦੀ ਹੋਰ ਵਰਤੋਂ ਕਰ ਸਕਦੇ ਹਾਂ, ਆਪਣੀ ਸੁੱਖ ਵਾਸਤੇ, ਸਹੂਲਤ ਵਾਸਤੇ। ਵਰਤੋਂ ਕੀਤੀ ਹੈ, ਕੀਤੀ ਜਾਂਦੀ ਰਹੇਗੀ। ਅਨੰਤ ਤਾਕਤ ਹੈ। ਕੋਈ ਪ੍ਰਭੂ ਦੀ ਇਸ ਤਾਕਤ ਨੂੰ ਗਾ ਰਿਹਾ ਹੈ ਔਰ ਫਿਰ ਉਹਦੇ ਤੋਂ ਬਲਿਹਾਰ ਜਾਂਦਾ ਹੈ ਕਿ ਹੇ ਪ੍ਰਭੂ, ਮੇਰੀ ਤੇਰੇ ਅੱਗੇ ਕੀ ਪਾਇਆ ਹੈ। ਔਰ ਜੇ ਸਾਰੀ ਤਾਕਤ ਨੂੰ ਵੇਖੀਏ ਤਾਂ ਮਨੁੱਖ ਦੀ ਪਾਇਆ ਕੀ ਹੈ? ਕੁਝ ਵੀ ਨਹੀਂ। ਇੱਕ ਨਿੱਕਾ ਜਿਹਾ ਭੁਚਾਲ ਆ ਜਾਏ 2-4 ਮਿੰਟ ਲਈ ਤਾਂ ਸਾਰਾ ਕੁਝ ਤਹਿਸ਼ ਨਹਿਸ਼ ਹੋ ਸਕਦਾ ਹੈ। ਮੇਰੀ ਕੀ ਪਾਇਆ ਹੈ? ਮੇਰੀ ਪਾਇਆ ਕੋਈ ਵੀ ਨਹੀਂ ਹੈ। ਔਰ ਮੈਂ ਤੇਰੀ ਇਸ ਤਾਕਤ ਦੇ ਅੱਗੇ ਬਿਲਕੁਲ ਸਰੈਂਡਰ ਹਾਂ। ਤਾਂ ਇਸ ਤਰ੍ਹਾਂ ਕੋਈ ਉਸ ਰੱਬ ਦੀ ਤਾਕਤ ਨੂੰ ਵੇਖਦਾ ਹੈ, ਤਾਕਤ ਨੂੰ ਗਾਉਂਦਾ ਹੈ, ਉਹਨੂੰ ਅਨੁਭਵ ਕਰਦਾ ਹੈ, ਉਸ ਤੋਂ ਕੁਰਬਾਨ ਵਾਰਨੇ ਸਦਕੇ ਜਾਂਦਾ ਹੈ ਔਰ ਫਿਰ ਉਹਦੀ ਤਾਕਤ ਦੀ ਵਰਤੋਂ ਕਰਦਾ ਹੈ। ਤੇ ਨਾਲ ਇਸ ਪੌੜੀ ਚੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਸਾਡੇ ਅੰਦਰ ਅਨੰਤ ਸੰਭਾਵਨਾਵਾਂ ਨੇ। ਇਸ ਪਾਵਰ ਨੂੰ ਵਰਤ ਕੇ ਅਸੀਂ ਹੋਰ ਬਹੁਤ ਕੁਝ ਕਰ ਸਕਦੇ ਹਾਂ। ਸਾਇੰਸ ਦੀਆਂ ਖੋਜਾਂ ਆਉਣ ਵਾਲੇ ਟਾਈਮ ਵਿੱਚ ਹੋਰ ਹੁੰਦੀਆਂ ਰਹਿਣ। ਇਹ ਹੈ ਇੱਕ ਬੰਦੇ ਦਾ ਨਜ਼ਰੀਆ। ਹੁਣ ਇਹਦੇ ਨਾਲ ਸਾਰੀ ਕੁਦਰਤ ਨੂੰ ਔਰ ਸਾਰੇ ਰੱਬ ਨੂੰ ਅਸੀਂ ਨਹੀਂ ਵੇਖ ਪਾਏ। ਇਹ ਤਾਂ ਤਾਕਤ ਦਾ ਇੱਕ ਪੱਖ ਹੈ, ਇੱਕ ਨਜ਼ਰੀਆ ਹੈ ਕਿਸੇ ਦਾ। ਦੂਜੇ ਮਨੁੱਖ ਦਾ ਕੀ ਨਜ਼ਰੀਆ ਹੈ? ਗਾਵੇ ਕੋ ਇੱਥੇ ਵਿਸ਼ਰਾਮ ਲਾਣਾ, ਦਾਤ ਜਾਣੇ ਨਿਸ਼ਾਨ। ਨਿਸ਼ਾਨ ਦਾ ਮਤਲਬ ਨਿਸ਼ਾਨੀਆਂ, ਦਾਤ ਦਾ ਮਤਲਬ ਦਾਤਾਂ। ਕੋਈ ਉਹਦੀਆਂ ਦਾਤਾਂ ਨੂੰ ਵੇਖ ਕੇ ਉਹਨੂੰ ਗਾ ਰਿਹਾ ਹੈ, ਸਿਫਤ ਕਰ ਰਿਹਾ ਹੈ, ਉਹਦੀ ਰਹਿਮਤ ਸਮਝ ਕੇ, ਉਹਦੀਆਂ ਨਿਸ਼ਾਨੀਆਂ ਸਮਝ ਕੇ ਦਾਤਾਂ ਨੂੰ ਗਾ ਰਿਹਾ ਹੈ। ਦੇਖੋ ਕਿੰਨੀਆਂ ਦਾਤਾਂ ਨੇ ਇਸ ਦੁਨੀਆ ਵਿੱਚ। ਜੇ ਅਸੀਂ ਇਸ ਧਰਤੀ ਦੀ ਹੀ ਗੱਲ ਕਰੀਏ, ਇੱਥੇ ਖਣਜੀਏ ਪਦਾਰਥ ਨੇ, ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਪੈਟਰੋਲੀਅਮ ਪਦਾਰਥ, ਅਬਰਕ ਦੀਆਂ ਖਾਨਾਂ, ਸੋਨੇ ਦੀਆਂ ਖਾਨਾਂ, ਚਾਂਦੀ ਦੀਆਂ ਖਾਨਾਂ, ਕੋਲੇ ਦੀਆਂ ਖਾਨਾਂ। ਅਨੰਤ ਅਨੰਤ ਦਾਤਾਂ ਨੇ ਕੇਵਲ ਇਸ ਧਰਤੀ ਵਿੱਚ। ਫਿਰ ਇੱਕ ਧਰਤੀ ਨਹੀਂ, ਇੱਥੇ ਅਨੰਤ ਤਾਰਕਾ ਮੰਡਲ, ਆਕਾਸ਼ ਦੇ ਅੰਦਰ ਕਿੰਨੀਆਂ ਕੁ ਦਾਤਾਂ ਹੋਣਗੀਆਂ, ਉਹਦਾ ਕੋਈ ਅੰਤ ਨਹੀਂ। ਸਮੁੰਦਰ ਵਿੱਚ ਕਿੰਨੀਆਂ ਕੁ ਦਾਤਾਂ ਹੋਣਗੀਆਂ, ਕੋਈ ਅੰਤ ਨਹੀਂ। ਇੱਥੇ ਅਨੰਤ ਕਿਸਮ ਦੇ ਰੁੱਖ, ਦਰਖਤ, ਵਨਸਪਤੀ ਹੈ। ਉਹਨਾਂ ਦਾ ਜਿਹੜਾ ਉਪਯੋਗ ਹੈ, ਵਰਤੋਂ ਹੈ, ਮਨੁੱਖ ਕਰ ਰਿਹਾ ਹੈ ਔਰ ਕਰਦਾ ਰਹੇਗਾ। ਕਿੰਨੀਆਂ ਸਾਰੀਆਂ ਦਵਾਈਆਂ ਆਦਿਕ ਵਨਸਪਤੀ ਤੋਂ ਮਨੁੱਖ ਨੇ ਬਣਾਈਆਂ। ਕਿੰਨੇ ਸਾਰੇ ਫੁੱਲ, ਫਲ, ਕਿੰਨੀ ਕਿਸਮ ਦਾ ਅਨਾਜ ਸਾਨੂੰ ਮਿਲ ਰਿਹਾ ਹੈ। ਪਸ਼ੂ ਨੇ, ਪੰਛੀ ਨੇ। ਇੱਥੇ ਪਾਣੀ ਦੀ ਦਾਤ ਹੈ, ਆਕਸੀਜਨ ਦੀ ਦਾਤ ਹੈ। ਯਾਨੀ ਅਨੰਤ ਦਾਤਾਂ ਨੇ। ਸਾਨੂੰ ਇਹ ਸਰੀਰ ਮਿਲਿਆ ਹੈ, ਵੇਖਣ ਵਾਸਤੇ ਅੱਖਾਂ ਮਿਲੀਆਂ ਨੇ, ਕਰਨ ਲਈ ਹੱਥ ਮਿਲਿਆ ਹੈ। ਕਿੰਨੀਆਂ ਦਾਤਾਂ ਨੇ।
और इन्हां दातां दा कोई अंत नहीं है। कोई उस मालिक दे दातारगी दे गुण नूं गा रहा है कि तू बहुत वड्डा दाता है, बहुत वड्डा दाता है, अनंत दाता ने। हुण ये एक एंगल है, ਅਸੀਂ बहुत कुछ इस दुनिया चों प्राप्त किया है ते इहदा कोई अंत नहीं, ਅਸੀਂ होर बहुत कुछ प्राप्त कर सकते हाँ। थोड़ा पिछे चले जाओ 50 साल, 60 साल पिछे चले जाओ ਤਾਂ ਅਸੀਂ ਦੇਖਦੇ ਹਾਂ ਪੈਲੀ ਦੇ ਵਿੱਚੋਂ ਕਿੰਨੀ ਕਣਕ ਨਿਕਲਦੀ ਸੀ। ਬਜ਼ੁਰਗ ਜਾਣਦੇ ਨੇ 5-7 ਮਣ 10 ਮਣ। ਉਸ ਤੋਂ ਬਾਅਦ ਮਨੁੱਖ ਨੇ ਖੂਹ ਵਗੈਰਾ ਖੋਦੇ, ਪਾਣੀ ਦਾ ਇੰਤਜ਼ਾਮ ਹੋਇਆ, ਪਸ਼ੂਆਂ ਦੇ ਗੋਹੇ ਆਦਿਕ ਦੀ ਖਾਦ ਪਾਣੀ ਸ਼ੁਰੂ ਕੀਤੀ ਤਾਂ ਫਸਲਾਂ ਥੋੜੀਆਂ ਹੋਰ ਵੱਧ ਗਈਆਂ, 15-20 ਮਣ ਤੱਕ ਚੜਨ ਲੱਗ ਗਈਆਂ। ਮਨੁੱਖ ਨੇ ਹੋਰ ਖੋਜ ਕੀਤੀ, ਬੀਜ ਆਦਿਕ ਦੇ ਵਿੱਚ ਵਿਕਾਸ ਕੀਤਾ, ਖਾਦਾਂ ਬਣੀਆਂ ਤਾਂ ਅੱਜ 40-50 ਮਣ 60 ਮਣ 70 ਮਣ ਕਿੱਲੇ ਚੋਂ ਕਣਕ ਵੀ ਨਿਕਲਦੀ ਹੈ। ਆਉਣ ਵਾਲੇ ਸਮੇਂ ਦੇ ਅੰਦਰ ਇਹ ਪੈਦਾਇਸ਼ ਹੋਰ ਵੱਧ ਸਕਦੀ ਹੈ, ਜਿਵੇਂ ਸਾਇੰਸਦਾਨ ਖੋਜਾਂ ਕਰਨਗੇ, ਹੋਰ ਲੋਕ ਖੋਜਾਂ ਕਰਨਗੇ ਔਰ ਜਿਹੜੇ ਦਵਾਈਆਂ ਦੇ ਮਾਰੂ ਪ੍ਰਭਾਵ ਨੇ ਇਹਨਾਂ ਤੋਂ ਵੀ ਬਚਣ ਦਾ ਯਤਨ ਕੀਤਾ ਜਾਏਗਾ ਤਾਂ ਇਹ ਪੈਦਾਇਸ਼ ਹੋਰ ਵੱਧ ਸਕਦੀ ਹੈ। ਗਾਵਾਂ ਮੱਝਾਂ ਨੇ ਕਿੰਨਾ ਕੁ ਦੁੱਧ ਦਿੰਦੀਆਂ ਸਨ, ਦੇਸੀ ਗਾਵਾਂ ਅੱਜ ਕਿੰਨਾ ਕਿੰਨਾ ਦੁੱਧ ਦੇ ਰਹੀਆਂ ਨੇ। ਕਹਿਣ ਤੋਂ ਭਾਵ ਕਿ ਇਹਨਾਂ ਦਾਤਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ, ਕਿੰਨਾ ਕੁਛ ਪਾਇਆ ਜਾ ਸਕਦਾ ਹੈ, ਕੋਈ ਅੰਤ ਨਹੀਂ ਹੈ। ਪਹਿਲੀ ਗੱਲ। ਦੂਜੀ ਗੱਲ, ਅਸੀਂ ਅਨੰਤ ਪਾਣ ਦੀ ਸੰਭਾਵਨਾ ਰੱਖਦੇ ਹਾਂ ਤਾਂ ਜਿਹੜਾ ਇਹਨਾਂ ਦਾਤਾਂ ਵਾਲੇ ਪਾਸੇ ਵੇਖੇਗਾ ਉਹਦੀ ਜ਼ਿੰਦਗੀ ਦੇ ਅੰਦਰ ਕਦੇ ਨੈਗੇਟਿਵਿਟੀ ਨਹੀਂ ਆਏਗੀ, ਕਿਉਂਕਿ ਸਾਨੂੰ ਤੌਖਲਾ ਰਹਿੰਦਾ ਨਾ ਕਿ ਕਿੱਥੋਂ ਖਾਵਾਂਗੇ, ਕੀ ਕਰਾਂਗੇ। ਉਹਦੇ ਅੰਦਰ ਅਨੰਤ ਵਿਲ ਪਾਵਰ ਪੈਦਾ ਹੋਏਗੀ, ਮੈਂ ਕਿੰਨਾ ਕੁਛ ਹੋਰ ਪੈਦਾ ਕਰ ਸਕਦਾ ਹਾਂ। ਤੀਜੀ ਗੱਲ, ਉਹ ਦਾਤਾ ਹੈ, ਮੈਨੂੰ ਵੀ ਦਾਤਾਂ ਦੇ ਰਿਹਾ, ਤੁਹਾਨੂੰ ਵੀ ਦੇ ਰਿਹਾ। ਤਾਂ ਜਦੋਂ ਅਸੀਂ ਉਹਦੇ ਦਾਤਾਰਗੀ ਦੇ ਗੁਣ ਨੂੰ ਗਾਵਾਂਗੇ ਤਾਂ ਉਦੋਂ ਜਦੋਂ ਤੁਹਾਨੂੰ ਕੋਈ ਦਾਤ ਮਿਲੇਗੀ, ਮੈਨੂੰ ਕੋਈ ਸਾੜਾ ਨਹੀਂ ਹੋਏਗਾ। ਤੁਸੀਂ ਮਹਿੰਗੀ ਕਾਰ ਲਓਗੇ, ਵੱਡਾ ਘਰ ਬਣਾਓਗੇ ਤਾਂ ਕੋਈ ਸਾੜਾ ਨਹੀਂ, ਕਿਉਂਕਿ ਦਾਤ ਹੈ ਉਹਦੀ, ਜਿੰਨੇ ਮਿਹਨਤ ਕੀਤੀ ਤੁਸੀਂ ਲੈ ਲਈ। ਜਦੋਂ ਚੌਥੀ ਗੱਲ, ਕਿਸੇ ਨੂੰ ਦਾਤ ਮਿਲੇਗੀ, ਦਾਤਾ ਦੇ ਰਿਹਾ ਹੈ ਤਾਂ ਮੈਂ ਉਹਦੇ ਅੰਦਰ ਰੁਕਾਵਟ ਨਹੀਂ ਬਣਾਂਗਾ, ਮੈਂ ਇਹਨਾਂ ਦਾਤਾਂ ਨੂੰ ਪਾਉਣ ਵਾਸਤੇ ਉਦਮ ਕਰਾਂਗਾ। ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਨ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਅਨੰਤ ਦਾਤਾ ਨੇ, ਅਨੰਤ ਸੰਭਾਵਨਾਵਾਂ ਨੇ, ਇਸ ਲਈ ਆਪਣੇ ਅੰਦਰ ਉਦਮ ਔਰ ਬਲ ਪੈਦਾ ਕਰਨ ਦੀ ਜ਼ਰੂਰਤ ਹੈ। ਤਾਂ ਕੋਈ ਉਸ ਪ੍ਰਭੂ ਦੇ ਦਾਤਾਰਗੀ ਦੇ ਗੁਣ ਨੂੰ ਗਾ ਰਿਹਾ ਹੈ, ਉਹਦੀਆਂ ਦਾਤਾਂ ਵੇਖ। ਗਾਵੇ ਕੋ ਗੁਣ ਵਡਿਆਈਆਂ ਚਾਰ। ਇੱਥੇ ਚਾਰ ਦਾ ਮਤਲਬ ਸੁੰਦਰ ਹੈ। ਜੇ ਚਾਰ ਦੇ ਨਾਲ ਔਂਕੜ ਲੱਗ ਜਾਏ ਤਾਂ ਇਹ ਪੁਲਿੰਗ ਬਣ ਜਾਏਗਾ ਤੇ ਚਾਰ ਨੂੰ ਬਹੁਵਚਨੀ ਬਣਾਉਣ ਵਾਸਤੇ ਇਸ ਨੂੰ ਮੁਕਤਾ ਵੀ ਕੀਤਾ ਜਾਏਗਾ, ਇਸਤਰੀ ਲਿੰਗ ਵੀ ਬਣ ਜਾਏਗਾ। ਔਰ ਜਦੋਂ ਚਾਰ ਦੇ ਰਾਰੇ ਨਾਲ ਸਿਹਾਰੀ ਲੱਗ ਜਾਏਗੀ ਤਾਂ ਇਹਦੀ ਗਿਣਤੀ ਹੋ ਜਾਏਗੀ 4, 3, 4 ਜਿਹੜੇ ਹੁੰਦੇ ਨੇ ਗਿਣਤੀ ਹੋ ਜਾਏਗੀ। ਇਸ ਤਰ੍ਹਾਂ ਚਾਰ ਸ਼ਬਦ ਗੁਰਬਾਣੀ ਦੇ ਵਿੱਚ ਸੁੰਦਰਤਾ ਵਾਸਤੇ ਵਰਤਿਆ ਗਿਆ, ਸੋਹਣੀਆਂ ਵਡਿਆਈਆਂ। ਜੇ ਚਾਰ ਦੇ ਰਾਰੇ ਥੱਲੇ ਔਂਕੜ ਆ ਜਾਏ ਤਾਂ ਇਹ ਪੁਲਿੰਗ ਹੋ ਜਾਏਗਾ। ਜਿਵੇਂ ਅਸੀਂ ਕਹਿੰਦੇ ਹਾਂ ਫਲਾਂ ਚੀਜ਼ ਬਹੁਤ ਸੋਹਣੀ ਹੈ, ਇਸਤਰੀ ਲਿੰਗ ਹੈ, ਲੇਕਿਨ ਮੇਰਾ ਪੈਨ ਬੜਾ ਸੋਹਣਾ ਹੈ, ਇੱਥੇ ਇਹ ਪੁਲਿੰਗ ਹੋ ਗਿਆ ਹੈ। ਗੁਣ ਵਡਿਆਈਆਂ, ਕੋਈ ਉਸ ਪ੍ਰਭੂ ਦੇ ਸੋਹਣੇ ਸੋਹਣੇ ਗੁਣਾਂ ਨੂੰ ਔਰ ਸੋਹਣੀਆਂ ਵਡਿਆਈਆਂ ਨੂੰ ਗਾ ਰਿਹਾ ਹੈ ਕਿ ਉਸ ਪ੍ਰਭੂ ਦੇ ਅੰਦਰ ਅਨੰਤ ਗੁਣ ਨੇ, ਉਹ ਗੁਣਾਂ ਦਾ ਮੁਜੱਸਮਾ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਤੇ ਗੁਣਾਂ ਨੂੰ ਗਾ ਰਿਹਾ ਹੈ, ਗੁਣਾਂ ਨੂੰ ਵੇਖ ਰਿਹਾ ਹੈ, ਗੁਣਾਂ ਨੂੰ ਅਪਣਾ ਰਿਹਾ ਹੈ, ਗੁਣਾਂ ਨੂੰ ਉਹ ਪੈਦਾ ਕਰ ਰਿਹਾ ਹੈ, ਪਰ ਗੁਣਾਂ ਦਾ ਅੰਤ ਨਹੀਂ ਹੈ, ਉਹਦਾ ਅੰਤ ਨਹੀਂ ਪਾਇਆ ਜਾਂਦਾ। ਜੇ ਕੋਈ ਕਹੇ ਕਿ ਮੈਂ ਰੱਬੀ ਗੁਣਾਂ ਦਾ ਅੰਤ ਪਾ ਲਵਾਂ ਤਾਂ ਗੁਣਾਂ ਦਾ ਅੰਤ ਨਹੀਂ ਹੈ। ਤੇ ਉਹ ਜੋ ਗੁਣਾਂ ਦਾ ਮਾਲਕ ਹੈ ਉਹ ਹੈ ਕਿੱਥੇ? ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਜਲਾਂ ਥਲਾਂ ਧਰਤੀ ਆਕਾਸ਼ ਆਦਿਕ ਦੇ ਅੰਦਰ ਉਹ ਸਮਾਇਆ ਹੋਇਆ ਹੈ।
ਉਹ ਪਰਿਪੂਰਨ ਹੈ। ਯਾਨੀ ਜਗਤ ਦੇ ਹਰ ਕਣ ਦੇ ਅੰਦਰ, ਜਗਤ ਦੀ ਹਰ ਥਾਂ ਦੇ ਅੰਦਰ, ਜਗਤ ਦੇ ਹਰ ਮਨੁੱਖ ਦੇ ਅੰਦਰ ਉਹ ਪ੍ਰਭੂ ਬੈਠਾ ਹੋਇਆ ਹੈ। ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ ਕਿੱਥੇ ਹੈ? ਘਟ ਘਟ ਮੈਂ ਹਰ ਜੂ ਬਸੈ, ਹਰ ਹਿਰਦੇ ਦੇ ਅੰਦਰ, ਹਰ ਸਰੀਰ ਦੇ ਅੰਦਰ ਵਸ ਰਿਹਾ ਹੈ। ਤਾਂ ਇੱਥੋਂ ਸਾਨੂੰ ਸਮਝ ਆਏਗੀ ਕਿ ਸਾਡੇ ਅੰਦਰ ਅਨੰਤ ਗੁਣ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹਰ ਇੱਕ ਦੇ ਅੰਦਰ, ਹਰ ਇਸਤਰੀ ਪੁਰਸ਼ ਅੰਦਰ ਅਨੰਤ ਗੁਣ ਨੇ, ਕਿਉਂਕਿ ਅਨੰਤ ਗੁਣਾਂ ਦਾ ਖਜ਼ਾਨਾ ਉਹ ਮੇਰੇ ਔਰ ਤੁਹਾਡੇ ਹਰ ਇੱਕ ਦੇ ਅੰਦਰ ਬੈਠਾ ਹੈ। ਪਰ ਉਹ ਗੁਣਾਂ ਨੂੰ ਹੁਣ ਪਾਏਗਾ ਕੌਣ? ਖਜ਼ਾਨਾ ਤੇ ਹੈ, ਗੁਣਾਂ ਦਾ ਸਾਗਰ ਤੇ ਰੱਬ ਹੈ, ਪਰ ਕਿਸੇ ਕੋਲ ਗੁਣ ਜ਼ਿਆਦੇ ਨੇ, ਕਿਸੇ ਕੋਲ ਘੱਟ ਨੇ, ਕੋਈ ਔਗਣ ਆ ਰਿਹਾ, ਕਿਉਂ? ਉਹਦਾ ਰੀਜ਼ਨ ਕੀ ਹੈ? ਦੇਖੋ, ਸਮੁੰਦਰ ਤੇ ਤੁਸੀਂ ਜਾਓ, ਖਾਲੀ ਹੱਥੀਂ ਜਾਓ ਤੇ ਖਾਲੀ ਹੱਥੀਂ ਵਾਪਸ ਆ ਜਾਓ। ਦੂਜਾ ਬੰਦਾ ਚਮਚਾ ਲੈ ਕੇ ਜਾਏ ਤੇ ਚਮਚਾ ਪਾਣੀ ਦਾ ਭਰ ਲਿਆ, ਤੀਜਾ ਬੰਦਾ ਬਾਲਟੀ ਲਿਜਾਏ, ਬਾਲਟੀ ਭਰ ਲਿਆ, ਚੌਥਾ ਬੰਦਾ ਡਰਮ ਭਰ ਲਿਆਵੇ, ਪੰਜਵਾਂ ਬੰਦਾ ਟੈਂਕਰ ਲੈ ਜਾਏ ਤੇ ਟੈਂਕਰ ਭਰ ਕੇ ਲਿਆਏ। ਹੁਣ ਲਿਆਏਗਾ ਤਾਂ ਉਹਨਾਂ ਨਾ ਜਿੰਨਾ ਉਹ ਬਰਤਨ ਲੈ ਕੇ ਗਿਆ ਹੈ। ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਜਿੰਨੇ ਮਰਜ਼ੀ ਉੱਥੋਂ ਪਾਣੀ ਭਰ ਲਓ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਣਾ। ਮਿਲੇਗਾ ਉਹਨਾਂ ਜਿੰਨਾ ਸਾਡਾ ਬਰਤਨ ਹੋਏਗਾ। ਰੱਬ ਗੁਣਾਂ ਦਾ ਸਾਗਰ ਹੈ, ਮਿਲਣਗੇ ਉਹਨੇ ਜਿੰਨੀ ਸਾਡੀ ਯੋਗਤਾ ਹੈ, ਜਿੰਨਾ ਸਾਡਾ ਬਰਤਨ ਹੈ, ਜਿੰਨੀ ਸਾਡੀ ਕਲਪਨਾ ਹੈ, ਜਿੰਨੇ ਦੇ ਅਸੀਂ ਪਾਤਰ ਬਣੇ ਆ, ਜਿੰਨੇ ਅਸੀਂ ਗੁਣ ਪਾਣੇ ਚਾਹੁੰਦੇ ਆ ਉਹਨੇ ਪਾ ਸਕਦੇ ਆ। ਤੇ ਇੱਕ ਬੰਦਾ ਜਾਂਦਾ ਹੈ ਸਮੁੰਦਰ ਤੇ, ਖਾਲੀ ਹੱਥੀ ਮੁੜ ਆਉਂਦਾ, ਉਹਦੀ ਮਰਜ਼ੀ, ਉਹ ਪਾਣਾ ਹੀ ਨਹੀਂ ਚਾਹੁੰਦਾ। ਇਸ ਦੁਨੀਆ ਵਿੱਚ ਔਗਣ ਆ ਰਹੇ ਵੀ ਨੇ ਜੋ ਗੁਣਾਂ ਨੂੰ ਪਾਣਾ ਹੀ ਨਹੀਂ ਚਾਹੁੰਦੇ। ਅੰਦਰ ਖਜ਼ਾਨਾ ਤੇ ਹੈ ਪਰ ਉਹ ਪਾਣਾ ਹੀ ਨਹੀਂ ਚਾਹੁੰਦੇ, ਉਹ ਗੁਣਾਂ ਤੋਂ ਸੱਖਣੇ ਫਿਰ ਰਹੇ ਨੇ, ਕਿਉਂਕਿ ਉਹ ਵਰਤੋਂ ਨਹੀਂ ਕਰਦੇ। ਵਰਤੋਂ ਕਰਨੀ ਚਾਹੀਦੀ ਨਾ। ਗੁਣ ਨਿਧਾਨ ਭਗਤਨ ਕੋ ਬਰਤਨ, ਬਰਤਨ ਦਾ ਮਤਲਬ ਭਗਤਾਂ ਦੀ ਵਰਤੋਂ ਵਿੱਚ ਹੈ। ਭਗਤ ਉਹਨੂੰ ਵਰਤਦੇ ਨੇ, ਰੱਬ ਦੇ ਜੋ ਪਿਆਰੇ ਨੇ ਉਹ ਉਹਨਾਂ ਗੁਣਾਂ ਨੂੰ ਵਰਤਦੇ ਨੇ। ਹੁਣ ਅਸੀਂ ਔਗਣਿਆਰੇ ਕਿਉਂ ਹਾਂ? ਸਾਡੇ ਅੰਦਰ ਈਰਖਾ, ਦਵੇਸ਼, ਵੈਰ, ਵਿਰੋਧ ਇਹ ਕਿਉਂ ਨੇ? ਕਿਉਂਕਿ ਅਸੀਂ ਸੱਚ ਨੂੰ, ਸੰਤੋਖ ਨੂੰ, ਦਇਆ ਨੂੰ, ਧਰਮ ਨੂੰ, ਪ੍ਰੇਮ ਨੂੰ ਵਰਤ ਨਹੀਂ ਰਹੇ। ਜਿੰਨੀਆਂ ਵੀ ਤੁਸੀਂ ਮੇਰੀਆਂ ਭੈਣਾਂ, ਜਿੰਨੇ ਵੀ ਤੁਸੀਂ ਮੇਰੇ ਵੀਰ ਬੈਠੇ ਹੋ ਸਾਹਮਣੇ, ਕੋਈ ਹੱਥ ਖੜਾ ਕਰਕੇ ਕਹੇਗਾ ਕਿ ਮੇਰੇ ਵਿੱਚ ਗੁਣ ਨਹੀਂ ਹਨ? ਮੇਰੇ ਵਿੱਚ ਤੇ ਗੁਣਾਂ ਵਾਲਾ ਪੁਰਜਾ ਹੀ ਨਹੀਂ ਰੱਬ ਨੇ ਪਾਇਆ। ਮੈਨੂੰ ਤੇ ਸੱਚ ਦਾ ਪਤਾ ਹੀ ਨਹੀਂ, ਮੈਨੂੰ ਤੇ ਪ੍ਰੇਮ ਕਰਨ ਦਾ ਹੀ ਨਹੀਂ ਪਤਾ। ਮੇਰੇ ਅੰਦਰ ਤੇ ਰੱਬ ਨੇ ਪ੍ਰੇਮ ਪਾਇਆ ਹੀ ਨਹੀਂ, ਦਇਆ ਪਾਈ ਹੀ ਨਹੀਂ, ਮਿੱਠੇ ਬੋਲ ਪਾਏ ਹੀ ਨਹੀਂ, ਪਰਉਪਕਾਰ ਦੀ ਭਾਵਨਾ ਪਾਈ ਨਹੀਂ। ਕੋਈ ਨਹੀਂ ਕਹਿ ਸਕਦਾ, ਇੱਕ ਵੀ ਬੰਦਾ ਨਹੀਂ ਕਹਿ ਸਕਦਾ। ਹਾਂ, ਇਹ ਗੱਲ ਅਸੀਂ ਸਾਰੇ ਭੈਣ ਭਰਾ ਕਹਿ ਸਕਦੇ ਹਾਂ ਕਿ ਮੈਂ ਭਾਈ ਇਹਨਾਂ ਗੁਣਾਂ ਦੀ ਵਰਤੋਂ ਨਹੀਂ ਕਰਦਾ। ਸੱਚ ਦਾ ਮੈਨੂੰ ਪਤਾ ਹੈ ਪਰ ਮੈਂ ਸੱਚ ਬੋਲਦਾ ਨਹੀਂ, ਮੈਂ ਸੱਚ ਬੋਲਣਾ ਚਾਹੁੰਦਾ ਨਹੀਂ। ਇਹ ਵੱਖਰੀ ਗੱਲ ਹੈ ਸਾਰਿਆਂ ਦੇ ਵਿੱਚ। ਅਨੰਤ ਗੁਣ ਮੌਜੂਦ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਇਹ ਸਭ ਗੁਣ ਨੇ। ਤੇ ਕੋਈ ਉਸ ਪ੍ਰਭੂ ਦੇ ਇਹਨਾਂ ਗੁਣਾਂ ਨੂੰ ਔਰ ਸੋਹਣੀਆਂ ਸੋਹਣੀਆਂ ਵਡਿਆਈਆਂ ਨੂੰ ਗਾ ਰਿਹਾ ਹੈ। ਤੇ ਯਾਦ ਰੱਖਣਾ, ਜੈਸਾ ਇਸ ਸੰਸਾਰ ਨੂੰ ਵੇਖੋਗੇ ਵੈਸੇ ਹੀ ਇਹ ਸੰਸਾਰ ਦਿਸੇਗਾ, ਵੈਸੇ ਹੀ ਬਣ ਜਾਓਗੇ। ਜਿਹੜਾ ਗੁਣਾਂ ਦੀ ਗੱਲ ਕਰੇਗਾ ਉਹ ਗੁਣੀ ਬਣ ਜਾਏਗਾ, ਜੋ ਔਗਣਾਂ ਦੀ ਗੱਲ ਕਰੇਗਾ ਔਗਣ ਹਾਰਾ ਬਣ ਜਾਏਗਾ। ਦੇਖੋ, ਜਿੰਨੇ ਵੀ ਡਾਕਟਰ ਨੇ, ਵਿਗਿਆਨਿਕ ਨੇ, ਮਨੋਵਿਗਿਆਨਿਕ ਨੇ, ਮਨੋਚਿਕਿਤਸਕ ਨੇ, ਉਹ ਕਿਉਂ ਬਣ ਗਏ? ਕਿਉਂਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਯੂਜ਼ ਕੀਤਾ। ਸਕੂਲਾਂ ਵਿੱਚ ਗਏ, ਕਾਲਜ, ਯੂਨੀਵਰਸਿਟੀਜ਼ ਵਿੱਚ ਗਏ, ਉਹਨਾਂ ਨੇ ਆਪਣੇ ਅਧਿਆਪਕ, ਪ੍ਰੋਫੈਸਰਾਂ ਤੋਂ ਪੜ੍ਹਿਆ, ਸਿੱਖਿਆ, ਉਹ ਬਣ ਗਏ। ਅੰਦਰੋਂ ਹੀ ਨਿਕਲਿਆ ਨਾ, ਡਾਕਟਰ ਅੰਦਰੋਂ ਨਿਕਲਣਾ, ਤੁਹਾਡੇ ਇੰਜੀਨੀਅਰ ਅੰਦਰੋਂ ਨਿਕਲਣਾ। ਪਰ ਨਿਕਲੇਗਾ ਉਸ ਦੇ ਅੰਦਰੋਂ ਜੋ ਉਹਨੂੰ ਸਿੱਖੇਗਾ। ਜਿੰਨਾ ਮਰਜ਼ੀ ਉਹ ਆਪਣੇ ਗੁਣਾਂ ਵਿੱਚ ਵਿਸ਼ਾਲਤਾ ਲਿਆ ਸਕਦਾ ਹੈ। ਤਾਂ ਸਾਡੇ ਕੋਲ ਕਿੰਨੀ ਵੱਡੀ ਪੋਸੀਬਿਲਿਟੀ ਹੈ। ਹਰ ਘਰ ਪਰਿਵਾਰ ਦਾ ਮੈਂਬਰ, ਹਰ ਇਨਸਾਨ ਆਪਣੇ ਅੰਦਰੋਂ ਇਹਨਾਂ ਗੁਣਾਂ ਨੂੰ ਪ੍ਰਗਟ ਕਰੇ। ਬੜਾ ਸੌਖਾ ਕੰਮ ਹੈ।
ਇਹ ਗੱਲ ਕਹਿਣੀ ਛੱਡ ਦਿਓ ਕਿ ਇਹ ਔਖਾ ਹੈ। ਮੈਂ ਰੋਜ਼ ਬੇਨਤੀ ਕਰ ਰਿਹਾ, ਜਦੋਂ ਅਸੀਂ ਕਹਿੰਦੇ ਆ ਨਾ ਜੀ ਇਹ ਤੇ ਔਖਾ ਹੈ, ਤਾਂ ਇਹਦਾ ਸਾਫ਼ ਮਤਲਬ ਹੈ ਵੀ ਮੇਰੇ ਦੋਵੇਂ ਹੱਥ ਖੜੇ ਨੇ ਵੀ ਮੈਂ ਇਹ ਕੰਮ ਕਰਨਾ ਹੀ ਨਹੀਂ, ਮੈਂ ਸੱਚ ਬੋਲਣਾ ਹੀ ਨਹੀਂ। ਔਖਾ ਨਹੀਂ ਹੈ ਸੱਚ ਬੋਲਣਾ, ਪਰ ਮੈਂ ਬੋਲਣਾ ਹੀ। ਪ੍ਰੇਮ ਦੇ ਨਾਲ ਰਹਿਣਾ ਔਖਾ ਨਹੀਂ ਹੈ, ਪਰ ਮੈਂ ਰਹਿਣਾ ਹੀ ਨਹੀਂ। ਔਖਾ ਨਾ ਕਹੋ, ਇਹ ਵਰਡ ਆਪਣੀ ਜ਼ਿੰਦਗੀ ਚੋਂ ਕੱਢ ਦਿਓ। ਨੈਗੇਟਿਵ ਵਰਡਿੰਗ ਆਪਣੀ ਜ਼ਿੰਦਗੀ ਚੋਂ ਖਤਮ ਕਰ ਦਿਓ। ਮੈਂ ਪਰੇਸ਼ਾਨ ਹਾਂ, ਅੱਜ ਮੈਂ ਸਟ੍ਰੈਸ ਵਿੱਚ ਹਾਂ, ਮੈਂ ਤਾਂ ਅੱਜ ਥੱਕਿਆ ਹੋਇਆ ਹਾਂ, ਮੇਰੇ ਤੋਂ ਤੇ ਕੁਝ ਨਹੀਂ ਹੋਣਾ, ਇਹ ਚੀਜ਼ਾਂ ਇੰਪੋਸੀਬਲ ਨੇ, ਤੇ ਬੜਾ ਕੰਮ ਔਖਾ ਹੈ, ਲੋਕ ਪਤਾ ਨਹੀਂ ਕਿਵੇਂ ਕਰ ਦਿੰਦੇ ਨੇ, ਮੇਰੇ ਤੋਂ ਤੇ ਕੱਖ ਨਹੀਂ ਹੁੰਦਾ। ਇਹ ਕਹਿਣਾ ਛੱਡ ਦਿਓ, ਛੱਡੋ। ਕਹੋ ਕਿ ਸਭ ਕੁਝ ਸੌਖਾ ਹੈ, ਮੈਂ ਕਰ ਸਕਦਾ ਹਾਂ, ਮੇਰੇ ਅੰਦਰ ਸੰਭਾਵਨਾ ਹੈ, ਪੋਸੀਬਿਲਿਟੀ ਹੈ। ਮੁਸਕਰਾਉਣ ਵਿੱਚ ਕਿਹੜਾ ਯਾਰ ਤੋਰ ਲੱਗਦਾ? ਮੁਸਕਰਾਓ ਥੋੜਾ, ਹੱਸੋ ਥੋੜਾ। ਤਾਂ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਸੌਖਾ ਹੈ। ਕੋਈ ਉਸ ਮਾਲਕ ਦੇ ਗੁਣਾਂ ਨੂੰ ਗਾ ਰਿਹਾ ਹੈ, ਉਹਦੀ ਵਰਤੋਂ ਕਰ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਕੋਈ ਉਸ ਪ੍ਰਭੂ ਨੂੰ ਔਖੀ ਵਿਦਿਆ ਰਾਹੀਂ ਗਾ ਰਿਹਾ ਹੈ। ਫਿਲਾਸਫੀ, ਬੜੇ ਵੱਡੇ ਫਿਲਾਸਫਰ ਨੇ ਇਸ ਦੁਨੀਆ ਵਿੱਚ। ਕੋਈ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਉਸ ਮਾਲਕ ਦੀ ਗਾ ਰਿਹਾ ਹੈ ਵਿਦਿਆ ਨੂੰ। ਤੇ ਬੇਨਤੀ ਕਰਾਂ, ਇਸ ਵਿਦਿਆ ਦਾ ਕੋਈ ਅੰਤ ਨਹੀਂ ਹੈ। ਅਸੀਂ ਸਿਰਫ ਧਾਰਮਿਕ ਗ੍ਰੰਥਾਂ ਦੀ ਵਿਦਿਆ ਤੱਕ ਰੁਕ ਜਾਂਦੇ ਹਾਂ। ਇਸ ਦੁਨੀਆ ਦੇ ਵਿੱਚ ਵਿਦਿਆ ਦਾ ਕੋਈ ਅੰਤ ਨਹੀਂ, ਚਾਹੇ ਤੁਸੀਂ ਧਾਰਮਿਕ ਪਾਓ, ਕੋਈ ਅੰਤ ਨਹੀਂ ਉਹਦਾ। ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਪੜੋ, ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਇਸ ਨੂੰ ਵਿਚਾਰੋ ਤਾਂ ਕਿੰਨੇ ਐਂਗਲ ਨੇ ਵਿਚਾਰਨ ਦੇ। ਜੋ ਮੈਂ ਵਿਚਾਰ ਰਿਹਾ ਹਾਂ, ਇਸ ਦਾ ਐਂਡ ਨਹੀਂ ਹੈ, ਇੱਕ ਐਂਗਲ ਹੈ ਮੇਰਾ, ਮੈਨੂੰ ਐਵੇਂ ਸਮਝ ਪੈ ਰਹੀ ਹੈ। ਕਿਸੇ ਨੂੰ ਦੂਜੇ ਪਾਸਿਓਂ, ਤੀਜੇ ਪਾਸਿਓਂ ਕਿੰਨੇ ਪੱਖ ਨੇ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਕਿਸੇ ਵੀ ਪੱਖ ਤੋਂ ਵਿਚਾਰੋ ਗੁਰਬਾਣੀ ਨੂੰ, ਤੁਹਾਨੂੰ ਹਰ ਸ਼ੈ ਦਾ ਉੱਤਰ ਮਿਲੇਗਾ। ਤੁਹਾਡੀ ਕੋਈ ਪਰਿਵਾਰਕ, ਸਮਾਜਿਕ, ਰਾਜਨੀਤਿਕ ਸਮੱਸਿਆ ਹੈ, ਉਹਦਾ ਸੋਲੂਸ਼ਨ ਮਿਲੇਗਾ। ਕਿੰਨੇ ਕਿਸਮ ਦੀ ਵਿਦਿਆ ਹੈ, ਦੇਖੋ, ਫਿਜ਼ਿਕਸ ਹੈ, ਕੈਮਿਸਟਰੀ ਹੈ, ਮੈਥ ਹੈ, ਇਤਿਹਾਸ ਹੈ, ਹਿੰਦੀ ਹੈ, ਪੰਜਾਬੀ ਹੈ, ਸੰਸਕ੍ਰਿਤ ਹੈ। ਇਸ ਤੋਂ ਇਲਾਵਾ ਤਰਖਾਣੀ ਵਿਦਿਆ ਹੈ, ਇੱਟਾਂ ਗਾਰੇ ਦੀ ਵਿਦਿਆ ਹੈ। ਇਸ ਤੋਂ ਇਲਾਵਾ ਮਤਲਬ ਇੰਜੀਨੀਅਰ ਨੇ, ਵਿਗਿਆਨਿਕ ਨੇ, ਮਨੋਵਿਗਿਆਨਿਕ ਨੇ, ਮਨੋਚਿਕਿਤਸਕ ਨੇ, ਕੰਪਿਊਟਰ ਹੈ, ਕਿੰਨੀ ਵਿਦਿਆ ਹੈ। ਜੇ ਇਕੱਲੇ ਕੰਪਿਊਟਰ ਨੂੰ ਹੀ ਲੈ ਲਓ ਤੇ ਉਹਦੇ ਵੀ ਕਿੰਨੇ ਸਾਰੇ ਪੱਖ ਨੇ। ਕੋਈ ਕੰਪਿਊਟਰ ਐਪਲੀਕੇਸ਼ਨ ਦੀ ਗੱਲ ਕਰ ਰਿਹਾ ਹੈ, ਤੇ ਕੋਈ ਵੈਬ ਡਿਜ਼ਾਈਨਿੰਗ ਦੀ ਕਰ ਰਿਹਾ ਹੈ, ਔਰ ਇਸ ਤੋਂ ਇਲਾਵਾ ਕੰਪਿਊਟਰ ਸਾਇੰਸ ਦੀ ਗੱਲ ਕਰ ਰਿਹਾ ਹੈ। ਉਹਦੇ ਵਿੱਚ ਵੀ ਕਿੰਨੇ ਸਾਰੇ ਨੇ। ਅੱਗੇ ਆਫਿਸ ਹੈ, ਆਫਿਸ ਦੇ ਵਿੱਚ ਕਿੰਨੇ ਸਾਰੇ ਪਾਰਟ ਨੇ, ਕੋਈ ਅੰਤ ਹੈ? ਇੱਕ ਕੰਪਿਊਟਰ ਨੂੰ ਹੀ ਲਵੀਏ ਤੇ ਉਹਦਾ ਹੀ ਕੋਈ ਅੰਤ ਨਹੀਂ। ਜੇ ਇੰਜੀਨੀਅਰਿੰਗ ਦੀ ਗੱਲ ਕਰੀਏ ਤੇ ਕਿੰਨਾ ਲੰਬਾ ਚੌੜਾ ਵਿਸ਼ਾਲ ਹੈ, ਕੋਈ ਉਹਦਾ ਐਂਡ ਹੈ? ਜੇ ਸਾਇੰਸ ਦੀ ਵਿਦਿਆ ਦੀ ਗੱਲ ਕਰੀਏ, ਚਾਹੇ ਕੈਮਿਸਟਰੀ ਦੀ ਕਰ ਲਓ, ਫਿਜ਼ਿਕਸ ਦੀ ਕਰ ਲਓ, ਮੈਥ ਦੀ ਕਰ ਲਓ, ਇਹਦਾ ਕੋਈ ਐਂਡ ਹੈ ਹੀ ਨਹੀਂ ਹੈ। ਪਹਿਲੀ ਗੱਲ, ਇਸ ਔਖੀ ਵਿਦਿਆ ਇਸ ਸੰਸਾਰ ਦੇ ਅੰਦਰ ਕਿੰਨੀ ਹੈ। ਕੋਈ ਇਸ ਰਾਹੀਂ ਉਹਦੇ ਹੀ ਗੁਣ ਗਾ ਰਿਹਾ ਹੈ, ਉਹਦੀ ਹੀ ਵਿਚਾਰ ਕਰ। ਤੇ ਦੂਜੀ ਗੱਲ, ਨਿਰੀ ਵਿਚਾਰ ਨਹੀਂ ਕਰ ਰਿਹਾ, ਲੋਕ ਇਸ ਵਿਦਿਆ ਨੂੰ ਪਾ ਰਹੇ ਨੇ, ਇਸ ਵਿਦਿਆ ਤੋਂ ਕੰਮ ਲੈ ਰਹੇ ਨੇ। ਜੇ ਲੋਕਾਂ ਨੇ ਇਸ ਵਿਦਿਆ ਤੋਂ ਕੰਮ ਨਾ ਲਿਆ ਹੁੰਦਾ ਤਾਂ ਅੱਜ ਸਾਡੀ ਜ਼ਿੰਦਗੀ ਇਹ ਨਹੀਂ ਸੀ ਹੋਣੀ। ਵਿਦਿਆ ਨੂੰ ਇੱਕ ਪਾਸੇ ਕਰ ਦਿਓ, ਮਨੁੱਖੀ ਜ਼ਿੰਦਗੀ ਚੋਂ ਵਿਦਿਆ ਨੂੰ ਲਾਂਭੇ ਕਰ ਦਿਓ, ਬੰਦਾ ਪਸ਼ੂ ਯੁੱਗ ਵਿੱਚ ਚਲਾ ਜਾਏਗਾ, ਇੱਕ ਜੰਗਲੀ ਜਾਨਵਰਾਂ ਵਰਗਾ ਹੋ ਜਾਏਗਾ। ਬੰਦੇ ਦੇ ਕੋਲ ਜਾਨਵਰ ਨਾਲੋਂ ਦੋ ਚੀਜ਼ਾਂ ਹੀ ਜ਼ਿਆਦੀਆਂ ਨੇ ਨਾ। ਇੱਕ ਇਹਦੇ ਕੋਲ ਸ਼ਬਦਾਵਲੀ ਹੈ, ਇਹਦੇ ਕੋਲ ਗਿਆਨ ਹੈ, ਇਹਦੇ ਨਾਲ ਹੱਥਾਂ ਪੈਰਾਂ ਦੇ ਨਾਲ ਕੰਮ ਕਰ ਸਕਦਾ ਹੈ, ਆਪਣੀ ਵਿਚਾਰ ਦੂਜੇ ਤੱਕ ਪਹੁੰਚਾ ਸਕਦਾ ਹੈ, ਦੂਜੇ ਤੋਂ ਲੈ ਸਕਦਾ ਹੈ। ਤਾਂ ਸਾਡੇ ਕੋਲ ਕਿੰਨੀ ਸੰਭਾਵਨਾ ਹੈ। ਕੁਛ ਨਾ ਕੁਛ ਸਿੱਖਦੇ ਰਹੋ, ਹਰ ਉਮਰ ਦੇ ਅੰਦਰ ਸਿੱਖਿਆ ਜਾ ਸਕਦਾ ਹੈ। ਅਸੀਂ ਕਈ ਵਾਰ ਢੇਰੀ ਢਾਹ ਕੇ ਬਹਿ ਜਾਂਦੇ ਹਾਂ ਵੀ ਹੁਣ ਤੇ ਬੁੱਢੇ ਹੋ ਗਏ, ਹੁਣ ਕੁਛ ਨਹੀਂ। ਕਿਉਂ ਨਹੀਂ? ਕੁਛ ਬਹੁਤ ਕੁਛ ਸਿੱਖਣ ਵਾਸਤੇ। ਕੁਛ ਨਾ ਕੁਛ ਨਵਾਂ ਸਿੱਖਦੇ ਰਹੋ, ਉਹਦੇ ਨਾਲ ਤੁਹਾਡਾ ਮਨ ਵੀ ਲੱਗਾ ਰਹੇਗਾ, ਉਸ ਦੇ ਨਾਲ ਤੁਸੀਂ ਪਰੇਸ਼ਾਨ ਵੀ ਨਹੀਂ ਹੋਗੇ, ਇਕੱਲਾਪਨ ਮਹਿਸੂਸ ਨਹੀਂ ਹੋਏਗਾ। ਜਿਨ੍ਹਾਂ ਦੇ ਕੋਲ ਕੋਈ ਵੀ ਗੁਣ ਨਹੀਂ, ਉਹ ਕੁਛ ਨਾ ਕੁਛ ਸਿੱਖੋ। ਸਬਜ਼ੀ ਬਣਾਉਣਾ ਸਿੱਖ ਲਓ, ਹੋਰ ਕੁਛ ਨਹੀਂ। ਘਰ ਵਿੱਚ ਜ਼ਿਆਦਾ ਨਹੀਂ ਤੇ ਗਾਰਡਨਿੰਗ ਕਰਨੀ ਸਿੱਖ ਲਓ, ਹੋਰ ਕੁਛ ਨਹੀਂ ਤੇ ਹੁਣ ਜੇ ਬਜ਼ੁਰਗ ਹੋ ਗਿਆ, ਘਰ ਵਿੱਚ ਝਾੜੂ ਹੀ ਦੇ ਲਓ। ਜ਼ਿਆਦਾ ਨਹੀਂ ਤੇ ਆਪਣੇ ਕੱਪੜੇ ਤੈਅ ਕਰਨੇ ਸਿੱਖ ਲਓ।
ਜ਼ਰੂਰੀ ਥੋੜੀ ਵੀ ਬੀਬੀਆਂ ਨੂੰ ਕਹਿਣਾ ਵੀ ਕਰ ਦਿਓ। ਕਹਿਣ ਤੋਂ ਭਾਵ ਕਿ ਕਿਸੇ ਵੀ ਉਮਰ ਦੇ ਅੰਦਰ ਕਦੀ ਵੀ ਕੁਝ ਵੀ ਸਿੱਖਿਆ ਜਾ ਸਕਦਾ ਹੈ। ਤਾਂ ਅਨੰਤ ਕਿਸਮ ਦੀ ਵਿਦਿਆ ਹੈ, ਇਹਦਾ ਕੋਈ ਅੰਤ ਨਹੀਂ। ਬੇਨਤੀ ਕਰਾਂ, ਹੁਣ ਵਿਦਿਆ ਦੀ ਗੱਲ ਜੇਕਰ ਅਸੀਂ ਕਰਦੇ ਹਾਂ ਤਾਂ ਮੈਂ ਪਿੱਛੇ ਦੋ ਗੱਲਾਂ ਆਪ ਦੇ ਨਾਲ ਕਹੀਆਂ ਸਨ ਨਾ, ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ, ਕਿ ਜੇ ਪ੍ਰਭੂ ਨੂੰ ਭਾ ਜਾਏ ਤੇ ਪ੍ਰਭੂ ਬਿਨਾਂ ਸਵਾਸ ਤੋਂ ਰੱਖ ਲੈਂਦਾ। ਯਾਨੀ ਇਹ ਜਿਹੜੀ ਚੀਜ਼ ਹੈ ਇਸ ਦੁਨੀਆ ਦੇ ਵਿੱਚ ਹੈ। ਕਿਵੇਂ ਹੈ? ਹੁਣ ਅਸੀਂ ਸਵਾਸ ਲੈਂਦੇ ਹਾਂ, ਆਕਸੀਜਨ ਅੰਦਰ ਜਾਂਦੀ ਹੈ, ਫੇਫੜਿਆਂ ਰਾਹੀਂ ਸਾਡੇ ਖੂਨ ਦੇ ਅੰਦਰ ਸਰਕਲ ਕਰਦੀ ਹੈ, ਬਲੱਡ ਸਰਕੂਲੇਟ ਹੁੰਦਾ ਹੈ, ਆਕਸੀਜਨ ਸਰਕੂਲੇਟ ਕਰਦੀ, ਅਸੀਂ ਜਿੰਦਾ ਹਾਂ। ਤਾਂ ਵਿਦਿਆਵਾਨਾਂ ਨੇ ਇਸ ਚੀਜ਼ ਨੂੰ ਵਿਚਾਰਿਆ ਕਿ ਆਕਸੀਜਨ ਸਾਡੇ ਖੂਨ ਵਿੱਚ ਸਰਕੂਲੇਟ ਕਰਦੀ ਹੈ ਤਾਂ ਅਸੀਂ ਜਿੰਦਾ ਹਾਂ। ਤਾਂ ਅਮਰੀਕਾ ਦੇ ਡਾਕਟਰਾਂ ਨੇ ਆਕਸੀਜਨ ਨੂੰ ਪ੍ਰੋਟੀਨ ਦੇ ਵਿੱਚ ਮਿਲਾ ਕੇ ਖੂਨ ਵਿੱਚ ਦਿੱਤਾ ਇੰਜੈਕਸ਼ਨ। ਇੱਕ ਬੰਦੇ ਦਾ ਆਪਰੇਸ਼ਨ ਕੀਤਾ, ਉਹਨੂੰ ਨੱਕ ਰਾਹੀਂ ਆਕਸੀਜਨ ਨਹੀਂ ਦਿੱਤੀ, ਅੱਧਾ ਘੰਟਾ ਬੰਦਾ ਬਿਨਾਂ ਸਵਾਸ ਤੋਂ ਜਿੰਦਾ ਹੈ, ਕਿਉਂਕਿ ਲੋੜ ਤਾਂ ਆਕਸੀਜਨ ਦੀ ਹੈ। ਹੁਣ ਇਸ ਵਿਦਿਆ ਦੇ ਨਾਲ ਕਿੰਨਾ ਵੱਡਾ ਕੰਮ ਹੋਇਆ ਨਾ। ਅੰਧਲੇ ਤ੍ਰਿਪਵਨ ਸੂਝਿਆ ਗੁਰ ਭੇਟ ਪੁਨੀਤਾ, ਵਿਦਿਆਵਾਨਾਂ ਨੇ ਖੋਜ ਕੀਤੀ ਕਿ ਅੱਖ ਕਿਵੇਂ ਵੇਖਦੀ ਹੈ, ਇਸ ਸਿਸਟਮ ਨੂੰ ਵਿਚਾਰਿਆ। ਸਾਡਾ ਲੈਂਸ ਕਮਜ਼ੋਰ ਹੋ ਜਾਂਦਾ ਹੈ ਜਾਂ ਲੈਂਸ ਦੇ ਅੱਗੇ ਕੁਝ ਆ ਜਾਂਦਾ ਹੈ ਜਿਹਨੂੰ ਅਸੀਂ ਮੋਤੀਆ ਆਦਿ ਕਹਿ ਦਿੰਦੇ ਹਾਂ, ਤਾਂ ਲੈਂਸ ਬਦਲ ਦਿੱਤਾ, ਨਵੇਂ ਲੈਂਸ ਪਾ ਦਿੱਤੇ। ਲੈਂਸ ਤੱਕ ਹੀ ਗੱਲ ਸੀ, ਲੇਕਿਨ ਇਹਦੀ ਅੱਗੇ ਹੋਰ ਖੋਜ ਕੀਤੀ। ਜਿਹੜੇ ਵਿਦਿਆਵਾਨ ਪੜ੍ਹੇ ਲਿਖੇ ਲੋਕ ਨੇ, ਸਾਇੰਸਦਾਨ ਨੇ, ਡਾਕਟਰ ਨੇ, ਉਹਨਾਂ ਨੇ ਹੋਰ ਖੋਜ ਕੀਤੀ। ਉਹਨਾਂ ਨੇ ਵੇਖਿਆ ਵੀ ਕਈਆਂ ਦਾ ਲੈਂਸ ਤਾਂ ਬਿਲਕੁਲ ਠੀਕ ਹੈ, ਫਿਰ ਵੀ ਨਹੀਂ ਦਿਸ ਰਿਹਾ। ਤਾਂ ਸਮਝ ਆਈ ਕਿ ਜੋ ਪਿਛਲੀਆਂ ਨਾੜੀਆਂ ਨੇ ਉਹ ਕਮਜ਼ੋਰ ਹੋ ਗਈਆਂ ਨੇ, ਦਿਮਾਗ ਤੱਕ ਸੂਚਨਾ ਪਹੁੰਚਾਉਂਦੀਆਂ ਨੇ, ਅੱਖਾਂ ਤਾਂ ਸਾਨੂੰ ਦਿਸਦਾ। ਤਾਂ ਅੱਜ ਵਿਗਿਆਨਕਾਂ ਨੇ ਰੈਟੀਨਾ ਹੀ ਬਣਾ ਦਿੱਤਾ, ਪੂਰਾ ਡੇਲਾ ਹੀ ਬਣਾ ਦਿੱਤਾ। ਉਹਦੇ ਪਿੱਛੇ ਇੱਕ ਚਿਪ ਹੋਏਗੀ, ਆਪਰੇਸ਼ਨ ਕਰਕੇ ਦਿਮਾਗ ਨਾਲ ਕਨੈਕਸ਼ਨ ਦਿੱਤਾ ਜਾਏਗਾ। ਜਿਹੜੇ ਜਮਾਂਦਰੂ ਅੰਨੇ ਬੰਦੇ ਨੇ ਉਹ ਵੀ ਦੇਖ ਸਕਣਗੇ, ਆਉਣ ਵਾਲੇ ਟਾਈਮ 'ਚ ਦੇਖ ਸਕਣਗੇ। ਤਾਂ ਕਿੰਨਾ ਪਸਾਰਾ ਹੈ ਵਿਦਿਆ ਦਾ, ਇਹਦਾ ਕੋਈ ਅੰਤ ਨਹੀਂ। ਕੋਈ ਰੱਬ ਦੇ ਇਸ ਗੁਣ ਨੂੰ ਗਾ ਰਿਹਾ ਹੈ, ਉਹਦੇ ਤੋਂ ਕੁਰਬਾਨ ਜਾ ਰਿਹਾ ਕਿ ਦਾਤਾ ਕੁਰਬਾਨ ਤੇਰੇ ਤੋਂ, ਤੂੰ ਇੰਨੀ ਵੱਡੀ ਵਿਦਿਆ ਬੰਦੇ ਦੇ ਅੰਦਰ ਰੱਖੀ ਹੈ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਦਾ ਮਤਲਬ ਕੋਈ ਗਾਉਂਦਾ ਹੈ। ਕਿਸੇ ਦਾ ਵਿਦਿਆ ਵਾਲਾ ਐਂਗਲ ਹੈ, ਕਿਸੇ ਦਾ ਗੁਣਾ ਵਾਲਾ ਹੈ, ਕਿਸੇ ਦਾ ਬਲ ਵਾਲਾ ਹੈ, ਕੋਈ ਉਹਦੀਆਂ ਦਾਤਾਂ ਨੂੰ ਵੇਖ ਰਿਹਾ ਹੈ, ਪਰ ਕੋਈ ਉਹਨੂੰ ਇਹ ਵੇਖ ਰਿਹਾ ਹੈ ਕਿ ਸਾਜ ਕਰੇ ਤਨ ਖੇ, ਕਿ ਬੰਦਿਆਂ ਦੇ ਜੀਵਾਂ ਦੇ ਤਨ ਨੂੰ ਉਹ ਬਣਾਉਂਦਾ ਹੈ ਔਰ ਫਿਰ ਉਹਨੂੰ ਖੇ ਕਰ ਦਿੰਦਾ ਹੈ, ਮਿਟਾ ਦਿੰਦਾ ਹੈ। ਯਾਨੀ ਜਨਮ ਔਰ ਮੌਤ ਨੂੰ ਵੇਖ ਰਿਹਾ ਹੈ ਕੋਈ ਬੰਦਾ। ਕਿੰਨੇ ਜੀਵ ਇਸ ਦੁਨੀਆ ਦੇ ਉੱਤੇ ਆਏ, ਉਹਨਾਂ ਨੇ ਜ਼ਿੰਦਗੀ ਜੀਵੀ, ਆਖਿਰ ਉਹ ਚਲੇ ਗਏ। ਕਿੰਨੇ ਰੁੱਖ ਦਰਖਤ ਇਸ ਦੁਨੀਆ ਵਿੱਚ ਪੈਦਾ ਹੋਏ, ਵਧੇ, ਉਹਨਾਂ ਨੇ ਫੁੱਲ ਦਿੱਤੇ, ਫਲ ਦਿੱਤੇ, ਛਾਇਆ ਦਿੱਤੀ, ਆਖਿਰ ਉਹ ਸੁੱਕ ਗਏ, ਲੱਕੜਾਂ ਨੂੰ ਜਲਾ ਦਿੱਤਾ, ਖਾਕ ਹੋ ਗਏ। ਕਿੰਨੇ ਰਾਜੇ ਬਾਦਸ਼ਾਹ ਇਸ ਦੁਨੀਆ ਵਿੱਚ ਆਏ, ਕਿੰਨੇ ਸਾਰੇ ਤਾਰੇ ਨਵੇਂ ਬਣਦੇ ਨੇ, ਮਿਟ ਜਾਂਦੇ ਨੇ। ਕਿੰਨੇ ਸਾਰੇ ਸੈੱਲ, ਲੱਖਾਂ ਸੈੱਲ ਸਾਡੇ ਸਰੀਰ ਵਿੱਚ ਰੋਜ਼ ਨਵੇਂ ਪੈਦਾ ਹੁੰਦੇ ਨੇ, ਰੋਜ਼ ਮਰਦੇ ਨੇ। ਕਿੰਨੇ ਪਸ਼ੂ ਪੰਛੀ ਜਨਮ ਲੈ ਰਹੇ ਨੇ, ਮਰ ਰਹੇ ਨੇ। ਕਿੰਨਾ ਸਾਰਾ ਬੈਕਟੀਰੀਆ ਪੈਦਾ ਹੋ ਰਿਹਾ ਹੈ, ਮਰ ਰਿਹਾ ਹੈ। ਯਾਨੀ ਤਨ ਸਾਜਦਾ ਹੈ ਔਰ ਸਾਜ ਕੇ ਖੇ ਕਰ ਦਿੰਦਾ ਹੈ। ਉਹ ਜਨਮ ਤੋਂ ਲੈ ਕੇ ਮੌਤ ਤੱਕ ਉਹਦੀ ਦ੍ਰਿਸ਼ਟੀ ਹੈ, ਜੀਵਨ ਨੂੰ ਵੇਖ ਰਿਹਾ ਹੈ। ਔਰ ਇਸ ਜਨਮ ਤੋਂ ਲੈ ਕੇ ਮਰਨ ਤੱਕ ਦੀ ਖੋਜ ਕੀਤੀ ਗਈ ਹੈ, ਡਾਕਟਰਾਂ ਨੇ ਕੀਤੀ ਹੈ, ਕਰ ਰਹੇ ਨੇ। ਧਾਰਮਿਕ ਲੋਕ ਆਪਣੇ ਤਲ ਤੇ ਖੋਜ ਰਹੇ ਨੇ, ਡਾਕਟਰ ਲੋਕ ਆਪਣੇ ਤਲ ਤੇ ਖੋਜ ਰਹੇ ਨੇ, ਬੰਦਾ ਕਿਵੇਂ ਜਨਮ ਲੈਂਦਾ ਹੈ, ਕਿਵੇਂ ਉਸ ਦਾ ਵਿਕਾਸ ਹੁੰਦਾ ਹੈ, ਕਿਵੇਂ ਉਹ ਵਿਨਾਸ਼ ਵੱਲ ਚਲਾ ਜਾਂਦਾ ਹੈ, ਕਿਵੇਂ ਇਹਦੇ ਵਿੱਚ ਰੋਗ ਪੈਦਾ ਹੋ ਜਾਂਦੇ ਨੇ, ਕਿਵੇਂ ਉਹਨਾਂ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਟਰਾਈ ਚੱਲ ਰਹੀ ਹੈ, ਕਰ ਰਹੇ ਨੇ, ਲੇਕਿਨ ਇਹਦਾ ਐਂਡ ਨਹੀਂ। ਇਹ ਕਦੋਂ ਤੱਕ ਸਿਲਸਿਲਾ ਚੱਲੇਗਾ, ਇਹਦਾ ਕੋਈ ਅੰਤ ਨਹੀਂ ਹੈ। ਅਨੰਤ ਲੋਕ ਆਏ ਔਰ ਅਨੰਤ ਲੋਕ ਚਲੇ ਗਏ, ਕਿਸੇ ਦਾ ਨਜ਼ਰੀਆ ਇਹ ਹੈ, ਇੱਥੋਂ ਤੱਕ ਹੀ ਸੋਚਦਾ ਹੈ। ਲੇਕਿਨ ਦੂਜੇ ਬੰਦੇ ਦਾ ਨਜ਼ਰੀਆ ਇਸ ਤੋਂ ਅੱਗੇ ਹੈ, ਉਹ ਦੂਜੇ ਪੱਖ ਤੋਂ ਸੋਚਦਾ ਹੈ। ਗਾਵੇ ਕੋ ਜੀ ਲੈ ਫਿਰ ਦੇ, ਕੋਈ ਉਹਨੂੰ ਗਾ ਰਿਹਾ ਕਿ ਰੱਬ ਜਿੰਦ ਲੈ ਲੈਂਦਾ ਹੈ ਤੇ ਫਿਰ ਉਹਨੂੰ ਨਵੀਂ ਜਿੰਦ ਦੇ ਦਿੰਦਾ ਹੈ, ਨਵਾਂ ਅੱਗੇ ਫਿਰ ਦੇ ਦਿੰਦਾ ਜੀਵਨ।
ਦੂਜਾ ਬੰਦਾ ਇਹ ਸੋਚ ਰਿਹਾ ਹੈ, ਇੱਕ ਤੇ ਇਹ ਸੋਚਦਾ ਹੈ ਕਿ ਉਹ ਤਨ ਸਾਜਦਾ ਹੈ ਤੇ ਖਤਮ ਕਰ ਦਿੰਦਾ ਹੈ, ਤੇ ਦੂਜਾ ਬੰਦਾ ਸੋਚਦਾ ਹੈ ਵੀ ਮੇਰਾ ਖਤਮ ਹੀ ਨਹੀਂ ਹੁੰਦਾ, ਉਹਨੂੰ ਫਿਰ ਦੇ ਦਿੰਦਾ ਹੈ, ਫਿਰ ਤਨ ਦੇ ਦਿੰਦਾ ਹੈ। ਕਿਵੇਂ ਦੇ ਦਿੰਦਾ ਹੈ? ਸੋਚ ਹੈ ਨਾ, ਆਪਣਾ ਐਂਗਲ ਹੈ ਨਾ। ਦੇਖੋ, ਇੱਕ ਵਰਕਸ਼ ਉੱਗਿਆ, ਉਸ ਦੇ ਨਾਲ ਇੱਕ ਪੱਤਾ ਲੱਗਾ, ਬਹੁਤ ਸਾਰੇ ਪੱਤੇ ਨੇ ਪਰ ਮੈਂ ਇੱਕ ਪੱਤੇ ਦੀ ਗੱਲ ਕਰ ਰਿਹਾ। ਪੱਤਾ ਕਰੂੰਬਲ ਬਣੀ, ਉਹ ਪੱਤੇ ਜਿਹੜੇ ਨੇ ਹਰੇ ਹੋ ਕੇ ਵੱਡੇ ਪੱਤੇ ਹੋਏ, ਬਸੰਤ ਬਹਾਰ ਆਈ, ਰੁੱਖ ਐਨ ਫਲਾਂ ਦੇ ਨਾਲ ਫੁੱਲਾਂ ਦੇ ਨਾਲ ਲੱਦਿਆ ਗਿਆ। ਹੌਲੇ ਹੌਲੇ ਬਸੰਤ ਬਹਾਰ ਖਤਮ ਹੁੰਦੀ ਗਈ, ਪਤਝੜ ਆ ਗਿਆ, ਪੱਤੇ ਹਰੇ ਤੋਂ ਪੀਲੇ ਪੈਣੇ ਸ਼ੁਰੂ ਹੋ ਗਏ, ਉਹਨਾਂ ਦੀਆਂ ਡੰਡੀਆਂ ਕਮਜ਼ੋਰ ਹੋ ਗਈਆਂ, ਰੁੱਖ ਦੇ ਨਾਲ ਉਹ ਸੰਬੰਧ ਟੁੱਟ ਗਿਆ ਤੇ ਪੱਤੇ ਜ਼ਮੀਨ ਤੇ ਡਿੱਗ ਪਏ। ਇੱਕ ਨੇ ਸਿਰਫ ਇੱਥੋਂ ਤੱਕ ਹੀ ਵੇਖਿਆ, ਸਾਜ ਕਰੇ ਤਨਖੇ, ਕਿ ਪੱਤੇ ਫੁੱਲ ਫਲ ਲਾਂਦਾ ਹੈ ਤੇ ਉਹਨਾਂ ਨੂੰ ਮਿਟਾ ਦਿੰਦਾ ਹੈ। ਪਰ ਦੂਜੇ ਬੰਦੇ ਨੇ ਅੱਗੇ ਸਰਚ ਕੀਤੀ ਕਿ ਇਹ ਪੱਤਿਆਂ ਦਾ ਬਣਦਾ ਕੀ ਹੈ। ਉਹਨੇ ਵੇਖਿਆ ਕਿ ਇਹ ਪੱਤੇ ਜੜ੍ਹਾਂ ਦੇ ਵਿੱਚ ਫਿਰ ਡਿੱਗ ਰਹੇ ਨੇ, ਇਹਨਾਂ ਦੇ ਉੱਤੇ ਬਰਸਾਤ ਪੈ ਰਹੀ ਹੈ, ਬਰਸਾਤ ਪੈਣ ਦੇ ਨਾਲ ਇਹ ਪੱਤੇ ਗਲ ਗਏ ਨੇ, ਗਲ ਕੇ ਇਹ ਮਿੱਟੀ ਦੇ ਵਿੱਚ ਮਿਲ ਗਏ ਨੇ, ਤੇ ਮਿੱਟੀ ਦੇ ਵਿੱਚ ਖੁਰਾਕ ਬਣ ਕੇ ਫਿਰ ਉਸ ਰੁੱਖ ਦੇ ਉੱਤੇ ਜਾ ਲੱਗੇ ਨੇ, ਫਿਰ ਉਸ ਰੁੱਖ ਦੇ ਉੱਤੇ ਜਾ ਲੱਗੇ ਨੇ, ਫਿਰ ਉਹਨਾਂ ਨੂੰ ਤਨ ਮਿਲ ਗਿਆ ਨਾ। ਅੱਗੇ ਫਿਰ ਜੀਵਨ, ਯਾਨੀ ਐਂਡ ਨਹੀਂ ਹੋਇਆ, ਰੀਸਾਈਕਲਿੰਗ ਹੋ ਗਈ। ਕਿਸੇ ਨੇ ਵੇਖਿਆ ਕਿ ਬੰਦੇ ਮਰੇ, ਜੰਮੇ ਔਰ ਜੰਮ ਕੇ ਮਰ ਗਏ, ਲੇਕਿਨ ਗੁਰੂ ਅਰਜਨ ਦੇਵ ਜੀ ਕੀ ਵੇਖਦੇ ਨੇ? ਉਹ ਕਹਿੰਦੇ ਨੇ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੁਆ ਰੇ ਕੌਣ ਮੁਆ, ब्रह्म ज्ञानी मिल करो बिचारा एह तो चलत गया, अगली किछ खबर ना पाई, रोवन हार पी ऊट सिधाई, परम हो के बांधे बंध, सुपन पिया पखलाए अंध। ते अखीर विच कहंदे ने, ना नह को मुआ नह मरने जोग, कि कोई मरदा नहीं, कोई मरन जोगा नहीं, कहो नानक गुर परम चुकाया, ना को मरे ना आवे जाया, कोई मरदा नहीं, कोई आउंदा नहीं, कोई जांदा नहीं। ਹੁਣ ਇੱਕ ਨੇ ਤੇ ਇੱਥੋਂ ਤੱਕ ਹੀ ਵੇਖਿਆ ਕਿ ਬੰਦਾ ਜੰਮਿਆ ਔਰ ਮਰ ਗਿਆ, ਪਰ ਗੁਰੂ ਜੀ ਇਸ ਤੋਂ ਅਗਲੀ ਦ੍ਰਿਸ਼ਟੀ ਦੇ ਰਹੇ ਨੇ। ਇਹ ਧਿਆਨ ਦੇਣਾ, ਜਿਸ ਦਿਨ ਮੈਂ ਮਰਾਂਗਾ, ਮੇਰੇ ਤੋਂ ਬਾਅਦ ਵਾਲੇ ਜਿਹੜੇ ਤੁਸੀਂ ਭੈਣ ਵੀਰ ਹੋ, ਕਹਿ ਦੋਗੇ ਕਿ ਮੋਹਰ ਸਿੰਘ ਮਰ ਗਿਆ, ਖਤਮ ਹੋ ਗਿਆ, ਉਹਨੂੰ ਸਾੜ ਆਏ ਆ, ਸੰਸਕਾਰ ਕਰ ਦਿੱਤਾ। ਤੁਹਾਡੇ ਖਿਆਲ ਵਿੱਚ ਮੈਂ ਮਰ ਜਾਵਾਂਗਾ, ਮੇਰੇ ਪਰਿਵਾਰ ਦੇ ਖਿਆਲ 'ਚ ਮੈਂ ਮਰ ਜਾਵਾਂਗਾ, ਖਤਮ ਹੋ ਜਾਵਾਂਗਾ, ਲੇਕਿਨ ਜਿਹਦੀ ਦ੍ਰਿਸ਼ਟੀ ਇਹਦੇ ਤੋਂ ਅੱਗੇ ਹੈ, ਉਹ ਵੇਖੇਗਾ ਕਿ ਮਰਿਆ ਤੇ ਯਾਰ ਕੁਛ ਵੀ ਨਹੀਂ। ਇਸ ਤਨ ਦੇ ਅੰਦਰ 5 ਤੱਤ ਸਨ, ਹਵਾ, ਪਾਣੀ, ਅਗਨੀ ਆਦਿਕ। ਜਦੋਂ ਉਹਨੇ ਗਹੁ ਦੇ ਨਾਲ ਵੇਖਿਆ ਕਿ ਅੱਗ ਦੇ ਵਿੱਚ ਸਰੀਰ ਨੂੰ ਸਾੜਿਆ, ਤਾਂ ਜਿਹੜਾ 70% ਪਾਣੀ ਸੀ ਸਰੀਰ ਵਿੱਚ, ਉਹ ਵਾਸ਼ਪ ਬਣ ਕੇ ਆਕਾਸ਼ ਵਿੱਚ ਉੱਡ ਗਿਆ। ਸਰੀਰ ਵਿੱਚ ਜੋ ਹਵਾ ਸੀ, ਉਹ ਹਵਾ ਵਿੱਚ ਮਿਲ ਗਈ। ਸਰੀਰ ਵਿੱਚ ਜੋ ਧਰਤੀ ਦੇ ਤੱਤ ਸਨ, ਆਇਰਨ ਵਗੈਰਾ, ਕੈਲਸ਼ੀਅਮ ਵਗੈਰਾ, ਦੂਜਾ ਤੀਜਾ, ਇਹ ਸਾਰੇ ਸੜ ਕੇ ਰਾਖ ਹੋ ਗਏ, ਇਹ ਮਿੱਟੀ ਵਿੱਚ ਮਿਲ ਗਏ, ਮਿੱਟੀ ਦਾ ਹਿੱਸਾ ਮਿੱਟੀ ਵਿੱਚ ਮਿਲ ਗਿਆ। ਸਰੀਰ ਅੰਦਰਲੀ ਅੱਗ ਅੱਗ ਵਿੱਚ ਮਿਲ ਗਈ, ਪਾਣੀ ਪਾਣੀ ਵਿੱਚ ਮਿਲ ਗਿਆ, ਹਵਾ ਹਵਾ ਵਿੱਚ ਮਿਲ ਗਈ, ਤੇ ਇਹਨਾਂ ਤੱਤਾਂ ਦੇ ਅੰਦਰ ਜੋ ਐਨਰਜੀ ਸੀ, ਉਹ ਐਨਰਜੀ ਵਿੱਚ ਮਿਲ ਗਈ। ਫਿਰ ਕੀ ਹੋਇਆ? ਅੱਗੇ ਕੀ ਹੋਇਆ? ਜਿਹੜਾ ਸਰੀਰ ਚੋਂ ਪਾਣੀ ਵਾਸ਼ਪ ਬਣ ਕੇ ਉੱਡਿਆ ਸੀ, ਉਹਨੂੰ ਜਦੋਂ ਉੱਤੇ ਠੰਡਕ ਮਿਲੀ, ਉਹ ਤਰੇਲ ਬਣ ਕੇ ਜਾਂ ਬਰਸਾਤ ਦੇ ਪਾਣੀ ਨਾਲ ਪਾਣੀ ਬਣ ਕੇ ਫਿਰ ਧਰਤੀ ਤੇ ਵਰਸ ਗਿਆ। ਉਹ ਕਿਤੇ ਹੋਰ ਜੀਵਨ ਦੇ ਰਿਹਾ। ਜੋ ਹਵਾ ਸਰੀਰ ਦੀ ਹਵਾ ਵਿੱਚ ਮਿਲੀ ਸੀ, ਉਹ ਦੂਜਿਆਂ ਨੂੰ ਜੀਵਨ ਦੇ ਰਹੀ ਹੈ। ਰੁੱਖਾਂ ਨੇ ਸਾਹ ਲਿਆ ਤੇ ਉਹਨਾਂ ਨੇ ਅੱਗੇ ਕਾਰਬਨ ਡਾਈਆਕਸਾਈਡ ਨੂੰ ਲਿਆ ਤੇ ਆਕਸੀਜਨ ਕੱਢ ਦਿੱਤੀ। ਆਕਸੀਜਨ ਦਾ ਸਾਥ ਤੁਸੀਂ ਲਓਗੇ, ਮੈਂ ਲਵਾਂਗਾ। ਪਾਣੀ ਪਾਣੀ ਵਿੱਚ ਮਿਲ ਗਿਆ, ਹਵਾ ਹਵਾ ਵਿੱਚ ਮਿਲ ਗਈ, ਮਿੱਟੀ ਦੇ ਤੱਤ ਮਿੱਟੀ ਵਿੱਚ ਮਿਲ ਗਏ। ਉਹ ਮਿੱਟੀ ਕਿਤੇ ਹੋਰ ਜੀਵਨ ਦੇ ਰਹੀ ਹੈ, ਪ੍ਰਫੁੱਲਤ ਹੋ ਰਹੀ ਹੈ। ਐਨਰਜੀ ਐਨਰਜੀ ਵਿੱਚ ਮਿਟਿਆ ਤੇ ਕੁਛ ਵੀ ਨਹੀਂ। ਦੂਜੇ ਦੀ ਦ੍ਰਿਸ਼ਟੀ ਅੱਗੇ ਹੈ, ਇੱਕ ਇਸ ਐਂਗਲ ਤੋਂ ਸੋਚਦਾ ਹੈ ਕਿ ਗਾਵੇ ਕੋ ਸਾਜ ਕਰੇ ਤਨਖੇ, ਕਿ ਰੱਬ ਤਨ ਸਾਜਦਾ ਤੇ ਖਤਮ ਕਰ ਦਿੰਦਾ ਹੈ। ਇੱਕ ਐਵੇਂ ਗਾ ਰਿਹਾ, ਤੇ ਦੂਜਾ ਕਹਿੰਦਾ ਗਾਵੇ ਕੋ ਜੀ ਲੈ ਫਿਰ ਦੇਹ, ਕਿ ਜੀ ਲੈ ਲੈਂਦਾ ਤੇ ਫਿਰ ਉਹਨੂੰ ਅੱਗੇ ਜੀਵਨ ਦੇ ਦਿੰਦਾ। ਜੀਵਨ ਖਤਮ ਨਹੀਂ ਹੁੰਦਾ, ਰੀਸਾਈਕਲਿੰਗ ਹੋ ਜਾਂਦੀ ਹੈ।
ਦੂਜਾ ਇਸ ਤਰ੍ਹਾਂ ਗਾ ਰਿਹਾ ਹੈ, ਐਂਗਲ ਹੈ, ਸੋਚ ਹੈ, ਪਰ ਉਹਦਾ ਅੰਤ ਨਹੀਂ ਹੈ। ਅਗਲਾ ਬਚਨ ਕਰਦੇ ਨੇ, ਗਾਵੇ ਕੋ ਜਾਪੈ ਦਿਸੈ ਦੂਰ। ਕੋਈ ਰੱਬ ਨੂੰ ਗਾ ਰਿਹਾ ਕਿ ਉਹ ਜਾਪਦਾ ਤੇ ਹੈ ਤੇ ਸਹੀ ਹੈ, ਪਰ ਦਿਸੈ ਦੂਰ, ਉਹਦੀ ਪ੍ਰਾਪਤੀ ਬੜੀ ਦੂਰ ਹੈ, ਬੜਾ ਦੂਰ ਰਹਿੰਦਾ ਹੈ, ਉਹ ਨੇੜੇ ਨਹੀਂ ਹੈ, ਬਹੁਤ ਦੂਰ ਹੈ, ਉਹਨੂੰ ਪ੍ਰਾਪਤ ਕਰਨਾ ਬੜਾ ਔਖਾ ਹੈ, ਬੜਾ ਦੂਰ ਹੈ ਉਹ। ਕੋਈ ਐਵੇਂ ਗਾ ਰਿਹਾ ਕਿ ਉਹ ਦੂਰ ਹੈ, ਉੱਤੇ ਕਿਤੇ ਤਾਰਕਾ ਮੰਡਲ ਵਿੱਚ ਬੈਠਾ ਹੈ, ਇਸ ਬ੍ਰਹਿਮੰਡ ਤੋਂ ਪਾਰ ਕਿਤੇ ਬੈਠਾ ਹੋਇਆ, ਉੱਤੇ ਬੈਠ ਕੇ ਉਹ ਸੰਚਾਲਨ ਕਰਦਾ, ਬੜਾ ਉੱਚਾ ਹੈ, ਬੜਾ ਦੂਰ ਹੈ। ਕੋਈ ਐਵੇਂ ਗਾ ਰਿਹਾ ਕਿ ਉਹ ਜੰਨਤ ਵਿੱਚ ਬੈਠਾ ਹੈ, ਉਹ ਸਵਰਗ ਵਿੱਚ ਬੈਠਾ ਹੈ, ਉਹ ਕਿਤੇ ਬੈਕੁੰਠ ਧਾਮ ਵਿੱਚ ਬੈਠਾ ਹੈ, ਉਹ ਕਿਤੇ ਐਸੇ ਥਾਂ ਤੇ ਬੈਠਾ ਹੈ ਜਿੱਥੇ ਉਹਦਾ ਦਰਬਾਰ ਲੱਗਾ ਹੋਇਆ ਹੈ, ਤੇ ਜਿੱਥੇ ਉੱਤੇ ਇੰਦਰ, ਬ੍ਰਹਮਾ ਤੇ ਵਾਯੂ ਦੇਵਤਾ ਤੇ ਹੋਰ ਸਾਰੇ ਦੇਵਤੇ ਰਾਗ ਰਤਨ ਉਹਦਾ ਜਸ ਗਾ ਰਹੇ ਨੇ, ਕੋਈ ਉੱਥੇ ਦਰਬਾਰ ਲਾ ਕੇ ਬੈਠਾ, ਬੜਾ ਦੂਰ ਹੈ, ਦੂਰ ਦਿਸਦੀ ਪ੍ਰਾਪਤੀ। ਲੇਕਿਨ ਇਹ ਐਂਗਲ ਹੈ ਇੱਕ ਬੰਦੇ ਦਾ, ਇੱਕ ਬੰਦੇ ਦੀ ਸੋਚ ਹੈ, ਕੁਝ ਲੋਕਾਂ ਦੀ ਐਸੀ ਸੋਚ ਹੈ, ਕੋਈ ਉਹਨੂੰ ਦੂਰ ਸਮਝ ਕੇ ਗਾ ਰਿਹਾ। ਤੇ ਗੁਰੂ ਜੀ ਕਹਿੰਦੇ ਨੇ, ਗਾਵੇ ਕੋ ਵੇਖੈ ਹਾਦਰਾ ਹਦੂਰ। ਹਾਦਰਾ ਹਦੂਰ ਦਾ ਮਤਲਬ ਹਾਜ਼ਰ ਨਾਜ਼ਰ। ਦੂਜੇ ਬੰਦੇ ਦਾ ਨਜ਼ਰੀਆ ਹੈ ਕਿ ਨਹੀਂ ਯਾਰ, ਉਹ ਦੂਰ ਨਹੀਂ, ਉਹ ਤੇ ਹਾਜ਼ਰ ਨਾਜ਼ਰ। ਗੁਰੂ ਜੀ ਪ੍ਰਭੂ ਨੂੰ ਹਾਜ਼ਰ ਨਾਜ਼ਰ ਵੇਖਦੇ ਨੇ ਨਾ। ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿੱਧਰ ਵੀ ਵੇਖਦਾ ਹਾਂ ਹੈ ਪ੍ਰਭੂ ਤੂੰ ਹੀ ਦਿਸਦਾ, ਦੋਏ ਦੋਏ ਲੋਚਨ ਵੇਖਾਂ ਹੋ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਮੇਰੇ ਤੋਂ ਤੇ ਦੂਜੀ ਗੱਲ ਹੀ ਨਹੀਂ ਕਹੀ ਜਾਂਦੀ। ਉਹ ਤੇ ਕਹਿੰਦੇ ਨੇ ਜਦੋਂ ਮੈਂ ਸਾਹਮਣੇ ਬੈਠਿਆਂ ਨੂੰ ਵੇਖਣਾ, ਤੇਰਾ ਹੀ ਰੂਪ ਦਿਸਦੇ ਨੇ ਪ੍ਰਭੂ, ਜੀਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਵਿਸ਼ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਆ ਜਿਹੜਾ ਜਗਤ ਦੇਖ ਰਿਹਾ ਉਸੇ ਦਾ ਤੇ ਰੂਪ ਹੈ। ਕੋਈ ਨੇੜੇ ਵੇਖਦਾ ਹੈ ਕਿ ਉਹ ਮੇਰੇ ਅੰਦਰ ਤੇ ਵਸ ਰਿਹਾ ਹੈ, ਉਹ ਫਿਰ ਰੱਬ ਵਰਗਾ ਵਿਹਾਰ ਕਰਦਾ ਹੈ। ਉਹ ਵੇਖਦਾ ਜਿਹੜੀਆਂ ਮੇਰੇ ਸਾਹਮਣੇ ਭੈਣਾਂ ਤੇ ਵੀਰ ਬੈਠੇ ਨੇ, ਇਹ ਰੱਬ ਦਾ ਹੀ ਤੇ ਰੂਪ ਨੇ, ਨੇੜੇ ਸਮਝ ਕੇ ਫਿਰ ਇਹਨਾਂ ਦੇ ਨਾਲ ਰੱਬ ਵਰਗਾ ਪਿਆਰ ਕਰਦਾ ਹੈ, ਰੱਬ ਵਰਗਾ ਵਿਹਾਰ ਕਰਦਾ ਹੈ। ਇਹ ਐਂਗਲ ਹੈ ਨਾ। ਲੇਕਿਨ ਨਾ ਦੂਰ ਵਾਲਾ ਨਾ ਨੇੜੇ ਵਾਲਾ, ਰੱਬ ਦਾ ਅੰਤ ਨਹੀਂ ਕੋਈ ਪਾ ਸਕਦਾ। ਰੱਬ ਦੀ ਕੁਦਰਤ ਦਾ, ਉਹਦੇ ਗੁਣਾਂ ਦਾ, ਹੁਕਮ ਦਾ, ਜਿਹੜੀ ਗੱਲ ਅਸੀਂ ਹੁਕਮ ਦੀ ਗੱਲ ਕੀਤੀ ਸੀ, ਉਹਦੇ ਸਿਸਟਮ ਦਾ, ਉਹਦੇ ਨਿਯਮਾਂ ਦਾ, ਦਾਤਾਂ ਦਾ, ਗੁਣਾਂ ਦਾ, ਵਡਿਆਈਆਂ ਦਾ, ਵਿਦਿਆ ਦਾ, ਕਿਸੇ ਚੀਜ਼ ਦਾ ਅੰਤ ਨਹੀਂ ਹੈ, ਅੰਤ ਨਹੀਂ ਪਾ ਸਕਦਾ। ਹੁਣ ਦੂਜਾ ਬੰਦਾ ਵੇਖ ਰਿਹਾ ਹੈ ਕਿ ਉਹ ਹਾਜ਼ਰ ਨਾਜ਼ਰ ਹੈ। ਇਸ ਢੰਗ ਦੇ ਨਾਲ ਲੋਕਾਂ ਨੇ ਰੱਬ ਨੂੰ ਕਥਨ ਕਰਨ ਦਾ ਯਤਨ ਕੀਤਾ ਹੈ। ਕਿਵੇਂ? ਕਿਸੇ ਨੇ ਉਸ ਤੇ ਤਾਣ ਬਲ ਨੂੰ ਗਾਇਆ, ਕਿਸੇ ਨੇ ਦਾਤਾਂ ਨੂੰ ਕਥਨ ਕੀਤਾ ਹੈ, ਕਿਸੇ ਨੇ ਸੋਹਣੇ ਸੋਹਣੇ ਗੁਣਾਂ ਔਰ ਵਡਿਆਈਆਂ ਨੂੰ ਕਥਨ ਕੀਤਾ ਹੈ, ਕਿਸੇ ਨੇ ਔਖੀ ਵਿਦਿਆ ਫਿਲਾਸਫੀ ਰਾਹੀਂ ਕਥਨ ਕੀਤਾ ਹੈ, ਉਹਦੀਆਂ ਵਿਦਿਆਵਾਂ ਨੂੰ ਵੇਖਿਆ ਹੈ। ਕਿਸੇ ਨੇ ਵੇਖਿਆ ਹੈ ਕਿ ਉਹ ਤਨ ਨੂੰ ਸਾਜਦਾ ਹੈ ਤੇ ਫਿਰ ਉਹਨੂੰ ਖਤਮ ਕਰ ਦਿੰਦਾ ਹੈ। ਕਿਸੇ ਨੇ ਇਸ ਤਰ੍ਹਾਂ ਗਾਇਆ ਹੈ, ਉਹਦੇ ਗੁਣ ਗਾਏ ਨੇ, ਵਡਿਆਈਆਂ ਕੀਤੀਆਂ। ਕਿਸੇ ਨੂੰ ਉਹਨੂੰ ਗਾਇਆ ਹੈ ਕਿ ਤਨ ਖਤਮ ਕਰਨ ਤੋਂ ਬਾਅਦ ਵੀ ਜੀਵਨ ਹੀ ਹੈ, ਜੀਵਨ ਦੇ ਦਿੰਦਾ, ਜੀਵਨ ਕਦੇ ਖਤਮ ਨਹੀਂ ਹੁੰਦਾ। ਕੋਈ ਵੇਖਦਾ ਹੈ ਕਿ ਰੱਬ ਯਾਰ ਬਹੁਤ ਦੂਰ ਹੈ, ਦੂਰ ਵਸਦਾ ਹੈ, ਉਹਦੀ ਪ੍ਰਾਪਤੀ ਬੜੀ ਔਖੀ ਹੈ, ਨਹੀਂ ਹੋ ਸਕਦੀ। ਕੋਈ ਐਵੇਂ ਕਹਿ ਰਿਹਾ ਹੈ, ਕੋਈ ਦੂਰ ਸਮਝ ਕੇ ਉਹਦੇ ਗੁਣ ਗਾ ਰਿਹਾ, ਵਡਿਆਈ ਕਰ ਰਿਹਾ। ਤੇ ਕੋਈ ਕਹਿੰਦਾ ਨਹੀਂ ਹਾਜ਼ਰ ਨਾਜ਼ਰ ਹੈ। ਇਹ ਸਾਰੇ ਕਥਨ ਕਰ ਰਹੇ ਨੇ, ਇਹ ਕਥਨ ਕਰਨ ਦੇ ਢੰਗ ਨੇ ਆਪਣੇ ਆਪਣੇ। ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਥਨਾ ਕਥੀ ਨਾ ਆਵੇ ਤੋਟ। ਕਥਨਾ ਕਥੀ ਦਾ ਮਤਲਬ ਕਥਾ ਕੀਤੀ, ਉਹਦੀ ਸਿਫਤ ਸਲਾਹ ਕੀਤੀ, ਉਹਨੂੰ ਬਿਆਨ ਕੀਤਾ, ਉਹਦੇ ਬਲ ਨੂੰ ਬਿਆਨ ਕੀਤਾ, ਦਾਤਾਂ ਨੂੰ ਬਿਆਨ ਕੀਤਾ, ਗੁਣਾਂ ਨੂੰ ਬਿਆਨ ਕੀਤਾ, ਵਿਦਿਆ ਬਾਰੇ ਵਿਚਾਰ ਕੀਤੀ, ਤਨ ਨੂੰ ਸਾਜਣ ਬਾਰੇ ਕੀਤੀ, ਖੇ ਕਰਨ ਬਾਰੇ ਕੀਤੀ, ਦੁਬਾਰਾ ਫਿਰ ਜੀਵਨ ਬਾਰੇ ਕੀਤੀ, ਦੂਰ ਸਮਝ ਕੇ ਉਹਦੀ ਵਿਚਾਰ ਕੀਤੀ ਔਰ ਉਹਨੂੰ ਨੇੜੇ ਸਮਝ ਕੇ ਵਿਚਾਰ ਕੀਤੀ। ਪਰ ਨਾ ਆਵੇ ਤੋਟ, ਉਹਦੇ ਗੁਣਾਂ ਦਾ ਤੋਟ ਨਹੀਂ ਆਉਂਦੀ, ਕਮੀ ਨਹੀਂ ਆਉਂਦੀ, ਅੰਤ ਨਹੀਂ ਪੈਂਦਾ।
जिन्नी मर्जी कथा करी जाओ। किन्ने वीरां ने कथा की इस तो पहला, कितने लोग उस रब बारे बयान कर चुके ने, कितने धर्म ग्रंथ लिखे जा चुके ने, इस कुदरत बारे किन्नियां साइंस दियां खोजां हुई ने, किन्ने लोगों ने अपने अपने एंगल तो खोजा है ते कि यह संसार दा अंत पिया है ना। हाले होर खोजां होणगियां, अनंत काल तक होणगियां, लेकिन अंत नहीं आएगा क्योंकि वो है ही अनंत। जिदा अंत ही नहीं उदा अंत किवें पाओगे। गुरु जी कहंदे ने लेखा होए तां लिखिए, लेखे होए विनाश। लेखा जे हो सकदा होवे ते तां उदा लेखा लिखिए ना। हुण किसे बंदे दी प्रॉपर्टी दा लेखा लिखिया जा सकदा है कि ਉਹਦੀ ਇੰਨੀ प्रॉपर्टी, ਇੰਨੀਆਂ ਕਾਰਾਂ ਨੇ, ਇੰਨੇ ਟਰੱਕ ਨੇ, ਬੱਸਾਂ ਨੇ, ਦੂਜਾ ਤੀਜਾ ਕੁਛ ਵੀ ਹੈ, ਇੰਨੇ ਕਰੋੜ, 200 ਕਰੋੜ, 400 ਕਰੋੜ, 10,000 ਕਰੋੜ ਦੀ ਉਹਦੀ ਸੰਪਦਾ ਹੈ। ਤੇ ਜੇ ਰੱਬ ਦੀ ਕਿਸੇ ਗੁਣ ਦੀ ਜਾਂ ਕਿਸੇ ਚੀਜ਼ਾਂ ਦੀ ਗਿਣਤੀ ਕਰਨੀ ਚਾਹੋ, ਇੱਕ ਲਿਖ ਲਓ ਤੇ ਅੱਗੇ ਬਿੰਦੀਆਂ ਲਾਓ, ਤੇ ਕਿੰਨੀਆਂ ਕੁ ਬਿੰਦੀਆਂ ਲਾਓਗੇ? ਬਿੰਦੀਆਂ ਦਾ ਹੀ ਐਂਡ ਹੋ ਜਾਣਾ ਹੈ। ਕਿਉਂਕਿ ਤਾਂ ਹੈ ਨਾ ਵੀ ਜੇ ਐਨਾ ਹੋਏ ਤੇ ਅੱਗੇ 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 ਬਿੰਦੀਆਂ ਲਾਈ ਜਾਓ। ਜਦੋਂ ਕਥਨਾਂ ਦਾ ਹੀ, ਗੁਣਾਂ ਦਾ ਹੀ, ਸ੍ਰਿਸ਼ਟੀ ਦਾ ਹੀ ਅੰਤ ਨਹੀਂ ਤੇ ਤੁਹਾਡੀਆਂ ਬਿੰਦੀਆਂ ਦਾ ਅੰਤ ਹੋ ਜਾਏਗਾ, ਪਰ ਕੁਦਰਤ ਦਾ ਅੰਤ ਨਹੀਂ ਹੈ। ਮੈਂ ਪਿੱਛੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਜੇ ਆਪ ਇਸ ਚੀਜ਼ ਨੂੰ ਚੰਗੀ ਤਰ੍ਹਾਂ ਹੋਰ ਸਮਝਣਾ ਚਾਹੋ ਨਾ, ਤਾਂ YouTube ਤੇ ਜਾ ਕੇ ਪਾਇਓ ਫੈਂਟਾਸਟਿਕ ਟ੍ਰਿਪ। ਫੈਂਟਾਸਟਿਕ ਟ੍ਰਿਪ ਜਦੋਂ ਤੁਸੀਂ ਉਹਨੂੰ ਦੇਖੋਗੇ ਨਾ, हैरान हो जाओगे। कई ट्रिलियन लाइट ईयर तक विज्ञान ने इस संसार ਨੂੰ, ब्रह्मांड ਨੂੰ देखिया है, पर उस तो परे फैलिया होया है। अगे साइंस की सीमा नहीं देखने दी, पर ब्रह्मांड फैलिया। ਜਦੋਂ ਆਪਣੇ शरीर के अंदर वड़ोगे, ਤੁਹਾਡੇ टिशू ने, सैल ने, अगे DNA है, RNA है, होर बहुत कुछ है। जिवें जिवें इन्हूं तोड़ते जाओगे, अगे जाके साइंस की लिमिट खत्म होगी ये तोड़न दी, पर हाले अगे बहुत कुछ है, हाले अगे होर बहुत खोजां होंगी। ये एंडलैस है। कथना कथी न आवे तोट, कथ कथ कथी। कथ कथ का मतलब आख आख के, कथी का मतलब कही। कोटी कोट कोट, इत्थे कोटी नहीं पढ़ना, इनू बिंदी लगा के पढ़ना है। कोटी करोड़ा ने, कोटी करोड़ा ने। कोट कोट का मतलब करोड़ा करोड़ा वार। कोट शब्द गुरबाणी विच 3 रूपां विच आया है। कोट दे टैंके थले औंकड़, कोट दा टैंका मुक्ता और कोट दे टैंके नाल सिहारी। इत्थे सिहारी है। ਜਦੋਂ ਕੋਟ ਦੇ ਟੈਂਕੇ ਨਾਲ ਸਿਹਾਰੀ ਹੋਵੇ, ਉਦੋਂ ਉਹਦਾ ਅਰਥ ਹੋਏਗਾ ਕਰੋੜ ਜਾਂ ਕਰੋੜਾਂ। ਕਈ ਕੋਟ ਭੈ ਪੁਜਾਰੀ, ਉੱਥੇ ਕੋਟ ਦਾ ਅਰਥ ਹੈ ਕਰੋੜਾਂ। ਤੇ ਜਦੋਂ ਕੋਟ ਦੇ ਟੈਂਕੇ ਥੱਲੇ ਔਂਕੜ ਆਏ, ਉਦੋਂ ਉਹਦਾ ਅਰਥ ਕੋਟ ਨਹੀਂ ਹੋਏਗਾ, ਉਹਦਾ ਅਰਥ ਹੋਏਗਾ ਇੱਕ ਕਿਲਾ। ਉਦੋਂ ਕੋਟ ਦਾ ਅਰਥ ਹੋਏਗਾ ਕਿਲਾ। ਲੰਕਾ ਸਾ ਕੋਟ, ਉੱਥੇ ਕੋਟ ਦੇ ਟੈਂਕੇ ਥੱਲੇ ਔਂਕੜ ਹੈ। ਤਾਂ ਜਿੱਥੇ ਕੋਟ ਦੇ ਟੈਂਕੇ ਥੱਲੇ ਔਂਕੜ ਆਵੇ, ਉਹਦਾ ਮਤਲਬ 1 ਕਰੋੜ। ਤੇ ਜਿੱਥੇ ਕੋਟ ਦੇ ਟੈਂਕੇ ਥੱਲੇ ਕੋਟ ਦਾ ਨਾ 1 ਕਿਲਾ, ਸੌਰੀ 1 ਕਿਲਾ, ਲੰਕਾ ਸਾ ਕੋਟ, ਜਿੱਥੇ ਕੋਟ ਦੇ ਟੈਂਕੇ ਥੱਲੇ ਔਂਕੜ ਆਵੇ, ਉਹਦਾ ਮਤਲਬ 1 ਕਿਲਾ। ਤੇ ਜਿੱਥੇ ਕੋਟ ਦਾ ਟੈਂਕਾ ਬਹੁਵਚਨ ਹੋਵੇ, ਮੁਕਤਾ ਹੋਵੇ ਟੈਂਕਾ, ਤਾਂ ਉਹਦਾ ਮਤਲਬ ਬਹੁਤੇ ਕਿਲੇ, ਉਹ ਪਲੂਰਲ ਸ਼ਬਦ ਹੋਏਗਾ। ਕੋਟ ਦੇ ਟੈਂਕੇ ਥੱਲੇ ਔਂਕੜ ਸਿੰਗੂਲਰ ਸ਼ਬਦ 1 ਕਿਲਾ, ਕੋਟ ਦਾ ਟੈਂਕਾ ਮੁਕਤਾ ਪਲੂਰਲ ਸ਼ਬਦ, ਇਹਦਾ ਮਤਲਬ ਬਹੁਤੇ ਕਿਲੇ। ਤੇ ਜਦੋਂ ਕੋਟ ਦੇ ਟੈਂਕੇ ਨਾਲ ਸਿਹਾਰੀ ਆ ਜਾਏ ਗੁਰਬਾਣੀ ਵਿੱਚ, ਉਹਦਾ ਅਰਥ ਹੋਏਗਾ ਕਰੋੜ ਜਾਂ ਕਰੋੜਾਂ। ਤਾਂ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਹੀ ਲੋਕਾਂ ਨੇ ਕਰੋੜਾਂ ਕਰੋੜਾਂ ਵਾਰ ਰੱਬ ਦੀ ਕਥਾ ਕੀਤੀ, ਉਹਦੇ ਗੁਣ, ਉਹਦਾ ਤਾਣ, ਉਹਦੀਆਂ ਦਾਤਾਂ, ਗੁਣ, ਸੁੰਦਰ ਵਡਿਆਈਆਂ, ਵਿਦਿਆ ਰਾਹੀਂ ਔਰ ਹੋਰ ਅਨੇਕਾਂ ਇਸ ਸ੍ਰਿਸ਼ਟੀ ਬਾਰੇ ਵਿਚਾਰਾਂ ਕੀਤੀਆਂ, ਲੇਕਿਨ ਤੋਟ ਨਾ ਆਈ, ਅੰਤ ਨਹੀਂ ਪਾਇਆ। ਇਹਦਾ ਮਤਲਬ ਇਹ ਨਹੀਂ ਕਿ ਵਿਚਾਰ ਕਰਨੀ ਨਹੀਂ,
ਵਿਚਾਰ ਕਰਨੀ ਹੈ, ਗੁਣਾਂ ਦੇ ਧਾਰਨੀ ਹੋਣਾ ਹੈ। ਇਥੋਂ ਸਾਨੂੰ ਇੱਕ ਬਹੁਤ ਵੱਡੀ ਵਿਲ ਪਾਵਰ ਮਿਲ ਰਹੀ ਹੈ, ਸਕਾਰਾਤਮਕ ਸੋਚ ਮਿਲ ਰਹੀ ਹੈ। ਗੁਰੂ ਜੀ ਸਾਨੂੰ ਆਸ਼ਾਵਾਦੀ ਬਣਾ ਰਹੇ ਨੇ ਕਿ ਸੰਸਾਰ ਅਨੰਤ ਹੈ, ਇਸ ਲਈ ਤੁਹਾਡੀਆਂ ਖੋਜਾਂ ਵਾਸਤੇ ਵੀ ਅਨੰਤ ਫੀਲਡ ਹੈ, ਤੁਹਾਡੇ ਵਿਕਾਸ ਵਾਸਤੇ ਅਨੰਤ ਫੀਲਡ ਹੈ। ਤੁਸੀਂ ਜਿੰਨੇ ਮਰਜ਼ੀ ਮਹਾਨ ਹੋ ਸਕਦੇ ਹੋ, ਆਪਣੇ ਅੰਦਰ ਜਿੰਨੇ ਮਰਜ਼ੀ ਗੁਣ ਪੈਦਾ ਕਰ ਸਕਦੇ ਹੋ, ਜਿੰਨੇ ਮਰਜ਼ੀ ਵਿਦਿਆਵਾਨ ਹੋ ਸਕਦੇ ਹੋ, ਆਪਣੀ ਵਿਦਿਆ ਦਾ ਹੋਰ ਵਿਸਥਾਰ ਕਰ ਸਕਦੇ ਹੋ। ਅਗਲਾ ਵਚਨ ਕਰ ਰਹੇ ਨੇ, ਦੇਂਦਾ ਦੇ, ਇਹਨੂੰ ਦੇਦਾ ਨਹੀਂ ਪੜਨਾ, ਦੇਂਦਾ, ਦੇਂਦਾ ਦੇ, ਲੈਂਦੇ ਥੱਕ ਪਾਹੇ, ਲੈਦੇ ਨਹੀਂ ਲੈਂਦੇ। ਥੱਕ ਪਾਹੇ ਜਦੋਂ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਹੋਏ ਤਾਂ ਉਹ ਸ਼ਬਦ ਆਮ ਕਰਕੇ ਬਹੁਵਚਨੀ ਹੁੰਦਾ ਹੈ, ਉਹਦਾ ਉਚਾਰਨ ਬਿੰਦੀ ਸਹਿਤ ਕਰਾਂਗੇ, ਪਾਹੇ ਪੈਂਦੇ ਨੇ। ਦੇਂਦਾ ਦੇ, ਦੇਣ ਵਾਲਾ ਦਾਤਾ ਦਾਤਾਂ ਦੇਂਦਾ ਰਹਿੰਦਾ ਹੈ। ਲੈਂਦੇ ਥੱਕ ਪਾਹੇ, ਲੈਣ ਵਾਲੇ ਜੀਵ ਹੀ ਦਾਤਾਂ ਲੈ ਲੈ ਕੇ ਥੱਕ ਜਾਂਦੇ ਨੇ, ਲੇਕਿਨ ਦਾਤਾਂ ਦਾ ਅੰਤ ਨਹੀਂ ਆਉਂਦਾ। ਦੇਖੋ ਇਹ ਦੁਨੀਆ ਦੇ ਵਿੱਚ ਕਿੰਨੀ ਸੁੰਦਰਤਾ ਹੈ, ਕਿੰਨਾ ਵੱਡੀ ਇਹ ਦੁਨੀਆ ਹੈ। ਸਾਡੀਆਂ ਅੱਖਾਂ ਵੇਖ ਵੇਖ ਕੇ ਵੇਖਣੋਂ ਰਹਿ ਜਾਂਦੀਆਂ ਨੇ, ਪਰ ਦੁਨੀਆ ਦੀ ਸੁੰਦਰਤਾ ਤੇ ਨਾ ਮੁੱਕਦੀ। ਤੁਸੀਂ ਤੁਰ ਤੁਰ ਕੇ, ਘੁੰਮ ਘੁੰਮ ਕੇ, ਫਿਰ ਫਿਰ ਕੇ ਥੱਕ ਜਾਓਗੇ, ਗੋਡੇ ਰਹਿ ਜਾਣਗੇ, ਪਰ ਸੰਸਾਰ ਦੀ ਯਾਤਰਾ ਤੇ ਨਹੀਂ ਨਾ ਮੁੱਕਦੀ। ਕਈ ਬਿਲੀਅਨ ਟ੍ਰਿਲੀਅਨ ਲਾਈਟ ਈਅਰ ਤੱਕ ਇਹ ਫੈਲਿਆ ਹੋਇਆ ਹੈ, ਕਿੰਨੀ ਕੁ ਦੂਰ ਤੱਕ ਤੁਹਾਡੇ ਰੈਕਟ ਚਲੇ ਜਾਣਗੇ, ਜਹਾਜ਼ ਚਲੇ ਜਾਣਗੇ, ਲੇਕਿਨ ਇਹ ਤੇ ਅਸੀਮ ਹੈ। ਦਾਤਾਂ ਦੇਣ ਵਾਲਾ ਦੇ ਹੀ ਜਾ ਰਿਹਾ ਹੈ। ਅਨੰਤ ਯੁਗਾਂ ਤੋਂ ਇੱਥੇ ਪਾਣੀ, ਹਵਾ, ਵਨਸਪਤੀ, ਕਿੰਨਾ ਕੁਛ ਪਾਈ ਜਾ ਰਹੇ ਹਾਂ, ਤੇ ਇਹ ਤਾਂ ਸਿਰਫ ਇੱਕ ਧਰਤੀ ਦੀ ਗੱਲ ਹੈ। ਅਨੰਤ ਦਾਤਾਂ ਨੇ ਦੇ ਹੀ ਜਾ ਰਿਹਾ ਹੈ, ਲੈਣ ਵਾਲੇ ਹੀ ਥੱਕ ਜਾਂਦੇ। ਜੁਗਾਂ ਜੁਗੰਤਰ ਖਾਹੀ ਖਾਹੇ, ਜੁਗਾ ਨਹੀਂ ਪੜਨਾ, ਜੁਗਾਂ। ਜੁਗਾਂ ਜੁਗੰਤਰ ਦਾ ਮਤਲਬ ਯੁਗਾਂ ਯੁਗਾਂ ਤੋਂ, ਅਨੰਤ ਕਾਲ ਤੋਂ। ਖਾਹੀ ਖਾਹੇ, ਖਾਣ ਵਾਲੇ ਖਾਈ ਜਾ ਰਹੇ ਨੇ, ਵਰਤੀ ਜਾ ਰਹੇ ਹਨ, ਲੇਕਿਨ ਇਹ ਦਾਤਾਂ ਮੁੱਕਦੀਆਂ ਨਹੀਂ, ਟੋਟ ਨਹੀਂ ਆਉਂਦੀ। ਤਾਂ ਇਹਦਾ ਮਤਲਬ ਇੱਥੇ ਅਨੰਤ ਦਾਤਾਂ ਨੇ, ਕੋਈ ਕਮੀ ਨਹੀਂ ਹੈ। ਜਦੋਂ ਕਮੀ ਹੀ ਨਹੀਂ, ਹੁਣ ਸਾਡੇ ਕੋਲ ਸਮੋਸੇ ਹੋਣ 2 ਤੇ ਬੰਦੇ ਹੋਈਏ 3, ਤਾਂ ਫਿਰ ਤਾਂ ਲੜਾਈ ਹੋ ਸਕਦੀ ਹੈ ਵੀ ਯਾਰ ਮੈਂ ਖਾਣਾ ਹੈ, ਉਹ ਕਹੇ ਮੈਂ ਖਾਣਾ ਹੈ। ਸਮੋਸੇ ਹੋਣ, ਰੋਟੀਆਂ ਹੋਣ 2 ਤੇ ਭੁੱਖ ਹੋਵੇ 4 ਦੀ, ਤੇ ਬੰਦੇ ਵੀ 2 ਹੋਣ, ਫਿਰ ਤਾਂ ਹੋ ਸਕਦਾ ਹੈ ਕਿ ਮੈਂ ਵੱਧ ਘੱਟ। ਪਰ ਇੱਥੇ ਤਾਂ ਅੰਤ ਹੀ ਨਹੀਂ ਹੈ, ਅੰਤ ਹੀ ਨਹੀਂ ਹੈ, ਤਾਂ ਕਿਉਂ ਲੜਦੇ ਹੋ, ਕਿਉਂ ਈਰਖਾ ਦਵੇਸ਼? ਅਨੰਤ ਨੇ, ਬਹੁਤ ਕੁਛ ਹੈ। ਆਪਣੇ ਅੰਦਰ ਬਲ ਪੈਦਾ ਕਰੋ, ਆਪਣੇ ਅੰਦਰ ਯੋਗਤਾ ਪੈਦਾ ਕਰੋ, ਜਿੰਨਾ ਮਰਜ਼ੀ ਵਿਸਥਾਰ ਕਰ ਲਓ, ਜਿੰਨਾ ਮਰਜ਼ੀ ਕਮਾ ਲਓ, ਜਿੰਨਾ ਮਰਜ਼ੀ ਤੁਸੀਂ ਵਿਦਵਾਨ ਬਣ ਜਾਓ, ਜਿੱਡਾ ਮਰਜ਼ੀ ਵੱਡਾ ਘਰ ਬਣਾ ਲਓ, ਲੇਕਿਨ ਬਣੇਗਾ ਉਹਨਾਂ ਜਿੰਨਾ ਯਤਨ ਕਰੋਗੇ, ਮਿਲੇਗਾ ਤੇ ਉਹਨਾਂ ਹੀ ਨਾ, ਜਿੰਨੀ ਤੁਹਾਡੀ ਬੁੱਕ ਹੈ, ਜਿੰਨਾ ਭਾਂਡਾ ਹੈ, ਮੀਨਸ ਜਿੰਨੀ ਯੋਗਤਾ ਹੈ, ਜਿੰਨਾ ਉਦਮ ਹੈ, ਉਦਮ ਕਰੋ, ਜਿੰਨਾ ਮਰਜ਼ੀ ਪਾ ਲਓ। ਜੁਗਾਂ ਤੋਂ ਖਾਈ ਜਾ ਰਹੇ ਨੇ, ਕਦੇ ਟੋਟ ਨਹੀਂ ਆਉਣੀ। ਕਿੰਨੀ ਵੱਡੀ ਪੋਜ਼ਿਟਿਵਿਟੀ ਮਿਲ ਰਹੀ ਹੈ, ਕਿੰਨੀ ਵੱਡੀ ਵਿਲ ਪਾਵਰ ਸਾਡੇ ਅੰਦਰ ਪੈਦਾ ਹੋ ਰਹੀ ਹੈ। ਗੁਰੂ ਜੀ ਸਾਨੂੰ ਕਿੰਨਾ ਵੱਡਾ ਆਸ਼ਾਵਾਦੀ ਬਣਾ ਰਹੇ ਨੇ। ਨਿਰਾਸ਼ਾ ਤੇ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ। ਸਾਡੇ ਅੰਦਰ ਤੇ 4 ਚੁਫੇਰੇ ਬਹੁਤ ਬਹੁਤ ਵੇਖਣ ਦੀ ਗੱਲ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਨਾ ਕਿ ਇਹ ਕਿਹਾ ਸੀ ਕਿਸੇ ਨੇ, ਸੌਰੀ ਮੈਨੂੰ ਨਾਮ ਭੁੱਲ ਗਿਆ, ਬਿਲ ਗੇਟ ਨੇ, ਹਾਂ ਸੌਰੀ ਬਿਲ ਗੇਟ ਨੇ, ਕਿ ਜੇ ਤੁਸੀਂ ਗਰੀਬ ਜੰਮਦੇ ਹੋ ਤਾਂ ਇਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ, ਤੁਹਾਡਾ ਕੋਈ ਦੋਸ਼ ਨਹੀਂ, ਪਰ ਜੇ ਤੁਸੀਂ ਗਰੀਬ ਮਰਦੇ ਹੋ ਫਿਰ ਤੁਹਾਡੀ ਗਲਤੀ ਹੈ, ਫਿਰ ਤੁਹਾਡਾ ਦੋਸ਼ ਹੈ, ਕਿਉਂਕਿ ਅਨੰਤ ਸੰਭਾਵਨਾਵਾਂ ਨੇ। ਯਤਨ ਕਰੋ, ਆਪਣਾ ਗੋਲ ਬਣਾਓ ਮਹਾਨ ਹੋਣ ਦਾ, ਕੇਵਲ ਪੈਸੇ ਦਾ ਨਹੀਂ, ਮਹਾਨ ਹੋਣ ਦਾ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਖੁਸ਼ ਹੋਵੋ, ਮਹਾਨ ਖੁਸ਼ੀਆਂ ਪਾਓ, ਆਪਣਾ ਉੱਚਾ ਗੋਲ ਬਣਾਓ। ਤੇ ਜੇ ਗੋਲ ਤੇ ਨਹੀਂ ਪਹੁੰਚੇ, ਗੋਲ ਨਾ ਛੱਡੋ, ਰਾਸਤਾ ਬਦਲੋ। ਹੋ ਸਕਦਾ ਹੈ ਤੁਹਾਡੀ ਡਾਇਰੈਕਸ਼ਨ ਗਲਤ ਹੋਵੇ, ਤੁਸੀਂ ਚੱਲ ਰਹੇ ਹੋ, ਨਹੀਂ ਪਹੁੰਚ ਪਾਏ, ਤਾਂ ਇਹਦਾ ਮਤਲਬ ਤੁਹਾਡੀ ਡਾਇਰੈਕਸ਼ਨ ਗਲਤ ਹੈ। ਡਾਇਰੈਕਸ਼ਨ ਚੇਂਜ ਕਰਕੇ ਦੇਖੋ, ਡਾਇਰੈਕਸ਼ਨ ਚੇਂਜ ਕਰੋ, ਪਹੁੰਚ ਜਾਓਗੇ।
ਹੁਕਮੀ ਹੁਕਮ ਚਲਾਏ ਰਾਹ, ਇਹਨੂੰ ਰਾਹੋ ਨਹੀਂ ਪੜਨਾ, ਰਾਹ। ਜਦੋਂ ਕਿਸੇ ਨਾਉਨ ਦੇ ਆਖਰੀ ਹਾਹੇ ਥੱਲੇ ਔਂਕੜ ਆਵੇ ਤਾਂ ਉਹ ਸਿੰਗੂਲਰ ਸ਼ਬਦ ਹੁੰਦਾ ਹੈ, ਉਹਦਾ ਉਚਾਰਨ ਨਾਲ ਕੋਈ ਸੰਬੰਧ ਨਹੀਂ ਹੁੰਦਾ। ਪਰ ਜਦੋਂ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਥੱਲੇ ਔਂਕੜ ਆਵੇ ਤਾਂ ਉਹ ਬਹੁਵਚਨੀ ਹੁੰਦਾ, ਉਥੇ ਉਚਾਰਨਾ ਹੁੰਦਾ। ਜਿਵੇਂ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਇੱਥੇ ਆਉਣਾ ਜਾਣਾ ਖਾਣਾ ਕਿਰਿਆ ਹੈ, ਕਿਰਿਆਵਾਚੀ ਹਾਹੇ ਦੇ ਆਖਰੀ ਅੱਖਰ ਥੱਲੇ ਔਂਕੜ ਲੱਗਾ, ਉੱਥੇ ਉਚਾਰਨ ਕਰਨਾ ਹੈ। ਪਰ ਜਦੋਂ ਕਿਸੇ ਨਾਉਨ ਦੇ ਆਖਰੀ ਹਾਹੇ ਥੱਲੇ ਔਂਕੜ ਲੱਗਾ ਹੋਵੇ ਉਦੋਂ ਉਚਾਰਨ ਨਹੀਂ। ਹੁਕਮੀ ਹੁਕਮ ਚਲਾਏ ਰਾਹ, ਹੁਕਮੀ ਮਤਲਬ ਹੁਕਮਾਂ ਦਾ ਮਾਲਕ, ਜਿਹਨੂੰ ਅਸੀਂ ਰੱਬ ਕਹਿੰਦੇ ਆ। ਹੁਕਮਾਂ ਦਾ ਮਾਲਕ, ਹੁਕਮਾਂ ਦੇ ਮਾਲਕ ਦਾ ਹੁਕਮ ਜਿਹੜਾ ਹੈ ਨਾ, ਉਹ ਇਸ ਸੰਸਾਰ ਨੂੰ ਰਾਹ ਤੇ ਚਲਾ ਰਿਹਾ। ਰਾਹ ਦਾ ਮਤਲਬ ਪੂਰਾ ਸਾਰਾ ਕੁਝ ਸਿਸਟਮ ਦੇ ਅੰਦਰ ਕੰਮ ਕਰ ਰਿਹਾ ਹੈ। ਹੁਕਮ ਦਾ ਮਤਲਬ ਸਿਸਟਮ, ਹੁਕਮ, ਰਜ਼ਾ, ਭਾਣਾ, ਲੇਖ, ਇਹਦਾ ਮਤਲਬ ਸਿਸਟਮ, ਕੁਦਰਤ ਦੇ ਬਜਵੇਂ ਨਿਯਮ। ਉਹ ਹੁਕਮ ਹੈ ਸਾਰੇ ਸੰਸਾਰ ਨੂੰ ਚਲਾਈ ਜਾ ਰਿਹਾ ਹੈ। ਚਾਹੇ ਉਹ ਤਾਨ ਨੂੰ ਗਾਉਣ ਵਾਲੇ ਨੇ, ਦਾਤਾਂ ਨੂੰ ਗਾਉਣ ਵਾਲੇ ਨੇ, ਗੁਣ ਵਡਿਆਈਆਂ ਗਾਉਣ ਵਾਲੇ ਨੇ, ਵਿਦਿਆ ਦਾ ਵਿਚਾਰ ਕਰਨ ਵਾਲੇ ਨੇ, ਦੂਰ ਵੇਖਣ ਵਾਲੇ ਨੇ, ਨੇੜੇ ਵੇਖਣ ਵਾਲੇ ਨੇ, ਅਨੰਤ ਲੋਕ ਗਾ ਰਹੇ ਨੇ, ਇਹਦੇ ਬਾਰੇ ਵਿਚਾਰਾਂ ਕਰ ਰਹੇ ਨੇ। ਪਰ ਸਿਸਟਮ, ਰੱਬ ਦਾ ਹੁਕਮ, ਰਜ਼ਾ, ਭਾਣਾ, ਉਹ ਇਸ ਸੰਸਾਰ ਨੂੰ ਕਾਰ ਦੇ ਅੰਦਰ ਲਾਇਆ ਹੋਇਆ ਹੈ। ਉਸ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਹੁਕਮ ਦੇ ਅੰਦਰ ਸਭ ਕੁਝ ਹੋ ਸਕਦਾ। ਨਾਨਕ ਬਿਗਸੈ ਵੇ ਪਰਵਾਹ, ਤੇ ਉਹ ਰੱਬ ਬੇਪਰਵਾਹ ਹੈ, ਬਿਲਕੁਲ ਬੇਪਰਵਾਹ ਦਾ ਮਤਲਬ ਗੈਰ ਜ਼ਿੰਮੇਵਾਰ ਨਹੀਂ। ਕਈ ਲੋਕ ਗੈਰ ਜ਼ਿੰਮੇਵਾਰ ਬਣ ਕੇ ਵੀ ਬੇਪਰਵਾਹ ਹੋ ਜਾਂਦੇ ਨੇ। ਫਲਾਣਾ ਬਾਬਾ ਜੀ ਬੜੇ ਬੇਪਰਵਾਹ ਨੇ, ਜਿਹਨੂੰ ਮਰਜ਼ੀ ਉਹ ਗਾਲਾਂ ਕੱਢ ਦਿੰਦੇ ਨੇ। ਬੇਪਰਵਾਹ ਨਹੀਂ, ਉਹ ਗੈਰ ਜ਼ਿੰਮੇਵਾਰ ਹੈ, ਜਿਹੜਾ ਘਰ ਦੇ ਜ਼ਿੰਮੇਵਾਰੀਆਂ ਨੂੰ ਛੱਡ ਕੇ ਭੱਜ ਗਿਆ, ਭੈਣਾਂ ਨੂੰ, ਭਰਾਵਾਂ ਨੂੰ, ਪਤੀ ਪਤਨੀ ਨੂੰ, ਜਾਂ ਹੋਰ ਮਤਲਬ ਜਿੰਨੀਆਂ ਵੀ ਸਮਾਜ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਭੱਜਣਾ, ਇਹ ਗੈਰ ਜ਼ਿੰਮੇਵਾਰੀ ਹੈ, ਬੇਪਰਵਾਹੀ ਨਹੀਂ ਹੈ। ਬੇਪਰਵਾਹੀ ਉਸਨੂੰ ਕਹਿੰਦੇ ਨੇ ਜੋ ਸੱਚ ਦੇ ਰਾਹ ਦੇ ਉੱਤੇ ਤੁਰ ਰਿਹਾ ਹੈ। ਉਹਨੂੰ ਕੋਈ ਚੰਗਾ ਕਹੇ ਮਾੜਾ ਕਹੇ, ਉਹਨੂੰ ਇਸ ਚੀਜ਼ ਦੀ ਪਰਵਾਹ ਨਹੀਂ ਹੈ, ਉਹ ਕਿਸੇ ਦਾ ਮੁਹਤਾਜ ਨਹੀਂ ਹੈ। ਮੈਂ ਤੁਹਾਡਾ ਮੁਹਤਾਜ ਹੋ ਸਕਦਾ, ਤੁਸੀਂ ਮੇਰੇ ਮੁਹਤਾਜ ਹੋ ਸਕਦੇ ਹੋ। ਇੱਕ ਬੰਦਾ ਦੂਜੇ ਦਾ ਮੁਹਤਾਜ ਹੋ ਸਕਦਾ ਹੈ, ਪਰ ਰੱਬ ਤੇ ਕਿਸੇ ਦਾ ਮੁਹਤਾਜ ਨਹੀਂ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਗੁਰੂ ਜੀ ਕਹਿੰਦੇ ਨੇ ਜੇ ਸਾਰੇ ਰੱਬ ਨੂੰ ਮਿਲ ਕੇ ਵੱਡਾ ਵੱਡਾ ਆਖੀ ਜਾਣ ਤਾਂ ਤੁਹਾਡੇ ਵੱਡਾ ਕਹਿਣ ਦੇ ਨਾਲ ਉਹ ਵੱਡਾ ਨਹੀਂ ਹੋ ਚੱਲਿਆ, ਤੇ ਜੇ ਕੋਈ ਵੀ ਨਾ ਉਹਨੂੰ ਕਹੇ ਤਾਂ ਘਾਟ ਨਾ ਜਾਏ। ਜੇ ਉਹਨੂੰ ਕੋਈ ਵੀ ਵੱਡਾ ਕਹੇ ਨਾ ਤੇ ਉਹ ਘੱਟ ਨਹੀਂ ਚੱਲਿਆ। ਬੇਪਰਵਾਹ ਹੈ, ਵਿਗਸ ਹੈ, ਖੁਸ਼ ਹੈ, ਪ੍ਰਸੰਨ ਹੈ, ਖਿੜਿਆ ਹੋਇਆ ਹੈ। ਰੱਬ ਇੱਕ ਖੇੜਾ ਹੈ। ਤੇ ਯਾਦ ਰੱਖਣਾ, ਜਿਹੜਾ ਹੁਕਮ ਦੇ ਅੰਦਰ ਚੱਲੇਗਾ, ਜਿਹੜਾ ਹੁਕਮ ਨੂੰ ਆਪਣੀ ਜ਼ਿੰਦਗੀ ਦਾ ਗੋਲ ਬਣਾ ਲਵੇਗਾ, ਉਹ ਵੀ ਵਿਕਸਿਤ ਹੋ ਜਾਏਗਾ। ਜਿਹੜਾ ਰੱਬ ਦੇ ਵਿੱਚ ਮਿਲੇਗਾ, ਰੱਬ ਵਰਗਾ ਖੁਸ਼ ਹੋ ਜਾਏਗਾ, ਪ੍ਰਸੰਨ ਹੋ ਜਾਏਗਾ, ਉਹਦੀ ਜ਼ਿੰਦਗੀ ਅੰਦਰ ਖੇੜਾ ਆ ਜਾਏਗਾ, ਉਹ ਸਚਿਆਰ ਹੋ ਜਾਏਗਾ। ਚਾਹੇ ਉਹ ਤਾਣ ਗਾਉਣ ਵਾਲਾ ਹੈ, ਦਾਤਾਂ ਨੂੰ ਗਾਉਣ ਵਾਲਾ ਹੈ, ਗੁਣ ਵਡਿਆਈਆਂ ਗਾਉਣ ਵਾਲਾ ਹੈ, ਵਿਦਿਆ ਵਿਖਮ ਵਿਚਾਰ ਗਾਉਣ ਵਾਲਾ ਹੈ, ਜਿੰਨੇ ਵੀ ਉੱਤੇ ਸਿਫਤਾਂ ਕਰਨ ਵਾਲੇ ਦੱਸੇ ਨੇ, ਜੇ ਇਹ ਸਾਰੇ ਰਜ਼ਾ ਦੇ ਅੰਦਰ ਤੁਰਦੇ ਨੇ ਤਾਂ ਇਹਨਾਂ ਦੀ ਜ਼ਿੰਦਗੀ ਦੇ ਅੰਦਰ ਖੇੜਾ ਆ ਜਾਏਗਾ। ਪਰ ਜੇ ਕੋਈ ਕੱਲੀ ਗੁਣਾਂ ਦੀ ਗੱਲ ਕਰੀ ਜਾਏ ਤੇ ਗੁਣਾਂ ਨੂੰ ਅਪਣਾਏ ਨਾ, ਰਜ਼ਾ ਦੇ ਵਿੱਚ ਤੁਰੇ ਨਾ, ਖੇੜਾ ਨਹੀਂ ਆਏਗਾ, ਸਚਿਆਰ ਨਹੀਂ ਹੋ ਪਾਏ। ਇਸ ਲਈ ਇਸ ਪੌੜੀ ਰਾਹੀਂ ਗੁਰਦੇਵ ਪਾਤਸ਼ਾਹ ਨੇ ਉਸ ਪ੍ਰਭੂ ਦੀ ਅਨੰਤਤਾ ਦਾ ਸਾਡੇ ਸਾਹਮਣੇ ਰੱਖਿਆ ਹੈ, ਸਾਰਾ ਕੁਝ ਖੋਲ ਕੇ, ਕਿ ਉਹ ਪ੍ਰਭੂ ਅਨੰਤ ਹੈ, ਦਾਤਾ ਅਨੰਤ ਨੇ, ਗੁਣ ਅਨੰਤ ਨੇ, ਤਾਕਤ ਅਨੰਤ ਹੈ, ਵਿਦਿਆ ਅਨੰਤ ਹੈ। ਜਿੰਨਾ ਮਰਜ਼ੀ ਗਾਈ ਜਾਓ, ਜਿੰਨਾ ਮਰਜ਼ੀ ਪੜ੍ਹੀ ਜਾਓ, ਕਿਸੇ ਦਾ ਕੋਈ ਕਿਸੇ ਵੀ ਚੀਜ਼ ਦਾ ਪਾਰ ਉਰਾਰ ਨਹੀਂ। ਲੇਕਿਨ ਇਹ ਸਾਰੀ ਕਾਇਨਾਤ ਹੁਕਮ ਦੇ ਅੰਦਰ ਚੱਲ ਰਹੀ ਹੈ। ਹੁਕਮ ਦੇ ਅੰਦਰ ਰਹਿਣ ਵਾਲਾ ਰੱਬ ਹੁਕਮ ਚਲਾ ਰਿਹਾ ਹੈ, ਤੇ ਰੱਬ ਵਿਕਸਿਤ ਹੈ, ਖਿੜਿਆ ਹੋਇਆ ਹੈ, ਖੇੜਾ ਹੈ। ਜਿਹੜਾ ਹੁਕਮ ਦੇ ਅੰਦਰ ਤੁਰੇਗਾ, ਜਿਹੜਾ ਕੁਦਰਤ ਦੇ ਕਾਨੂੰਨਾਂ ਦਾ ਪਾਲਨ ਕਰੇਗਾ, ਰੱਬੀ ਰਜ਼ਾ ਦੇ ਅੰਦਰ ਤੁਰੇਗਾ, ਉਹਦੇ ਅੰਦਰ ਵੀ ਖੇੜਾ ਆ ਜਾਏਗਾ। ਉਹ ਵੀ ਕਮਲ ਦੇ ਫੁੱਲ ਦੀ ਤਰ੍ਹਾਂ ਖਿੜੇਗਾ, ਉਹਦੇ ਅੰਦਰ ਵੀ ਵਿਗਾਸਤਾ ਆ ਜਾਏਗੀ। ਇਸ ਲਈ ਨਾਨਕ ਭਗਤਾਂ ਸਦਾ ਵਿਗਾਸ, ਹਮੇਸ਼ਾ ਉਹ ਵਿਗਾਸ ਵਿੱਚ ਨੇ।
ਤਾਂ ਜਿਹੜਾ ਰਜਾ ਦੇ ਅੰਦਰ ਤੁਰੇਗਾ ਉਹ ਬੰਦਾ ਸਚਿਆਰ ਹੋ ਜਾਏਗਾ। ਦੇਖੋ ਸਾਡੇ ਵਾਸਤੇ ਕਿੰਨੀ ਵੱਡੀ ਫੀਲਡ ਹੈ ਆਪਣੇ ਅੰਦਰ ਵਿਗਾਸਤਾ ਲਿਆਉਣ ਦੀ, ਖੇੜਾ ਲਿਆਉਣ ਦੀ, ਵਿਸ਼ਾਲਤਾ ਲਿਆਉਣ ਦੀ, ਮਾਨਵਤਾ ਲਿਆਉਣ ਦੀ, ਸਚਾਈ ਲਿਆਉਣ ਦੀ, ਦਇਆ ਲਿਆਉਣ ਦੀ, ਵਿਦਿਆ ਦੀ, ਦਾਤਾਂ ਦੀ, ਤਾਣ ਦੀ, ਵਡਿਆਈਆਂ ਦੀ, ਵਿਚਾਰਾਂ ਦੀ। ਜਿੰਨੇ ਮਰਜ਼ੀ ਵਿਸ਼ਾਲ ਹੋ ਜਾਓ, ਰਜਾ ਦੇ ਅੰਦਰ ਤੁਰ ਕੇ ਸਾਰਾ ਕੁਝ ਸਾਨੂੰ ਮਿਲ ਸਕਦਾ ਹੈ। ਤਾਂ ਜੋ ਰਜਾ ਦੇ ਅੰਦਰ ਤੁਰੇਗਾ ਉਹ ਸਚਿਆਰ ਹੋ ਜਾਏਗਾ। ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅੱਜ ਜੋ ਅਸੀਂ ਇਸ ਪੌੜੀ ਦੇ ਵਿੱਚ ਵਿਚਾਰਿਆ ਹੈ, ਇਸ ਦੇ ਸੰਬੰਧ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਉਹ ਕਰ ਸਕਦਾ ਹੈ। ਜੇ ਤੁਸੀਂ ਕੇਵਲ ਜਿਹੜੀ ਪੌੜੀ ਨੂੰ ਵਿਚਾਰਿਆ ਜਾਂਦਾ ਨਾ ਉਹਦੇ ਸੰਦਰਭ ਵਿੱਚ ਸਵਾਲ ਕਰਦੇ ਜਾਓਗੇ ਤਾਂ ਗਾਰੰਟੀ ਦੇ ਨਾਲ ਕਿਹਾ ਜਾਂਦਾ ਜੇ ਇਹਨੂੰ ਪਿਆਰ ਨਾਲ ਅਸੀਂ ਸਮਝਾਂਗੇ ਨਾ ਤਾਂ ਜਪਜੀ ਸਾਹਿਬ ਸੰਪੂਰਨ ਹੋਣ ਤੱਕ ਜ਼ਿੰਦਗੀ ਦੇ ਅੰਦਰ ਕੋਈ ਸਵਾਲ ਬਾਕੀ ਨਹੀਂ ਬਚੇਗਾ, ਕੋਈ ਸਵਾਲ ਹੀ ਨਹੀਂ ਬਚਣਾ। ਤੇ ਜਦੋਂ ਅਸੀਂ ਇਸ ਟੌਪਿਕ ਤੋਂ ਕੁਝ ਬਾਹਰ ਸਵਾਲ ਕਰਾਂਗੇ ਤਾਂ ਫਿਰ ਉਹ ਕਈ ਵਾਰ ਬੰਦਾ ਉਲਝ ਜਾਂਦਾ ਹੈ, ਕਿਉਂਕਿ ਅਗਲੀ ਗੱਲ ਦਾ ਪਤਾ ਨਾ ਹੋਣ ਕਰਕੇ ਅਸੀਂ ਉਲਝ ਜਾਂਦੇ ਹਾਂ। ਇਸ ਲਈ ਪੌੜੀ ਦਰ ਪੌੜੀ ਅਸੀਂ ਵਿਚਾਰਦੇ ਜਾਵਾਂਗੇ, ਇਹਨਾਂ ਚੀਜ਼ਾਂ ਨੂੰ, ਪੁਆਇੰਟਸ ਨੂੰ ਨੋਟ ਕਰਦੇ ਜਾਓ। ਜੋ ਚੰਗੇ ਤੇ ਸਾਰੇ ਹੀ ਨੇ, ਪਰ ਜੋ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ, ਪਹਿਲਾਂ ਨਹੀਂ ਸੁਣਿਆ, ਉਹਨੂੰ ਤੁਸੀਂ ਆਪ ਨੋਟ ਕਰਦੇ ਚਲੇ ਜਾਓ। ਤੇ ਆਉਣ ਵਾਲੇ ਸਮੇਂ ਦੇ ਅੰਦਰ ਸਵਾਲ ਜ਼ਿੰਦਗੀ ਤੋਂ ਖਤਮ ਹੋ ਜਾਣਗੇ। ਕੇਵਲ ਸਾਡੇ ਜੀਵਨ ਵਿੱਚ ਹੀ ਰਹਿ ਜਾਏਗਾ ਕਿ ਇਸ ਤੱਕ ਪਹੁੰਚਣਾ ਕਿਵੇਂ ਹੈ। ਤਾਂ ਇੱਥੇ ਮੈਂ ਸਮਾਪਤੀ ਕਰ ਰਿਹਾ। ਹੁਣ ਵੀਰ ਤਰਲੋਚਨ ਸਿੰਘ ਜੀ ਅਗਲੀ ਕਾਰਵਾਈ ਕਰਨਗੇ। ਮੇਰੇ ਤੋਂ ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਆਪ ਜੀ ਦਾ ਹਮੇਸ਼ਾ ਦੀ ਤਰ੍ਹਾਂ। ਤੇ ਬਾਕੀ ਸਾਰਿਆਂ ਨੂੰ ਹੁਣ ਬੇਨਤੀ ਹੈ ਜੀ ਕਿ ਜਿੱਦਾਂ ਅਸੀਂ ਕਹੀਦਾ ਹੁੰਦਾ ਕਿ ਤੁਸੀਂ ਅਨਮਿਊਟ ਹੋ ਜਾਇਓ, ਤੇ ਮੇਰੇ ਕੋਲ ਕੰਟਰੋਲ ਹੈ ਨਹੀਂ, ਮੈਂ ਤੁਹਾਨੂੰ ਅਨਮਿਊਟ ਨਹੀਂ ਕਰ ਸਕਦਾ। ਸੋ ਜਿਨ੍ਹਾਂ ਨੇ ਵੀ ਅੱਜ ਦੇ ਪੌੜੀ ਜੋ ਵੀ ਤੁਸੀਂ ਸੁਣੀ ਹੈ, ਕਥਾ ਸੁਣੀ ਹੈ, ਉਹਦੇ ਵਿੱਚ ਤੁਸੀਂ ਜੋ ਵੀ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਗਿਆਨੀ ਜੀ ਨੂੰ ਪੁੱਛ ਸਕਦੇ ਹਾਂ। ਤੇ ਅਸੀਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਹਮੇਸ਼ਾ ਦੀ ਤਰ੍ਹਾਂ। ਤੇ ਜਸਵਿੰਦਰ ਸਿੰਘ ਵੀ ਸਾਡੇ ਨਾਲ ਅਨਮਿਊਟ ਹੋਏ ਆ, ਤੇ ਸਤਿੰਦਰ ਸਿੰਘ ਜੀ ਵੀ ਅਨਮਿਊਟ ਆ। ਹੋਰ ਵੀ ਜਿਹਨੇ ਕੋਈ ਪੁੱਛਣਾ ਵੇਖਣਾ ਹੈ ਤੇ ਤੁਸੀਂ ਆ ਜਾਓ ਪਲੀਜ਼। ਤੇ ਇਹ ਤੋਂ ਪਹਿਲਾਂ ਮੈਂ ਇੱਕ ਕਹਿਣਾ ਚਾਹੁੰਦਾ ਜੀ, ਸਾਡੇ ਬਾਪੂ ਜੀ ਦਾ ਅੱਜ ਬਰਥਡੇ ਹੈ ਤੇ ਉਹ ਵੀ ਸੁਣ ਰਹੇ ਆ। ਮੇਰਾ ਖਿਆਲ ਕਿੱਥੇ, ਇੱਥੇ ਹੀ ਹੈ ਬਾਪੂ ਜੀ, ਇੱਧਰ ਆਓ ਜਰਾ, ਹੈਲੋ ਕਰ ਲਓ ਸਾਰਿਆਂ ਨੂੰ। ਜਿਹੜੀ ਪਿਆਰ ਨਾਲ ਕਿਹਾ ਕਰੂ ਬਾਪੂ ਜੀ। ਨਹੀਂ ਮੈਂ ਉਹ ਉੱਚਾ ਸੁਣਦਾ ਕਰਕੇ ਤਾਂ ਮੈਂ ਕਿਹਾ। ਉਹ ਕਥਾ ਸੁਣ ਰਹੇ ਆ, ਉਹਨਾਂ ਦੀ ਅੱਜ 86 years ਏਜ ਆ। ਪਰਮਾਤਮਾ ਕਰੇ ਇਹਨਾਂ ਦੀ ਹੋਰ ਵੀ 86 ਤੋਂ ਵੀ 186 ਹੀ ਹੋ ਜਾਵੇ, ਪਰ ਉਹ ਤੰਦਰੁਸਤ ਹੈ ਜੀ ਇਸ ਵੇਲੇ ਬੜੀ ਵਧੀਆ, ਤੇ ਆਪਣੀ ਲੁਕ ਆਫਟਰ ਆਪ ਕਰਦੇ ਪੂਰੀ ਤਰ੍ਹਾਂ, ਤੇ ਕਥਾ ਰੋਜ਼ ਸੁਣਦੇ ਆ। ਤੇ ਹੋਰ ਵੀ ਜਾਣੇ YouTube ਦੇ ਬੜੇ ਮਾਹਰ ਆ ਇਸ ਵੇਲੇ, ਸਾਡੇ ਤੇ ਡਿਪੈਂਡੈਂਟ ਨਹੀਂ, ਤੇ ਇਸ ਕਰਕੇ ਅਸੀਂ ਇਹਨਾਂ ਨੂੰ ਬਹੁਤ ਬੈਸਟ ਵਿਸ਼ੇਸ ਦਿੰਦੇ ਆ। ਹੈਪੀ ਬਰਥਡੇ ਅੰਕਲ ਜੀ, ਬਹੁਤ ਬਹੁਤ ਮੁਬਾਰਕ, ਮੁਬਾਰਕਾਂ ਜੀ, ਇਹਨਾਂ ਦੀ ਉਮਰ ਲੰਮੀ ਕਰੇ। ਥੈਂਕ ਯੂ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਘੰਟਾ ਬੈਠ ਕੇ ਅਸੀਂ ਕੇਕ ਬਣਾਉਣੇ ਆ, ਥੋੜਾ ਬੇਬੀ ਬਣ ਲਊਗੇ ਫਿਰ ਮੁੜ ਕੇ। ਪਕੌੜੇ ਖਿਲਾਤੇ ਆ ਜੀ, ਤੇ ਗਾਹਾਂ ਦੀ ਕਾਰਵਾਈ ਇਹਨਾਂ ਤੇ ਸ਼ੁਰੂ ਕਰਾਂਗੇ। ਤੇ ਹਾਂਜੀ, ਹੁਣ ਮੈਂ ਆਪਣੇ ਸਰੋਤਿਆਂ ਵੱਲ ਆ ਜਾਈਏ ਜੀ। ਤੇ ਸਭ ਤੋਂ ਪਹਿਲਾਂ ਜਸਵਿੰਦਰ ਸਿੰਘ ਜੀ ਅਨਮਿਊਟ ਹੋਏ ਆ, ਤੇ ਮੈਂ ਉਹਨਾਂ ਨੂੰ ਕਹੂੰਗਾ ਕਿ ਉਹ ਆਪਣੇ ਵਿਚਾਰ ਰੱਖਣ, ਤੇ ਉਹਦੇ ਬਾਅਦ ਦੇ ਵਿੱਚ ਆਪਣੇ ਸਤਿੰਦਰ ਸਿੰਘ ਜੀ, ਤੇ ਹੋਰ ਵੀ ਅਨਮਿਊਟ ਹੋ ਜਾਓ ਜੀ, ਤਾਂ ਕਿ ਮੈਂ ਨਾਲੇ ਨਾਲ ਤੇ ਉਹਨਾਂ ਨੂੰ ਦੇਖੀ ਜਾਊਗਾ। ਹਾਂਜੀ ਜਸਵਿੰਦਰ ਸਿੰਘ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਜਿੱਦਾਂ ਤੁਸੀਂ ਹੁਣ ਐਕਸਪਲੇਨ ਕੀਤਾ ਵੀ ਗਾਵੇ ਕੋ ਸਾਜ ਕਰੇ ਤਨਖੇ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ। ਜਿਹੜੇ 5 ਤੱਤ ਆਪਣੇ ਤੱਤਾਂ ਵਿੱਚ ਮਿਲ ਕੇ ਰੀਸਾਈਕਲ ਹੋ ਜਾਂਦੇ ਆ, ਉਹ ਕੋਈ ਮਰਦਾ ਨਹੀਂ ਹੈਗਾ, ਰਾਈਟ। ਤੇ ਬਾਕੀ ਤੁਸੀਂ ਵੀ ਕਿਹਾ ਸੀ ਵੀ ਜਿਹੜਾ ਸੱਚ ਬੋਲਣਾ ਜਿੱਦਾਂ ਸੌਖਾ ਹੈ, ਸੱਚ ਬੋਲਣਾ ਔਖਾ ਨਹੀਂ ਹੈਗਾ। ਪਰ ਇੱਕ ਭਗਤ ਕਬੀਰ ਸਿੰਘ ਦੀ ਪੰਕਤੀ ਮੈਂ ਕੱਢੀ ਸੀ, ਕਬੀਰ ਜੈ ਮਾਰਗ ਪੰਥ ਗਏ ਪਾਸ਼ੇ ਪਰੀ ਬਹੀਰ, ਇੱਕ ਅਬ ਘਾਟੀ ਰਾਮ ਕੀ ਜੈ ਚੜ ਰਹਿਓ ਕਬੀਰ। ਇਹਦਾ ਮਤਲਬ ਜਿਵੇਂ ਸੱਚ ਦੇ ਨਾਲ ਕੀ ਆ, ਵੀ ਸੱਚ ਤੇ ਚੜ੍ਹਨਾ ਔਖਾ ਕਹਿ ਰਿਹਾ ਜਾਂਦਾ ਤੁਸੀਂ? ਉਹ ਲੋਕਾਂ ਵਾਸਤੇ ਔਖਾ ਕਹਿ ਰਹੇ ਨੇ ਵੀ ਜਿਸ ਪਾਸੇ ਪੰਡਿਤ ਗਏ ਨੇ ਨਾ, ਉਸ ਪਾਸੇ ਵਹੀਰਾਂ ਲੋਕਾਂ ਨੇ ਘੱਟ ਲਈਆਂ ਨੇ, ਕਿਉਂਕਿ ਥੱਲੇ ਡਿੱਗਣਾ ਬੜਾ ਸੌਖਾ ਹੈ ਤੇ ਉੱਤੇ ਚੜ੍ਹਨ ਲਈ ਟਰਾਈ ਕਰਨੀ ਪੈਂਦੀ ਹੈ। ਉਹ ਲੋਕਾਂ ਨੂੰ ਔਖਾ ਲੱਗਦਾ ਹੈ।
ਜਿਹੜਾ ਲੋਕਾਂ ਨੂੰ ਔਖਾ ਲੱਗਦਾ ਉੱਥੇ ਭਗਤ ਕਬੀਰ ਜੀ ਚੜੇ ਹੋਏ ਨੇ। ਰਾਈਟ, ਸੱਚ ਦੇ ਰਾਹ ਤੇ। ਹਾਂਜੀ, ਕਿਉਂਕਿ ਸੱਚ ਜਿਹੜਾ ਲੋਕਾਂ ਨੂੰ ਔਖਾ ਲੱਗਦਾ ਉਹਦਾ ਔਖਿਆਈ ਦਾ ਕਾਰਨ ਪਤਾ ਕੀ ਹੈ? ਹਾਂਜੀ, ਕਿਉਂਕਿ ਸੱਚ ਬੋਲਣ ਲੱਗਿਆ ਵੀਰ ਜੀ ਤਿਆਗ ਕਰਨਾ ਪੈਂਦਾ ਹੈ। ਰਾਈਟ, ਗੁਰੂ ਅਰਜਨ ਦੇਵ ਜੀ ਸੱਚ ਬੋਲ ਰਹੇ ਨੇ ਤਾਂ ਉਹਨਾਂ ਨੂੰ ਤੱਤੀ ਤਵੀ ਤੇ ਬਹਿਣਾ ਪੈ ਰਿਹਾ ਨਾ। ਆਮ ਬੰਦੇ ਨੂੰ ਔਖਾ ਲੱਗਦਾ ਹੈ, ਹਾਂਜੀ, ਲੇਕਿਨ ਗੁਰੂ ਅਰਜਨ ਦੇਵ ਜੀ ਬਹਿ ਗਏ ਨੇ। ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚੇ ਵਾਰ ਰਹੇ ਨੇ। ਮੀਨਸ ਸੱਚ ਵਾਸਤੇ ਸਾਨੂੰ ਤਿਆਗ ਕਰਨਾ ਪੈਂਦਾ ਹੈ। ਤਿਆਗ ਅਸੀਂ ਕਰਨਾ ਨਹੀਂ ਚਾਹੁੰਦੇ। ਹਾਂਜੀ, ਹੁਣ ਇਹ ਜ਼ਰੂਰੀ ਨਹੀਂ ਹੈ ਕਿ ਸੱਚ ਬੋਲਣ ਵਾਸਤੇ ਸਾਨੂੰ ਆਪਣੇ ਬੱਚੇ ਹੀ ਮਰਵਾਣੇ ਪੈਣ ਜਾਂ ਸ਼ਹੀਦ ਹੀ ਹੋਣਾ ਪਵੇ, ਸਰੀਰ ਹੀ ਵਾਰਨਾ ਪਵੇ। ਇਹ ਵੀ ਹੋ ਸਕਦਾ, ਲੇਕਿਨ ਸੱਚ ਬੋਲਣ ਵਾਸਤੇ ਸਾਨੂੰ ਛੋਟੇ ਛੋਟੇ ਤਿਆਗ ਕਰਨੇ ਪੈਂਦੇ ਨੇ। ਵੀ ਜੇ ਸੱਚ ਬੋਲਿਆ ਤੇ ਨੌਕਰੀ ਤੋਂ ਨਾ ਕੱਢ ਦੇਣ, ਯਾਰ ਜੇ ਸੱਚ ਬੋਲਿਆ ਤੇ ਵੀਰ ਮੇਰੇ ਨਾਲ ਬੋਲਣਾ ਹੀ ਨਾ ਬੰਦ ਕਰ ਦੇਵੇ। ਜੇ ਮੈਂ ਜੋ ਕੁਛ ਅੱਜ ਮੇਰੇ ਵੀਰ ਨੇ ਕਰਤੂਤ ਕੀਤੀ ਜਾ ਕੇ ਘਰ ਮੈਂ ਭੈਣ ਨੂੰ ਦੱਸਤਾ ਤੇ ਇਹਨਾਂ ਦੇ ਘਰ ਕਲੇਸ਼ ਪੈ ਜਾਣਾ। ਤੇ ਜਿਹੜਾ ਮੈਨੂੰ ਪਰੌਂਠੇ 2 ਮਿਲਦੇ ਨੇ ਉਹ ਵੀ ਜਾਣੇ ਨੇ। ਇਹ ਮੈਂ 2 ਪਰੌਂਠਿਆਂ ਦਾ ਤਿਆਗ ਨਹੀਂ ਕਰ ਸਕਦਾ। ਯਾਨੀ ਛੋਟੇ ਛੋਟੇ ਤਿਆਗ ਨੇ। ਜੇ ਮੈਂ ਤੁਹਾਡੀ ਕੋਈ ਹੈਲਪ ਕਰਨੀ ਤੇ ਛੋਟਾ ਮੋਟਾ ਤਿਆਗ ਤੇ ਉਹ ਤਿਆਗ ਕਰਨਾ ਸਾਨੂੰ ਔਖਾ ਲੱਗਦਾ ਹੈ ਨੇ। ਠੀਕ ਨੇ, ਕੰਮ ਸੌਖੇ ਨੇ, ਅਸੀਂ ਕਰ ਸਕਦੇ ਹਾਂ ਜੇ ਚਾਹੀਏ, ਕਿਉਂਕਿ ਸਾਡੇ ਅੰਦਰ ਹੈ ਨਾ। ਹਾਂਜੀ, ਪਰ ਅਸੀਂ ਉਹਨਾਂ ਨੂੰ ਕਰਨਾ ਨਹੀਂ ਚਾਹੁੰਦੇ। ਹੋ ਸਕਦਾ ਐਸਾ ਪੋਸੀਬਿਲਿਟੀ ਹੈ। ਸੋ ਅਸੀਂ ਏਦਾਂ ਸਮਝਦੇ ਵੀ ਜੇ ਸੱਚ, ਜਿਹੜਾ ਸੱਚ ਬੋਲਣਾ, ਸੱਚੇ ਰਾਹ ਤੁਰਨਾ ਸੌਖਾ ਹੈ। ਅਸੀਂ ਆਪਣੀ ਮੈਂਟੈਲਿਟੀ ਨੂੰ ਏਦਾਂ ਡਿਵੈਲਪ ਕਰਨਾ। ਹਾਂਜੀ, ਦੇਖੋ ਸੌਖਾ ਕਿਵੇਂ ਨੇ? ਜਿਵੇਂ ਹੁਣ ਤੁਸੀਂ ਹੋ ਨਾ, ਤੁਹਾਡੇ 2 ਬੱਚੇ ਨੇ ਔਰ ਤੁਸੀਂ ਖੁਦ ਹੋ 4 ਮੈਂਬਰ ਹੋ ਨਾ ਪਰਿਵਾਰ ਦੇ। ਹਾਂਜੀ, ਤੇ ਜੇ ਤੁਸੀਂ 4 ਜਣੇ ਬੈਠ ਕੇ ਇੱਕ ਗੋਲ ਬਣਾ ਲਓ ਕਿ ਅਸੀਂ 4 ਨੇ ਆਪਸ ਦੇ ਵਿੱਚ ਸੱਚ ਬੋਲਣਾ, ਵੀ ਝੂਠ ਨਹੀਂ ਬੋਲਣਾ ਕਿਸੇ ਨੇ, ਹਾਂਜੀ, ਉਹ ਬੜਾ ਸੌਖਾ ਹੋ ਜਾਏਗਾ। ਹੁਣ ਔਖਾ ਉਦੋਂ ਜਦੋਂ ਇੱਕ ਬੰਦਾ ਸੱਚ ਬੋਲ ਰਿਹਾ ਦੂਜਾ ਨਹੀਂ ਬੋਲ ਰਿਹਾ, ਉਦੋਂ ਫਿਰ ਥੋੜਾ ਔਖਾ ਲੱਗਦਾ ਹੈ। ਤੇ ਜੇ ਅਸੀਂ ਪਰਿਵਾਰ ਦੇ ਸਾਰੇ ਮੈਂਬਰ, ਮੇਰੀ ਘਰਵਾਲੀ, ਜਿਵੇਂ ਆਪਣੀ ਗੱਲ ਕਰਾਂ, ਮੇਰੀ ਘਰਵਾਲੀ, ਮੇਰੀ ਨੂੰਹ, ਮੇਰਾ ਬੇਟਾ, ਮੇਰੀ ਪੋਤਰੀ, ਅਸੀਂ 5 ਮੈਂਬਰ ਹਾਂ ਪਰਿਵਾਰ ਵਿੱਚ। ਬੇਟੀ ਦਾ ਵੱਖਰਾ ਪਰਿਵਾਰ ਹੈ। ਤੇ ਜੇ ਅਸੀਂ ਪਰਿਵਾਰ ਦੇ 5 ਹੀ ਮੈਂਬਰ ਆਪਣਾ ਇੱਕ ਸਾਂਝਾ ਗੋਲ ਬਣਾ ਲਈਏ ਕਿ ਅਸੀਂ ਸੱਚ ਬੋਲਣਾ ਹੈ, ਤਾਂ ਫਿਰ ਕੋਈ ਔਖਾ ਨਹੀਂ ਹੋਣਾ। ਕਿਉਂਕਿ ਹੁਣ ਮੇਰੀ ਪੋਤਰੀ ਨੂੰ ਲੱਗੇਗਾ ਮੈਂ ਦਾਦਾ ਕਿ ਜੇ ਸੱਚ ਬੋਲਿਆ ਤੇ ਮੈਨੂੰ ਡਾਂਟਣਗੇ ਜਾਂ ਕੀ ਕਰਨਗੇ। ਪਰ ਜਦੋਂ ਗੋਲ ਹੀ ਬਣਿਆ ਉਦੋਂ ਨਾ ਦਾਦੇ ਨੂੰ ਡਰਨਾ ਪੋਤਰੀ ਨੂੰ। ਹਾਂਜੀ, ਧੰਨਵਾਦ। ਠੀਕ ਹੈ ਜਸਵਿੰਦਰ ਸਿੰਘ ਜੀ। ਗੱਲ ਏਦਾਂ ਹੈ ਜੀ, ਫਿਰ ਝੂਠ ਆਲੇ ਦੁਆਲੇ ਇੰਨਾ ਫੈਲ ਗਿਆ ਕਿ ਉਹੀ ਸਾਨੂੰ ਸੱਚ ਲੱਗਦਾ। ਉਹ ਬਹੁਤ ਸੌਖਾ ਆ, ਕਿਉਂਕਿ ਕਈ ਵਾਰੀ ਜਿੱਦਾਂ ਗਿਆਨੀ ਜੀ ਤੁਸੀਂ ਕਿਹਾ ਕਿ ਪੋਤੀ ਸ਼ਾਇਦ ਉਹ ਸਮਝੂਗੀ ਕਿ ਡਾਂਟਣਾ ਪਏਗਾ। ਜੇ ਉਹਨਾਂ ਨੂੰ ਇੰਸ਼ੋਰੈਂਸ ਹੋਵੇ ਕਿਸੇ ਚੀਜ਼ ਦੀ, ਸਾਰਿਆਂ ਨੂੰ ਏਦਾਂ ਇੰਸ਼ੋਰੈਂਸ ਹੋ ਜਾਵੇ ਵੀ ਬੋਲਣਾ ਤਾਂ ਸੱਚ ਹੀ ਆ, ਨੋ ਮੈਟਰ ਵਾਟ, ਤੇ ਉਹਦੇ ਨਾਲ ਫਿਰ ਸਾਰਿਆਂ ਨੂੰ ਮਤਲਬ ਤਕਲੀਫ ਨਹੀਂ ਹੋਣੀ ਕਿਸੇ ਨੂੰ ਸੱਚ ਬੋਲਣ ਤੇ। ਉਹ ਸਾਨੂੰ ਝੂਠ ਬੋਲਣਾ ਇਸੇ ਕਰਕੇ ਪੈ ਰਿਹਾ ਕਿਉਂਕਿ ਅਗਲੇ ਨੂੰ ਥੋੜਾ ਜਿਹਾ ਸੌਖਾ ਕਰਨ ਵਾਸਤੇ ਆਪਾਂ ਏਦਾਂ ਕਰ ਦਈਦਾ ਤਾਂ ਕਿ ਗੁਜ਼ਾਰਾ ਛੇਤੀ ਨਿਕਲ ਜਾਵੇ। ਹਾਂਜੀ, ਨਾਲੇ ਸੱਚ ਡਾਂਟ ਵੀ ਨਹੀਂ ਪਵੇਗੀ। ਨਾਲੇ ਜਦੋਂ ਅਸੀਂ ਏਮ ਬਣਾ ਲਵਾਂਗੇ ਨਾ, ਅਸੀਂ 5 ਮੈਂਬਰ ਆਪਣੇ ਘਰ ਦਾ, ਤੇ ਕੋਈ ਬੱਚਾ ਗਲਤ ਕੰਮ ਕਰੇਗਾ ਵੀ ਨਹੀਂ, ਝੂਠ ਨੂੰ ਹੋਏਗਾ, ਝੂਠ ਨੂੰ ਅਪਣਾਏਗਾ ਨਹੀਂ। ਸਾਡਾ ਏਮ ਹੀ ਹੋ ਗਿਆ ਨਾ ਕਿ ਸੱਚ ਬੋਲਣਾ ਹੈ, ਸੱਚ ਸੁਣਨਾ ਹੈ, ਸੱਚ ਕਮਾਣਾ ਹੈ, ਸੱਚ ਹੀ ਕਰਨਾ ਹੈ। ਤਾਂ ਸਾਡੇ ਪਰਿਵਾਰ ਚ ਕੋਈ ਕਰੈਕਟਰਲੈਸ ਵੀ ਨਹੀਂ ਹੋਏਗਾ ਕਿ ਉਹ ਕਰੈਕਟਰਲੈਸ ਹੋਣ ਵਾਸਤੇ ਝੂਠ ਬੋਲਣਾ ਪੈਣਾ ਹੈ। ਤਾਂ ਝੂਠ ਬੋਲਣਾ ਹੀ ਨਹੀਂ ਜਦੋਂ ਸੱਚ, ਝੂਠਾ ਕੰਮ ਹੀ ਨਹੀਂ ਕਰਨਾ। ਤਾਂ ਹੋ ਸਕਦਾ ਹੈ ਪੋਸੀਬਲ। ਛੋਟੇ ਛੋਟੇ ਸਟੈਪ, ਜਿੱਦਾਂ ਅੱਗੇ ਵੀ ਗੱਲ ਕਰਦੇ, ਛੋਟੇ ਛੋਟੇ ਸਟੈਪ ਲਓ, ਜਿੱਦਾਂ ਆਪਣੀ ਫੈਮਿਲੀ ਤੋਂ ਸ਼ੁਰੂ ਕਰੋ ਤੇ ਅੱਗੇ ਜਾ ਕੇ ਫਿਰ ਸਫਲਤਾ ਆਪੇ ਹੋ ਜਾਂਦੀ ਹੈ। ਜਾਪਾਨ ਨੇ ਇੱਕ ਕਾਈਜ਼ਨ ਥਿਊਰੀ ਅਪਣਾਈ ਹੈ। ਕਾਈਜ਼ਨ ਸਿਰਫ ਇੱਕ ਸ਼ਬਦ ਹੈ, ਲੇਕਿਨ ਉਹ ਅੱਜ ਉਹ ਕਾਈਜ਼ਨ ਥਿਊਰੀ ਹੀ ਬਣ ਗਈ ਹੈ। ਜਦੋਂ ਜਾਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਐਟਮ ਬੰਬ ਬਰਸਾਏ ਗਏ, ਸਾਰਾ ਕੁਝ ਤਹਿਸ਼ ਨਹਿਸ਼ ਹੋ ਗਿਆ। ਤੇ ਦੇਖੋ ਸਾਰਾ ਕੁਝ ਤਹਿਸ਼ ਨਹਿਸ਼ ਹੋ ਜਾਏ, ਉਹਨੂੰ ਦੁਬਾਰਾ ਡਿਵੈਲਪ ਕਰਨ ਵਾਸਤੇ ਕਿੰਨਾ ਆਤਮ ਵਿਸ਼ਵਾਸ ਚਾਹੀਦਾ, ਲੋਕਾਂ ਦਾ ਕਿੰਨਾ ਆਤਮ ਬਲ ਗਿਰ ਗਿਆ ਹੋਵੇਗਾ ਜਿਨ੍ਹਾਂ ਦੇ ਕੋਲ ਕੱਖ ਵੀ ਨਹੀਂ ਰਿਹਾ। ਤੇ ਇੱਕਦਮ ਤਾਂ ਸ਼ਹਿਰ ਉਸਾਰੇ ਨਹੀਂ ਨਾ ਜਾ ਸਕਦੇ। ਤਾਂ ਉਹਨਾਂ ਕਾਈਜ਼ਨ ਥਿਊਰੀ ਨੂੰ ਫਿਰ ਅਪਣਾਇਆ। ਕਾਈਜ਼ਨ ਥਿਊਰੀ ਦਾ ਮਤਲਬ ਛੋਟੇ ਛੋਟੇ ਸਟੈਪ। ਛੋਟੇ ਛੋਟੇ ਸਟੈਪ ਤੋਂ ਅੱਜ ਜਾਪਾਨ ਜਿਹੜਾ ਸਭ ਤੋਂ ਅੱਗੇ ਹੈ। ਉਹ ਕਿਵੇਂ, ਮੈਂ ਨਿੱਕੀ ਜਿਹੀ ਬੇਨਤੀ ਕਰਾਂ, ਜਿਵੇਂ ਮੰਨ ਲਓ ਤੁਸੀਂ ਆਪਣੇ ਦੰਦਾਂ ਵਿੱਚ ਸ਼ਾਮ ਨੂੰ ਬ੍ਰਸ਼ ਕਰਕੇ ਧਾਗਾ ਮਾਰਨਾ ਚਾਹੁੰਦੇ ਹੋ। ਹੁਣ 32 ਦੰਦਾਂ ਵਿੱਚ ਧਾਗਾ ਮਾਰਨਾ ਸਾਨੂੰ ਔਖਾ ਲੱਗਦਾ ਹੈ। ਤੇ ਕਾਈਜ਼ਨ ਥਿਊਰੀ ਇਹ ਕਹਿੰਦੀ ਕਿ ਅੱਜ ਤੁਸੀਂ ਨਾ ਇੱਕ ਦੰਦ ਵਿੱਚ ਧਾਗਾ ਮਾਰੋ ਬ੍ਰਸ਼ ਤੋਂ ਬਾਅਦ, ਇੱਕ ਵਿੱਚ, ਦੂਜੇ ਦੋਵਾਂ ਵਿੱਚ ਮਾਰ ਲਓ। 2-3 ਦਿਨ 2 ਦੰਦਾਂ, ਚੌਥੇ 5ਵੇਂ ਦਿਨ, ਹਫ਼ਤੇ ਬਾਅਦ 3 ਚ 4 ਚ, ਹੌਲੀ ਹੌਲੀ ਤੁਸੀਂ 32 ਦੰਦਾਂ ਦੇ ਵਿੱਚ, ਤੁਹਾਨੂੰ ਔਖਾ ਵੀ ਨਹੀਂ ਲੱਗੇਗਾ, ਤੁਹਾਡੀ ਆਦਤ ਵੀ ਬਣ ਜਾਏ।
ਇੱਕ ਬੰਦਾ ਨਾ ਬੈਲ ਚੁੱਕ ਲੈਂਦਾ ਸੀ, ਬੈਲ। ਹੁਣ ਦੇਖੋ ਬੈਲ ਚੁੱਕਣਾ ਕਿੰਨਾ ਔਖਾ ਹੈ ਨਾ ਔਖਾ, ਪਰ ਉਹ ਬੰਦਾ ਸੌਖਾ ਕਿਵੇਂ ਚੁੱਕ ਲੈਂਦਾ ਸੀ ਕਿ ਜਿਸ ਦਿਨ ਉਹਨਾਂ ਦੀ ਗਾਂ ਨੇ ਬੱਚਾ ਦਿੱਤਾ ਸੀ ਤੇ ਉਹ ਆਪਣੇ ਮੋਢੇ ਤੇ ਚੁੱਕ ਕੇ ਲਿਆਇਆ ਸੀ ਉਸ ਬੱਚੇ ਨੂੰ, ਤੇ ਉਹਨੇ ਨੇਮ ਬਣਾ ਲਿਆ ਕਿ ਇਸ ਬੱਚੇ ਨੂੰ ਮੈਂ ਰੋਜ਼ ਚੁੱਕਣਾ ਹੈ, ਤੇ ਉਹ ਰੋਜ਼ ਹੀ ਉਹਨੂੰ ਚੁੱਕ ਕੇ ਥੋੜਾ ਥੋੜਾ ਟਹਿਲਦਾ ਰਿਹਾ, ਤੇ ਉਹ ਬੱਚੇ ਦਾ ਭਾਰ ਵੱਧਦਾ ਗਿਆ, ਲੇਕਿਨ ਰੋਜ਼ ਰੋਜ਼ ਚੁੱਕ ਚੁੱਕ ਕੇ ਉਹਦੀ ਵੀ ਕੈਪੈਸਿਟੀ ਵੱਧਦੀ ਗਈ, ਤੇ ਉਹ ਬੈਲ ਨੂੰ ਵੱਡੇ ਨੂੰ ਹੀ ਬੜੀ ਆਸਾਨੀ ਨਾਲ ਚੁੱਕਣ ਲੱਗ ਗਿਆ। 10-10 ਗ੍ਰਾਮ ਕਰਕੇ ਵਧਾਈ ਜਾਓਗੇ ਨਾ ਤੁਸੀਂ ਕੁਇੰਟਲ ਚੁੱਕਣ ਲੱਗ ਜਾਓਗੇ। ਇਹਨੂੰ ਕਾਈਜ਼ਨ ਥਿਊਰੀ ਕਹਿੰਦੇ ਨੇ। ਤਾਂ ਆਪਣੀ ਜ਼ਿੰਦਗੀ ਵਿੱਚ ਇਸ ਚੀਜ਼ ਨੂੰ ਅਪਣਾ ਲਓ, ਥੋੜਾ ਥੋੜਾ ਸੱਚ, ਥੋੜੀ ਥੋੜੀ ਦਇਆ, ਥੋੜਾ ਥੋੜਾ ਪ੍ਰੇਮ, ਥੋੜੀ ਥੋੜੀ ਇਨਸਾਨੀਅਤ, ਨਿਰਭੈਤਾ, ਨਿਰਵੈਰਤਾ, ਸਟੈਪ ਬਾਈ ਸਟੈਪ ਤਾਂ ਅਸੀਂ ਕਰ ਸਕਦੇ ਹਾਂ। ਲੇਕਿਨ ਇਹ ਨਾ ਕਹੋ ਕਿ ਇੰਪੋਸੀਬਲ ਹੈਗਾ, ਮੈਂ ਕਰਨਾ ਹੈ, ਮੈਂ ਕਰ ਸਕਦਾ, ਪੋਸੀਬਲ। ਹਾਂਜੀ ਹਾਂਜੀ ਠੀਕ ਹੈ ਜੀ, ਨਥਿੰਗ ਇਜ਼ ਇੰਪੋਸੀਬਲ, ਗੁਰੂ ਇਦਾਂ ਕਹਿੰਦੇ ਆ। ਹਾਂਜੀ ਹਾਂਜੀ, ਸਤਿੰਦਰ ਸਿੰਘ ਜੀ ਤੁਸੀਂ ਆ ਨੈਕਸਟ, ਉਹਦੇ ਬਾਅਦ ਚ ਨਰਿੰਦਰ ਜੱਸਲ ਆ, ਉਹਦੇ ਬਾਅਦ ਚ ਹੋਰ ਕਿਸੇ ਨੇ ਅਨਮਿਊਟ ਹੋਣਾ ਹੋ ਜਾਓ। ਹਾਂਜੀ ਸਤਿੰਦਰ ਵਾਹਿਗੁਰੂ ਸਿੰਘ ਜੀ ਕਾ ਖਾਲਸਾ, ਵਾਹਿ ਫਤਿਹ। ਫਤਿਹ ਜੀ। ਭਾਈ ਸਾਹਿਬ ਜੀ, ਅੱਜ ਦੇ ਜਿਹੜੇ ਸ਼ਬਦ ਤੁਸੀਂ ਦਿੱਤਾ ਹੈ ਉਹਦੇ ਚ ਗੁਰੂ ਨਾਨਕ ਸਾਹਿਬ ਨੇ ਕਿੰਨਾ ਕਲੀਅਰਲੀ ਮੈਂਸ਼ਨ ਕਰਤਾ ਹੈ ਕਿ ਸਾਡੀ ਜਿਹੜੀ ਲਾਈਫ ਹੈ ਉਹ ਪੂਰੀ ਇੱਕ ਅਨਲਿਮਿਟਿਡ ਪੋਸਿਬਿਲਿਟੀਜ਼ ਤੇ ਭਰੀ ਹੋਈ ਹੈ, ਟੋਟਲ ਅਨਲਿਮਿਟਿਡ ਪੋਸਿਬਿਲਿਟੀਜ਼। ਸਾਨੂੰ ਸਿਰਫ ਜਿਸ ਤਰ੍ਹਾਂ ਤੁਸੀਂ ਕਾਈਜ਼ਨ ਥਿਊਰੀ ਦੀ ਗੱਲ ਕੀਤੀ ਨਾ, ਕਹਿੰਦੇ ਨਾ ਥਾਟਸ ਕ੍ਰੀਏਟ ਹੈਬਿਟਸ, ਹੈਬਿਟਸ ਕ੍ਰੀਏਟ ਐਕਸ਼ਨ। ਅਸੀਂ ਆਪਣੇ ਸੋਚ ਪਰ ਗੁਰਮਤ ਦੇ ਹਿਸਾਬ ਨਾਲ ਢਲਦੇ ਜਾਈਏ, ਸਾਡੀ ਆਦਤ ਬਣ ਜਾਏਗੀ, ਆਦਤ ਬਣ ਜਾਏਗੀ ਤੇ ਸਾਡੇ ਐਕਸ਼ਨਸ ਵੀ ਉਸ ਤਰ੍ਹਾਂ ਦੇ ਹੋਣੇ ਸ਼ੁਰੂ ਹੋ ਜਾਣਗੇ, ਤੇ ਕੋਈ ਮੁਸ਼ਕਿਲ ਵੀ ਨਹੀਂ ਹੋਏਗਾ। ਤੇ ਕਿੰਨਾ ਬਿਊਟੀਫੁਲੀ ਤੁਸੀਂ ਕਿੰਨੇ ਪਿਆਰ ਨਾਲ ਆਰਾਮ ਨਾਲ ਸਮਝਾਇਆ ਹੈ ਹਰ ਚੀਜ਼ ਨੂੰ, ਸਟੈਪ ਬਾਈ ਸਟੈਪ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਹਾਂਜੀ ਨਰਿੰਦਰ ਸਿੰਘ ਜੱਸਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਬਹੁਤ ਹੀ ਸਪਸ਼ਟ ਸ਼ਬਦਾਂ ਨਾਲ ਤੁਸੀਂ ਦੇਖੋ ਰੱਬੀ ਗੁਣਾਂ ਨੂੰ ਬਿਆਨ ਕੀਤਾ ਹੈਗਾ। ਤੇ ਹੁਣ ਜਿਵੇਂ ਆਪਾਂ ਗੱਲਾਂ ਕਰ ਰਹੇ ਸੀ ਵੀ ਸੱਚ ਬੋਲਣਾ ਚਾਹੀਦਾ, ਤੇ ਕਈ ਵਾਰੀ ਆਪਾਂ ਇਹ ਵੀ ਕਹਿ ਦਿੰਦੇ ਆ ਕਿ ਇੱਕ ਚੁੱਪ ਤੇ 100 ਸੁੱਖ, ਕਿ ਬੰਦਾ ਜੇ ਸੱਚ ਬੋਲੀਏ ਤਾਂ ਉਹ ਲੜਾਈ ਝਗੜਾ ਹੋਰ ਜ਼ਿਆਦਾ ਵੱਧ ਜਾਂਦਾ, ਤੇ ਫਿਰ ਉਹ ਜਦੋਂ ਚੁੱਪ ਕਰ ਜਾਈਦਾ, ਸੋਚੀਦਾ, ਉਹਦਾ ਮਤਲਬ ਆਪਾਂ ਕੋਈ ਨਾ ਕੋਈ ਸੋਲਿਊਸ਼ਨ ਨਿਕਲੇ ਆਉਂਦਾ ਉਹਦਾ, ਜਾਂ ਸੱਚ ਆਪੇ ਉੱਤੇ ਤਰ ਕੇ ਆ ਜਾਂਦਾ। ਤੇ ਮੈਂ ਇੱਕ ਜਿਵੇਂ ਕੁਐਸਚਨ ਇਹ ਸੀਗਾ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਰੱਬ ਤੇ ਕੁਦਰਤ, ਜਿਹੜਾ ਤੁਸੀਂ ਕਹਿੰਦੇ ਹੋ ਵੀ ਕੁਦਰਤ ਦਾ ਸਿਸਟਮ ਜਿਹੜਾ ਹੈਗਾ, ਇਹ ਇੱਕੋ ਹੀ ਚੀਜ਼ ਹੈ ਜਾਂ ਦੋਨੇ ਅਲੱਗ-ਅਲੱਗ ਚੀਜ਼ਾਂ ਨੇ? ਵੀਰ ਜੀ ਇਹਨੂੰ ਇਸ ਢੰਗ ਨਾਲ ਸਮਝ ਸਕਦੇ ਹਾਂ ਕਿ ਜਿਵੇਂ ਬੀਜ ਔਰ ਰੁੱਖ ਇੱਕ ਹੀ ਚੀਜ਼ ਨੇ, ਲਹਿਰਾਂ ਔਰ ਸਮੁੰਦਰ ਇੱਕ ਹੀ ਚੀਜ਼ ਹੈ, ਸੋਨਾ ਔਰ ਸੋਨੇ ਦੇ ਗਹਿਣੇ ਇੱਕ ਹੀ ਚੀਜ਼ ਨੇ। ਇਹਨਾਂ ਥੋੜਾ ਜਿਹਾ ਆਪਾਂ ਧਿਆਨ ਨਾਲ ਜੇ ਵਿਚਾਰੀਏ ਕਿ ਤੁਸੀਂ ਮੰਨ ਲਓ ਸਪੋਜ਼ ਕਿ ਤੁਸੀਂ ਸੋਨੇ ਦਾ ਕੜਾ ਪਾਇਆ ਹੈ, ਚਲੋ ਤੁਸੀਂ ਪਾਇਆ ਨਹੀਂ ਹੈਗਾ, ਵਧੀਆ ਹੈ, ਪਰ ਜੇ ਤੁਸੀਂ ਸੋਨੇ ਦਾ ਕੜਾ ਪਾਇਆ ਹੈ ਤੇ ਕੀ ਸੋਨਾ ਔਰ ਸੋਨੇ ਦੇ ਕੜੇ ਦੋ ਅਲੱਗ-ਅਲੱਗ ਚੀਜ਼ਾਂ ਨੇ? ਵੀਰ ਨਰਿੰਦਰ ਸਿੰਘ ਜੀ ਮੈਂ ਤੁਹਾਡੇ ਤੋਂ ਪੁੱਛ ਰਿਹਾ, ਬੋਲ ਕੇ ਦੱਸੋ। ਹਾਂਜੀ ਕੀ ਸੋਨਾ ਔਰ ਸੋਨੇ ਦੀਆਂ ਕੜਾਂ ਦੋ ਵੱਖਰੀਆਂ ਚੀਜ਼ਾਂ ਨੇ? ਇੱਕੋ ਹੀ ਚੀਜ਼ ਹੈ ਜੀ, ਇੱਕੋ ਹੀ ਚੀਜ਼ ਹੈ ਨਾ। ਹਾਂਜੀ, ਹੁਣ ਸਾਨੂੰ ਕੜਾ ਜਾਂ ਕਾਂਟੇ ਜਾਂ ਛਾਪ ਛੱਲਾ ਵੱਖਰੇ ਦਿਸ ਰਹੇ ਨੇ, ਪਰ ਹੈ ਸੋਨਾ ਹੀ ਹੈ। ਜਦੋਂ ਉਹਨਾਂ ਨੂੰ ਅਸੀਂ ਰੈਣੀ ਬਣਾਵਾਂਗੇ ਤੇ ਇੱਕੋ ਹੀ ਬਣ ਜਾਣਾ ਹੈ। ਇਸੇ ਤਰ੍ਹਾਂ ਇਹ ਸਾਰਾ ਹੈ ਰੱਬ ਹੀ ਹੈ, ਉਹ ਨਿਰਾਕਾਰ ਹੀ ਸਾਕਾਰ ਹੋ ਗਿਆ ਹੈ। ਗੁਰੂ ਜੀ ਨੇ ਬਾਣੀ ਵਿੱਚ ਬਚਨ ਕੀਤਾ ਨਾ, ਨਿਰੰਕਾਰ ਆਕਾਰ ਉਪਾਇਆ, ਨਿਰਗੁਣ ਤੇ ਸਰਗੁਣ ਥੀਆ। ਉਹ ਨਿਰਗੁਣ ਤੋਂ ਸਾਕਾਰ ਹੋ ਗਿਆ, ਯਾਨੀ ਸੋਨਾ ਹੀ ਕੜਾ ਛਾਪ ਛੱਲੇ ਬਣ ਗਿਆ। ਇਸੇ ਤਰ੍ਹਾਂ ਨਿਰੰਕਾਰ ਹੀ ਸੰਸਾਰ ਬਣ ਗਿਆ। ਜਿਵੇਂ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਕਿ ਜੇ ਅਸੀਂ ਤੁਹਾਡੇ ਸਾਰੇ ਘਰ ਨੂੰ ਵੇਖਦੇ ਹਾਂ ਤੇ ਉਹ ਘਰ ਦਿਸਦਾ ਮਕਾਨ, ਸਾਰੇ ਨੂੰ ਵੇਖੋਗੇ ਮਕਾਨ ਹੈ, ਪਰ ਜੇ ਤੁਹਾਡੇ ਘਰ ਵਿੱਚ ਜਾ ਕੇ ਕਵੀਏ ਵੀ ਇਹ ਤੇ ਯਾਰ ਰਸੋਈ ਹੈ, ਮਕਾਨ ਤੇ ਨਹੀਂ, ਤੁਸੀਂ ਕਹਿਣਾ ਵੀ ਨਾ ਮਕਾਨ ਥੋੜੀ ਤੇ ਰਸੋਈ ਹੈ। ਇਹ ਤੁਹਾਡਾ ਬੈਡਰੂਮ ਹੈ, ਇਹ ਤੁਹਾਡਾ ਡਰਾਇੰਗ ਰੂਮ ਹੈ, ਤਾਂ ਮਕਾਨ ਕਿੱਧਰ ਗਿਆ? ਇਹ ਤੇ ਛੱਤ ਹੈ, ਇਹ ਦੀਵਾਰਾਂ ਨੇ, ਇਹ ਬਾਰੀਆਂ ਨੇ, ਤੇ ਮਕਾਨ ਕਿੱਥੇ ਗਿਆ? ਸਾਰੇ ਨੂੰ ਮਿਲਾ ਕੇ ਵੇਖਾਂਗੇ ਤਾਂ ਮਕਾਨ ਹੈ, ਇਕੱਲੇ ਨੂੰ ਵੇਖਾਂਗੇ ਕੋਈ ਦਰਵਾਜ਼ਾ ਹੈ, ਕੋਈ ਖਿੜਕੀ ਹੈ, ਕੋਈ ਬਾਰੀ ਹੈ,
ਔਰ ਕੋਈ ਮਤਲਬ ਰਸੋਈ, ਇਹ ਸਾਰਾ ਮਿਲ ਕੇ ਮਕਾਨ ਹੈਗਾ। ਅਲੱਗ-ਅਲੱਗ ਵੇਖੋਗੇ ਅਲੱਗ-ਅਲੱਗ ਨੇ। ਪੂਰੇ ਬ੍ਰਹਿਮੰਡ ਨੂੰ ਮਿਲਾ ਕੇ ਵੇਖੋਗੇ ਤੇ ਰੱਬ ਹੈ। ਇਕੱਲਾ ਇਕੱਲਾ ਵੇਖੋਗੇ ਫਿਰ ਕੋਈ ਧਰਤੀ ਹੈ, ਕੋਈ ਚੰਦਰਮਾ ਹੈ, ਕੋਈ ਸੂਰਜ ਹੈ, ਆਕਾਸ਼ ਗੰਗਾਵਾਂ ਨੇ, ਉਸ ਤੋਂ ਬਾਅਦ ਨਰਿੰਦਰ ਸਿੰਘ ਹੈ, ਮੋਹਰ ਸਿੰਘ ਹੈ, ਤਰਲੋਚਨ ਸਿੰਘ ਹੈ, ਹੋਰ ਨੇ, ਸਾਰੇ ਅਲੱਗ-ਅਲੱਗ ਨੇ, ਬੀਬੀਆਂ ਨੇ, ਭੈਣਾਂ ਨੇ, ਵੀਰ ਨੇ। ਸਾਰੇ ਨੂੰ ਮਿਲਾ ਕੇ ਵੇਖੋਗੇ ਰੱਬ ਹੈ, ਅਲੱਗ-ਅਲੱਗ ਵੇਖੋਗੇ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ ਜੀ। ਤੇ ਸਾਡੇ ਨਾਲ ਕੁਲਦੀਪ ਕੌਰ ਅਨਮਿਊਟ ਹੈਗੇ ਜੀ। ਕੁਲਦੀਪ ਕੌਰ ਜੀ। ਹਾਂਜੀ ਗਿਆਨੀ ਜੀ। ਹਾਂਜੀ ਭੈਣ। ਮੈਂ ਲਾਸਟ ਇਸ ਕਰਕੇ ਆਈ ਕਿ ਮੇਰਾ ਕੁਐਸਚਨ ਥੋੜਾ ਜਿਹਾ ਹੋਰ ਹੈ, ਜਿਹੜਾ ਬੱਚੇ ਪੁੱਛਦੇ ਨੇ। ਹਾਂਜੀ। ਅੱਜ ਮੇਰੀ ਬੇਟੀ ਬੰਬੇ ਸਵੇਰੇ ਗੱਲ ਹੋ ਰਹੀ ਸੀ। ਉਹ ਮੈਨੂੰ ਪੁੱਛਦੀ ਸੀ ਕਿ ਜਿਸ ਤਰ੍ਹਾਂ ਹੁਣ ਮੰਦਰਾਂ ਦੇ ਵਿੱਚ ਜਿਹੜੇ ਪੰਡਤ ਆ, ਉਹਨਾਂ ਨੂੰ ਕਹਿੰਦੇ ਜੀ ਉਹਨਾਂ ਨੂੰ ਕੋਈ ਇਨਕਮ ਨਹੀਂ ਹੈਗੀ, ਤੇ ਉਹਨਾਂ ਨੂੰ 8 ਕਰੋੜ ਗਵਰਨਮੈਂਟ ਨੇ ਦਿੱਤਾ ਵਿਹਲੇ ਬੈਠਿਆਂ ਨੂੰ। ਤੇ ਉਹ ਮੈਨੂੰ ਪੁੱਛਦੀ ਹੈ ਕਿ ਜਿਹੜੇ ਸਰਦਾਰ ਲੋਕ ਆ, ਮੰਦਰਾਂ ਵਾਲੇ ਆਪਣਾ ਪੈਸਾ ਨਹੀਂ ਕੱਢਦੇ, ਟਕਾ ਨਹੀਂ ਖਰਚਦੇ, ਕਿਸੇ ਨੂੰ ਖਵਾਉਂਦੇ ਪਿਆਉਂਦੇ ਨਹੀਂ ਹੈ, ਫਿਰ ਆਪਾਂ ਸਿੱਖ ਕਦੀ ਬੱਸਾਂ ਰੋਕ ਕੇ ਤੇ ਕਦੀ ਗੱਡੀਆਂ ਰੋਕ ਕੇ ਸਾਡਾ ਜਿੰਨਾ ਵੀ ਧਨ ਖਾ ਰਿਹਾ ਅਸੀਂ ਉਹਨਾਂ ਤੇ ਖਵਾਈ ਜਾਂਦੇ ਆ ਜਿਹੜੇ ਸਾਨੂੰ ਕੁੱਟਦੇ ਆ। ਇਹਦਾ ਸਵਾਲ ਮੰਗਦੀ ਸੀ ਵੀ ਆਪਾਂ ਏਦਾਂ ਕਿਉਂ ਕਰਦੇ ਆ। ਮੈਂ ਉਹਨੂੰ ਸਮਝਾਇਆ ਸੀ ਵੀ ਗੁਰੂ ਨਾਨਕ ਨੇ ਇਸ ਤਰ੍ਹਾਂ, ਉਹ ਕਹਿੰਦੀ ਠੀਕ ਹੈ, ਗੁਰੂ ਨਾਨਕ ਦੀ ਤਾਂ ਸੋਚ ਠੀਕ ਸੀਗੀ, ਪਰ ਹੁਣ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਅਸੀਂ ਆਪਣਾ ਧਨ ਜਿਹੜੇ ਸਾਨੂੰ ਦੇ ਨਹੀਂ ਰਹੇ ਗੁਰਦੁਆਰਿਆਂ ਵਾਲਿਆਂ ਨੂੰ, ਜਾਂ ਸਾਨੂੰ ਲੋਕਾਂ ਨੂੰ, ਸਿੱਖਾਂ ਨੂੰ ਹਿੰਦੂ ਨਹੀਂ ਖਵਾ ਰਹੇ, ਤੇ ਆਪਾਂ ਉਹਨਾਂ ਦੇ ਏਦਾਂ ਕਿਉਂ ਮਗਰ ਪਏ ਹੋਏ ਆ। ਹਾਂ ਭੈਣ, ਉਹਦੇ ਵਾਸਤੇ ਨਾ ਮੈਂ ਥੋੜੀ ਜਿਹੀ ਬੇਨਤੀ ਕਰਨੀ ਚਾਹਾਂਗਾ ਕਿ ਜੋ ਸਿੱਖ ਵੀਰ ਇਹ ਸੇਵਾ ਕਰ ਰਹੇ ਨੇ ਨਾ, ਇਹਨਾਂ ਸਿੱਖ ਵੀਰਾਂ ਨੂੰ ਸੇਵਾ ਤੋਂ ਜਾਂ ਮਤਲਬ ਚੰਗੇ ਕੰਮ ਕਰਨ ਤੋਂ ਹਟਾਉਣ ਦੀ ਬਜਾਏ ਉਹਨਾਂ ਵੀਰਾਂ ਨੂੰ ਜਿਹੜੇ ਚੰਗੇ ਕੰਮ ਨਹੀਂ ਕਰ ਰਹੇ, ਉਹਨਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਨਾ ਦੇਣ ਦੀ ਲੋੜ ਹੈ। ਫਾਰ ਐਗਜ਼ਾਮਪਲ ਭੈਣ ਕੁਲਦੀਪ ਕੌਰ ਜੀ, ਮੈਂ ਤੁਹਾਡੇ ਘਰ ਜਾਣਾ ਤੇ ਤੁਸੀਂ ਕੀ ਕਰਦੇ ਹੋ ਕਿ ਮੇਰੇ ਵਾਸਤੇ ਪਕੌੜੇ ਬਣਾਉਂਦੇ ਹੋ, ਪਨੀਰ ਦੇ ਪਕੌੜੇ, ਦੂਜੇ ਪਕੌੜੇ, ਸਮੋਸੇ ਵਗੈਰਾ ਮੰਗਾਉਂਦੇ ਹੋ, ਬਰਫੀ, ਰਸਗੁੱਲੇ, ਗੁਲਾਬ ਜਾਮੁਨ ਮੰਗਾਉਂਦੇ ਹੋ, ਪੀਜ਼ਾ ਖਵਾਉਂਦੇ ਹੋ। ਮੈਂ ਦੂਜੇ ਦਿਨ ਜਾਣਾ ਫਿਰ ਤੁਸੀਂ ਖੀਰ ਪਰੌਂਠੇ ਖਵਾਉਂਦੇ ਹੋ, ਤੀਜੇ ਦਿਨ ਜਾਣਾ ਫਿਰ ਤੁਸੀਂ, ਮਤਲਬ ਤੁਹਾਡੀ ਕੁਆਲਿਟੀ ਹੈ ਵੀ ਤੁਸੀਂ ਖਾਣਾ ਪੀਣਾ ਬਹੁਤ ਚੰਗਾ ਸਟੈਂਡਰਡ ਦਾ ਬਣਾ ਕੇ ਤੇ ਮੈਨੂੰ ਹਰ ਰੋਜ਼ ਮੇਰੀ ਸੇਵਾ ਕਰਦੇ ਹੋ, ਜਾਂ ਜਿਸ ਤਰ੍ਹਾਂ ਵੀ ਹੈ ਨਾ ਸੇਵਾ ਕਹਿ ਲਓ, ਜਾਂ ਮਤਲਬ ਲੰਗਰ ਛਕਾਣਾ, ਕਿਉਂਕਿ ਕੋਈ ਸ਼ਬਦ ਅਸੀਂ ਵਰਤਣਾ। ਔਰ ਮੈਂ ਮਤਲਬ 2-4-6 ਮਹੀਨੇ ਵਿੱਚ ਤੁਹਾਡੇ ਕੋਲ ਜਾਂਦਾ ਹੀ ਰਹਿਣਾ ਵਾ ਲਗਾਤਾਰ, ਤੇ ਇੱਕ ਦਿਨ ਤੁਸੀਂ ਸਾਡੇ ਘਰ ਆ ਜਾਂਦੇ ਹੋ ਤੇ ਮੈਂ ਤੁਹਾਨੂੰ ਸਿੰਪਲ ਦਾਲ ਖਵਾ ਦੇਣਾ ਸਵੇਰ ਦੀ ਬਣੀ, ਔਰ ਜਾਂ ਚਾਹ ਪਿਆ ਦੇਣਾ ਸਾਦੀ, ਉਹਦੇ ਨਾਲ 2 ਬਿਸਕੁਟ ਦੇ ਦੇਣਾ। ਹਾਲਾਂਕਿ ਮੈਂ ਦੇ ਸਭ ਕੁਝ ਸਕਣਾ, ਪਰ ਮੈਂ ਦਿੰਦਾ ਨਹੀਂ। ਤੇ ਦੂਜੇ ਦਿਨ ਫਿਰ ਤੁਸੀਂ ਆਉਂਦੇ ਹੋ ਤੇ ਮੈਂ ਤੁਹਾਨੂੰ ਫਿਰ ਉਹੀ ਸਾਦੀ ਚਾਹ ਪਿਆ ਦਿੰਦਾ ਵਾ, ਤੇ ਫਿਰ ਮੈਂ ਤੁਹਾਡੇ ਘਰ ਜਾਣਾ ਤੇ ਤੁਸੀਂ ਘਰ ਜਾ ਕੇ ਕਹਿੰਦੇ ਹੋ ਵੀ ਉਹ ਮਰ ਜਾਣਾ ਭਾਈ ਰੋਜ਼ ਆਉਂਦਾ ਹੈ ਤੇ ਉਹਨੂੰ ਦੇ ਗੁਲਾਬ ਜਾਮਣ ਤੇ ਪੀਜੇ ਖਵਾ ਕੇ, ਤੇ ਮੈਂ ਕੱਲ ਉਹਨਾਂ ਦੇ ਘਰ ਗਈ ਸਾਂ ਤੇ ਮਰ ਜਾਣਿਆਂ ਨੇ ਚਾਹ ਦਾ ਘੁੱਟ ਪਿਆ ਤੇ ਉਹਦੇ ਵਿੱਚ ਮਿੱਠਾ ਘੱਟ ਤੇ ਦੁੱਧ ਹੈ ਨਾ, ਤੇ ਹੁਣ ਆਉਣ ਦੇ ਮਰਨੇ ਨੂੰ। ਤੇ ਜਿੱਦਣ ਮੈਂ ਤੁਹਾਡੇ ਘਰ ਗਿਆ ਤੇ ਤੁਸੀਂ ਵੀ ਮੇਰੇ ਅੱਗੇ ਫਿੱਕੀ ਜੀ ਚਾਹ ਰੱਖ ਦਿਓ। ਐਵੇਂ ਕਰੋਗੇ ਨਾ, ਐਵੇਂ ਆਮ ਬੰਦਾ ਕਰੇਗਾ। ਹੁਣ ਹੋਇਆ ਕਿ ਦੇਖੋ, ਮੇਰੀ ਜਿਹੜੀ ਕੁਆਲਿਟੀ ਸੀ ਸੋਚਣ ਦੀ, ਮੇਰੀ ਸੋਚ ਬੜੀ ਨੀਵੀਂ ਸੀ, ਮੇਰੇ ਅੰਦਰ ਉਹ ਕੁਆਲਿਟੀ ਨਹੀਂ ਹੈ। ਤੁਹਾਡੇ ਅੰਦਰ ਬਹੁਤ ਵਧੀਆ ਕੁਆਲਿਟੀ ਸੀ, ਤੁਸੀਂ ਖਾਣਾ ਪੀਣਾ ਵਧੀਆ ਬਣਾਉਂਦੇ ਸੀ, ਤੇ ਮੇਰੇ ਕਰਕੇ ਉਦੋਂ ਤੁਸੀਂ ਆਪਣੀ ਕੁਆਲਿਟੀ ਥੱਲੇ ਲੈ ਆਂਦੀ ਕਿ ਇਹ ਬੰਦੇ ਦੀ ਕੁਆਲਿਟੀ ਐਵੇਂ ਤੇ ਮੈਂ ਵੀ ਨਹੀਂ ਕਰਨਾ। ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਆਪਣੀ ਕੁਆਲਿਟੀ ਮੇਨਟੇਨ ਕਰਕੇ ਰੱਖਦੇ। ਇਸ ਦੁਨੀਆ ਵਿੱਚ ਇਹੀ ਕੁਝ ਹੋਇਆ ਹੈ ਕਿ ਅਸੀਂ ਆਪਣੀ ਕੁਆਲਿਟੀ ਮੇਨਟੇਨ ਕਰਨ ਦੀ ਬਜਾਏ ਦੂਜੇ ਵੱਲ ਵੇਖ ਕੇ ਨੀਵੇਂ ਚਲੇ ਗਏ, ਸਾਰੀ ਦੁਨੀਆ ਹੀ ਗਲਤ ਵੱਲ। ਤਾਂ ਮੇਰਾ ਮੰਨਣਾ ਇਹ ਹੈ, ਮੇਰਾ ਇੱਕ ਵਿਚਾਰ ਇਹ ਸੁਝਾਅ ਹੀ ਹੈ ਆਪਣੀ ਬੇਟੀ ਨੂੰ, ਕਿ ਜਿਹੜਾ ਜਿਹੜਾ ਚੰਗਾ ਕੰਮ ਕਰ ਰਹੇ ਹਾਂ ਉਹਨੂੰ ਰੋਕਣ ਦੀ ਬਜਾਏ ਜਿਹੜੇ ਕੰਮ ਗਲਤ ਕਰ ਰਹੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਜਿਹੜੇ ਸਾਡੇ ਰਾਜਨੀਤਿਕ ਲੋਕ ਨੇ, ਜਿਵੇਂ ਹੁਣ ਅੱਜ ਕੱਲ੍ਹ ਮੋਦੀ ਹੈ ਜਾਂ ਹੋਰ ਕੋਈ ਵੀ ਹੈ, ਜਿਹੜਾ ਵੀ ਰਾਜਨੀਤਿਕ ਬੰਦਾ ਇਹੋ ਜਿਹਾ ਵਿਤਕਰਾ ਕਰਦਾ ਹੈ, ਪਹਿਲੀ ਗੱਲ ਤੇ ਉਹਨਾਂ ਨੂੰ ਦੇਣਾ ਨਹੀਂ ਸੀ ਚਾਹੀਦਾ,
ਤੇ ਜੇ ਉਹਨਾਂ ਨੇ ਦਿੱਤਾ ਹੈ 8 ਕਰੋੜ ਤੇ ਫਿਰ ਮੰਦਿਰਾਂ ਵਿੱਚ ਦੀ ਬਜਾਏ ਮਸੀਤਾਂ ਵਿੱਚ, ਗੁਰਦੁਆਰਿਆਂ ਵਿੱਚ ਜਾਂ ਚਰਚਾਂ ਵਿੱਚ ਸਾਰਿਆਂ ਨੂੰ ਦੇਣਾ ਚਾਹੀਦਾ ਸੀ। ਹਾਂ ਬਿਲਕੁਲ, ਮੈਂ ਉਹ ਕਹਿ ਰਹੀ ਸੀ ਸਾਰਿਆਂ ਨੂੰ ਦੇਣਾ ਚਾਹੀਦਾ ਸੀ। ਇੱਥੇ ਜਿਹੜਾ ਉਹ ਜਿਹੜੀ ਕੱਟਰਤਾ ਹੈ ਨਾ, ਚਾਹੇ ਉਹ ਹਿੰਦੂਆਂ ਵਿੱਚ ਹੈ ਜਾਂ ਸਿੱਖਾਂ ਮੁਸਲਮਾਨਾਂ ਵਿੱਚ, ਕਿਸੇ ਵਿੱਚ ਉਹ ਗਲਤ ਹੈ, ਉਹਨੂੰ ਗਲਤ ਕਹਿਣਾ ਚਾਹੀਦਾ ਹੈ। ਔਰ ਸਰਕਾਰ ਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਜਿਵੇਂ ਹੁਣ ਪਿੱਛੇ ਉਹ ਬਿਆਨ ਦਿੱਤਾ ਸੀ ਇੱਕ ਕਰੋਨਾ ਵਾਸਤੇ ਤੁਸੀਂ ਗਾਂ ਦਾ ਪਿਸ਼ਾਬ ਪੀਓ ਤੇ ਗੋਆ, ਤੇ ਨਾਲ ਉਹ ਇੱਕ ਰਿਸ਼ੀ ਬਿਆਨ, ਇੱਕ ਉਹਨਾਂ ਦਾ ਬਾਬਾ ਬਿਆਨ ਦੇ ਰਿਹਾ ਸੀ ਕਿ ਇਹ ਜ਼ਰੂਰੀ ਕੀਤਾ ਜਾਏ ਕਿ ਜਿਹੜੇ ਵਿਦੇਸ਼ਾਂ ਦੇ ਵਿੱਚੋਂ 에ਅਰਪੋਰਟ ਤੇ ਆਉਂਦੇ ਨੇ ਉਹਨਾਂ ਨੂੰ ਗਾਂ ਦਾ ਪਿਸ਼ਾਬ ਪਿਆਇਆ ਜਾਏ। ਤਾਂ ਇਹ ਚੀਜ਼ਾਂ ਗਲਤ ਨੇ, ਮਤਲਬ ਇਹਨਾਂ ਨੂੰ ਗਲਤ ਕਹਿਣਾ ਚਾਹੀਦਾ ਹੈ। ਔਰ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ, ਤੇ ਜਿਹੜੇ ਮਾੜੇ ਕਰ ਰਹੇ ਨੇ, ਜੋ ਹੁਣ 84 ਦੇ ਵਿੱਚ ਦੇਖੋ ਦਾ ਏਡਾ ਵੱਡਾ ਨੁਕਸਾਨ ਕੀਤਾ। ਮੰਨ ਲਓ ਵੀ ਸਤਵੰਤ ਸਿੰਘ, ਬੇਅੰਤ ਸਿੰਘ ਦੋਸ਼ੀ ਨੇ, ਸਪੋਜ਼ 2 ਮਿੰਟ ਲਈ ਮੈਂ ਵਰਤਣਾ, ਤਾਂ ਉਹਨਾਂ ਨੂੰ ਤੁਸੀਂ ਫਾਂਸੀ ਦੇ ਦਿਓ, ਉਹਨਾਂ ਨੂੰ ਸਜ਼ਾ ਦੇ ਦਿਓ। ਲੇਕਿਨ ਬਾਕੀ ਸਿੱਖਾਂ ਨੇ ਤੇ ਕੁਛ ਨਹੀਂ ਵਿਗਾੜਿਆ, ਉਹਨਾਂ ਦੇ ਘਰ ਸਾੜ ਦਿਓ। ਹੁਣ ਜਿਵੇਂ ਅਮਰੀਕਾ ਵਿੱਚ ਹੋਇਆ ਤਾਂ ਇੱਕ ਉਹਨਾਂ ਨੇ ਪੁਲਿਸ ਵਾਲੇ ਨੇ ਬੰਦਾ ਮਾਰਤਾ, ਤਾਂ ਠੀਕ ਹੈ ਜੇ ਉਹ ਗਲਤ ਹੈ, ਕਿ ਮੈਨੂੰ ਉਸ ਘਟਨਾ ਬਾਰੇ ਪਤਾ ਨਹੀਂ, ਜੇ ਗਲਤ ਹੈ ਤਾਂ ਤੁਸੀਂ ਪੁਲਿਸ ਵਾਲਿਆਂ ਨੂੰ ਕਹੋ ਜਾ ਕੇ ਕਾਨੂੰਨੀ ਲੜਾਈ ਲੜੋ ਜਾਂ ਉਸ ਬੰਦੇ ਨੂੰ ਮਾਰੋ। ਤੁਸੀਂ ਲੋਕਾਂ ਦੇ ਘਰ ਸਾੜ ਰਹੇ ਹੋ, ਤਾਂ ਉਹ ਤਾਂ ਗਲਤ, ਜਿਹੜੀਆਂ ਗਲਤ ਚੀਜ਼ਾਂ ਨੇ ਉਹ ਗਲਤ ਨੇ, ਚਾਹੇ ਉਹ ਕੋਈ ਸਿੱਖ ਕਰਦਾ ਹੈ ਜਾਂ ਕੋਈ ਹਿੰਦੂ ਕਰਦਾ ਹੈ, ਮੁਸਲਮਾਨ ਕਰਦਾ ਹੈ, ਸਰਬ ਸਾਂਝੀ। ਤਾਂ ਇਹ ਜਿਹੜਾ ਸਰਕਾਰ ਦਾ ਇਹ ਸਟੈਪ ਹੈ ਗਲਤ ਹੈ। ਪਰ ਗਿਆਨੀ ਜੀ ਉਹ ਕਹਿੰਦੇ ਜੇ ਤੁਸੀਂ ਕਹੋ ਵੀ ਸਰਕਾਰ ਤੁਹਾਨੂੰ ਨਹੀਂ ਸੁਣਦੀ, ਲੋਕ ਤੁਹਾਨੂੰ ਨਹੀਂ ਸੁਣਦੇ। ਜਦੋਂ ਹੁਣ ਕੱਲ ਪ੍ਰੋਗਰਾਮ ਦੇਖ ਰਹੇ ਸੀ, ਜਦੋਂ 84 ਦਾ ਅਟੈਕ ਹੋਇਆ, ਤੇ ਕਹਿੰਦੇ ਜਦੋਂ ਆਰਮੀ ਸੀਗੀ ਹਰਮੰਦਰ ਸਾਹਿਬ ਦੇ ਵਿੱਚ, ਤੇ ਜਿਹੜੇ ਗਲੀ ਵਾਲੇ ਲੋਕ ਸੀਗੇ ਉਹ ਰੋਟੀ ਬਣਾ ਕੇ ਲਿਆਏ, ਲੇਕਿਨ ਉਹ ਆਰਮੀ ਨੂੰ ਦੇ ਰਹੇ ਸੀ। ਜਦੋਂ ਸਰਦਾਰ ਕਹਿੰਦੇ ਸੀ ਕਿ ਆ ਜਿਹੜੇ ਇੱਥੇ ਲੋਕ ਪਏ ਆ ਕਿੰਨੇ ਦਿਨਾਂ ਦੇ ਭੁੱਖੇ, ਇਹਨਾਂ ਨੂੰ ਖਵਾ ਦਿਓ, ਉਹਨਾਂ ਨੂੰ ਨਹੀਂ ਦਿੱਤੀ ਉਹਨਾਂ ਨੇ। ਲੇਕਿਨ ਉਹ ਕਹਿੰਦੇ ਆਪਣੀ ਫਿਰ ਰੋਟੀਆਂ ਚੁੱਕ ਕੇ ਲੈ ਗਏ, ਪਰ ਉਹਨਾਂ ਨੇ ਇਹਨਾਂ ਨੂੰ ਨਹੀਂ ਖਵਾਈ, ਪਰ ਆਰਮੀ ਵਾਲਿਆਂ ਨੂੰ। ਦੇਖੋ ਅਸੀਂ ਨਾ ਸਾਰੇ ਟੋਟਲ ਹਿੰਦੂਆਂ ਨੂੰ ਜਾਂ ਟੋਟਲ ਮੁਸਲਮਾਨਾਂ ਜਾਂ ਸਾਰੇ ਸਿੱਖਾਂ ਨੂੰ ਗਲਤ ਨਹੀਂ ਕਹਿ ਸਕਦੇ, ਉਹਨਾਂ ਵਿੱਚ ਚੰਗੇ ਵੀ ਹੈ ਨੇ। ਦਿੱਲੀ ਦੇ ਵਿੱਚ ਕਈ ਲੋਕਾਂ ਨੇ ਹੈਲਪ ਵੀ ਕੀਤੀ। ਇਹ ਜਿਹੜੀ ਨਫ਼ਰਤ ਫੈਲਾਈ ਹੈ ਨਾ, ਰਾਜਨੀਤਿਕ ਲੋਕਾਂ ਨੇ ਫੈਲਾਈ ਹੋਈ ਹੈ, ਤਾਂ ਉਹ ਰਾਜਨੀਤਿਕ ਲੋਕ ਜਿਹੜੇ ਨੇ ਉਹਨਾਂ ਨੂੰ, ਸਾਰੇ ਲੋਕਾਂ ਨੂੰ, ਜਿਹੜੇ ਹਿੰਦੂ ਵੀਰ ਨੇ ਜਾਂ ਸਿੱਖ ਨੇ ਜਾਂ ਮੁਸਲਮਾਨ ਨੇ, ਉਹਨਾਂ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ। ਇਹੋ ਜਿਹੇ ਮਤਲਬ ਇਹ ਚੀਜ਼ਾਂ ਤੋਂ ਉੱਠਣ ਦਾ ਯਤਨ ਕਰਨਾ ਚਾਹੀਦਾ। ਇਹੋ ਜਿਹੇ ਰਾਜਨੀਤਿਕ ਲੋਕਾਂ ਨੂੰ ਵੋਟ ਵਗੈਰਾ ਨਾ ਦੇਣ। ਬਾਕੀ ਜਿੱਥੇ ਤੱਕ ਸਾਡੀ ਸਿੱਖਾਂ ਦੀ ਗੱਲ ਹੈ, ਇਹ ਨਾ ਸਿੱਖੀ ਸਾਰੀ ਦੁਨੀਆ ਵਿੱਚ ਫੈਲ ਸਕਦੀ। ਦੇਖੋ ਹੁਣ ਸਾਨੂੰ ਕੋਈ ਮੀਡੀਆ ਨਹੀਂ ਵਿਖਾ ਰਿਹਾ, ਸਾਨੂੰ ਇਤਰਾਜ਼ ਹੈ ਵੀ ਨਹੀਂ ਵਿਖਾ ਰਿਹਾ, ਬਿਲਕੁਲ ਨਹੀਂ ਵਿਖਾ ਰਿਹਾ। ਸ਼੍ਰੋਮਣੀ ਕਮੇਟੀ ਦੇ ਕੋਲ ਏਡਾ ਵੱਡਾ ਪੈਸਾ, ਆਪਣਾ ਚੈਨਲ ਕਿਉਂ ਨਹੀਂ ਬਣਾਉਂਦੇ? ਇੰਨਾ ਪੈਸਾ ਹੈਗਾ ਹੈ, ਜਿੰਨੇ ਆ ਬਾਬੇ ਨੇ, ਇੱਕ ਬਾਬੇ ਦਾ ਮੈਨੂੰ ਪਤਾ 900 ਏਕੜ ਜ਼ਮੀਨ ਇੱਕ ਬਾਬੇ ਦੀ, ਕੱਲਾ ਜਣਾ ਉਹ ਟੈਲੀਵਿਜ਼ਨ ਚਲਾ ਸਕਦਾ, ਪਰ ਨਹੀਂ ਚਲਾਉਂਦੇ। ਤਾਂ ਸਾਨੂੰ ਇਹ ਧਿਆਨ ਦੇਣ ਦੀ ਲੋੜ ਹੈ। ਫਿਰ ਗਵਰਨਮੈਂਟ ਮਗਰ ਪੈ ਜਾਊ, ਫਿਰ ਗਵਰਨਮੈਂਟ ਦੀ ਸਪੋਰਟ ਨਹੀਂ, ਖੈਰ ਇੱਕ ਵੱਖਰਾ ਟੌਪਿਕ ਇਹਦੇ ਵਾਸਤੇ ਕਦੇ ਫਿਰ ਬਾਅਦ ਦੇ ਵਿੱਚ ਵਿਚਾਰ ਕਰਾਂਗੇ। ਇਹਦੇ ਵਾਸਤੇ ਸਾਨੂੰ ਚਾਹੀਦਾ ਵੀ ਅਸੀਂ ਆਪਣੇ ਕੋਲ, ਸਾਡੇ ਕੋਲ ਟੀਵੀ ਹੋਏ, ਅਸੀਂ ਉਸ ਮੀਡੀਆ ਦਾ ਯੂਜ਼ ਕਰੀਏ। ਯੂਟਿਊਬ ਹੈਗਾ, ਫੇਸਬੁੱਕ, ਇਹਨੂੰ ਅਸੀਂ ਯੂਜ਼ ਹੀ ਕਰ ਹੀ ਰਹੇ ਹਾਂ। ਤਾਂ ਸਿੱਖਾਂ ਨੂੰ ਚਾਹੀਦਾ ਆਪਣਾ ਟੈਲੀਵਿਜ਼ਨ ਇੱਕ ਬਣਾਉਣ, ਜਿਵੇਂ ਯੂਕੇ ਦੇ ਵਿੱਚ ਨੇ ਜਾਂ ਹੋਰ ਜਿਵੇਂ ਇਹਨਾਂ ਨੇ ਬਣਾਏ ਨੇ, ਤਾਂ ਸ਼੍ਰੋਮਣੀ ਕਮੇਟੀ ਚਲਾ ਸਕਦੀ ਹੈ। ਹੋਰ ਬੜੇ ਸਿੱਖ ਨੇ, ਅਮੀਰ ਸਿੱਖ ਨੇ ਜਿਹੜੇ ਚਲਾ ਸਕਦੇ ਨੇ, ਤਾਂ ਇਹ ਚੀਜ਼ਾਂ ਵਿਖਾ ਸਕਦੇ ਨੇ ਨਾ। ਤੇ ਇਹਨਾਂ ਚੀਜ਼ਾਂ ਬਾਰੇ ਆਵਾਜ਼ ਉਠਾਉਣੀ ਚਾਹੀਦੀ ਹੈ। ਠੀਕ ਤੁਸੀਂ ਕਹਿ ਰਹੇ ਹੋ, ਜਾਂਦੇ ਨਹੀਂ। ਚਲੋ ਭਾਈ ਆਈ ਥਿੰਕ ਆਪਾਂ ਨੂੰ ਭਾਈ ਕਨਈਆ ਜੀ ਦੀ ਅਪਰੋਚ ਕਰਨੀ ਚਾਹੀਦੀ ਹੈਗੀ, ਉਹਨਾਂ ਦੀ ਸੋਚ ਰੱਖਣੀ ਚਾਹੀਦੀ ਹੈ। ਮਤਲਬ ਕਿਸੇ ਦੀ ਮਾੜੀ ਸੋਚ ਨੂੰ ਵੇਖ ਕੇ ਤੁਸੀਂ ਆਪਣੀ ਸੋਚ ਨਾ ਛੱਡੋ। ਜਿਵੇਂ ਕਬੀਰ ਜੀ ਕਹਿੰਦੇ ਨੇ ਨਾ, ਉਹ ਵੀ ਚੰਦਨ ਹੋਏ ਰਹੇ, ਜਾਂ ਸੱਪਾਂ ਨੇ ਜੇ ਚੰਦਨ ਨੂੰ ਘੇਰਿਆ ਤੇ ਉਹ ਆਪਣੀ ਸੁਗੰਧ ਨਹੀਂ ਛੱਡਦਾ। ਕਬੀਰ ਸੰਤ ਨਾ ਛਾੜੇ ਸੰਤਈ ਜੋ ਕੋਟਿਕ ਮਿਲੇ ਸੰਤ, ਤਾਂ ਹਰ ਜਨ ਰਾਮ ਨਾਮ ਗੁਣ ਗਾਵੇ। ਤਾਂ ਸਾਨੂੰ ਆਪਣੀ ਕੁਆਲਿਟੀ ਮੇਨਟੇਨ ਕਰਕੇ ਰੱਖਣੀ ਚਾਹੀਦੀ ਹੈ, ਔਰ ਦੂਜਿਆਂ ਤੱਕ ਇਹ ਪ੍ਰਚਾਰ ਕਰਨਾ ਚਾਹੀਦਾ, ਮੇਰਾ ਮੰਨਣਾ ਹੈ। ਠੀਕ ਹੈ ਜੀ, ਥੈਂਕ ਯੂ। ਸਟੈਂਡਰਡ ਨਹੀਂ ਲੋਅਰ ਕਰਨੀ ਚਾਹੀਦੀ। ਹਾਂਜੀ, ਸਾਨੂੰ ਆਪਣੀ ਸਟੈਂਡਰਡ ਨਹੀਂ ਲੋ ਕਰਨੀ ਚਾਹੀਦੀ। ਨਹੀਂ ਕਰਨਾ ਚਾਹੀਦਾ। ਆਪਣੇ ਗੁਣ ਕਾਇਮ ਰੱਖਣੇ ਚਾਹੀਦੇ, ਉਹ ਤੋਂ ਥੱਲੇ ਨਹੀਂ ਆਉਣਾ ਚਾਹੀਦਾ ਦੂਜੇ ਦੇ ਔਗਣ ਦੇਖ ਕੇ। ਇਹ ਇਹਦਾ ਮਤਲਬ ਇਹੀ ਹੈ। ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਨਰਿੰਦਰ ਸਿੰਘ, ਤੁਸੀਂ ਕੁਝ ਕਹਿਣਾ ਸੀਗਾ ਜੀ, ਤੁਸੀਂ ਅਨਮਿਊਟ ਹੋਏ ਸੀਗੇ। ਉਹ ਮੈਂ ਇਹੀ ਕਹਿਣਾ ਸੀਗਾ ਜੀ, ਮੈਂ ਇੱਕ ਗਲਤ ਚੀਜ਼ ਨੂੰ ਗਲਤ ਨਾਲ ਹੀ ਠੀਕ ਨਹੀਂ ਹੋ ਸਕਦੀ। ਉਹ ਗਲਤ ਚੀਜ਼ ਆਪਾਂ ਠੀਕ ਚੀਜ਼ ਨੂੰ ਐਗਜ਼ਾਮਪਲ ਦੇ ਕੇ ਠੀਕ ਹੋ ਸਕਦੀ ਆ। ਬਿਲਕੁਲ ਜੀ, ਬਿਲਕੁਲ। ਆਪਣੇ ਗੁਣ ਨਾ ਗਵਾਓ। ਹਾਂਜੀ, ਆਪਣੇ ਗੁਣ ਨਾ ਗਵਾਓ। ਥੈਂਕ ਯੂ ਸਰ। ਸਾਡੇ ਨਾਲ ਜੀ ਹੁਣ ਹਰਨੇਕ ਸਿੰਘ ਹੈਗੇ ਜੀ,
ਤੇ ਉਹਦੇ ਬਾਅਦ ਦੇ ਵਿੱਚ ਹੋਰ ਕੋਈ ਹੋਇਆ ਤਾਂ ਠੀਕ ਹੈ, ਨਹੀਂ ਤਾਂ ਅਸੀਂ ਸਮਾਪਤੀ ਕਰਾਂਗੇ। ਹਰਨੇਕ ਸਿੰਘ। ਯਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਯਾਨੀ ਰੋਜ਼ ਦੀ ਤਰ੍ਹਾਂ ਤੁਸੀਂ ਕੋਈ ਵੈਸੇ ਕੁਐਸਚਨ ਪੁੱਛਣ ਜੋਗਾ ਛੱਡਦੇ ਤਾਂ ਹੈ ਨਹੀਂਗੇ, ਕਿ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕਰਦੇ ਆ। ਇੱਕੋ ਹੀ ਕੁਐਸਚਨ ਹੈ, ਤੁਸੀਂ ਲਿਖਿਆ ਬੰਦਾ ਜਦੋਂ ਮਰ ਜਾਂਦਾ ਉਹ ਰੀਸਾਈਕਲ ਹੋ ਜਾਂਦੀ, ਬੋਡੀ ਦੁਬਾਰਾ ਯੂਜ਼ ਹੋ ਜਾਂਦਾ, ਸਭ ਕੁਝ ਕਿ ਉਹਦਾ ਐਨਰਜੀ ਜਾ ਮਿਲਦੀ ਆ ਹਵਾ 'ਚ, ਤੇ ਜਿਹੜੀ ਬੋਡੀ ਬਰਨ ਹੋ ਕੇ ਉਹਦੀ ਸਟੀਮ ਬਣ ਕੇ ਉਹ ਦੁਬਾਰਾ ਪਾਣੀ ਫੇਰ ਬਣ ਜਾਂਦਾ ਤੇ ਪਰ ਜਦੋਂ ਅਸੀਂ ਹੁਣ ਕੋਈ ਸਾਡੇ ਗੁਰਦੁਆਰੇ ਮੈਂ ਦੇਖਿਆ, ਜਦੋਂ ਕੋਈ ਮਰ ਜਾਂਦਾ ਗਿਆਨੀ ਜੀ ਅਰਦਾਸ ਕਰਦੇ ਆ, ਉਹ ਐਂਡ ਤੇ ਇਹ ਗੱਲ ਕਹਿੰਦੇ ਆ, ਇਹਦੀ ਰੂਹ ਨੂੰ ਸ਼ਾਂਤੀ, ਰੱਬ ਇਹਦੀ ਰੂਹ ਨੂੰ ਸ਼ਾਂਤੀ ਦੇਵੇ, ਆਪਣੇ ਚਰਨਾਂ ਵਿੱਚ ਜਗ੍ਹਾ ਦੇਵੇ। ਜਦ ਰੂਹ ਹੈ ਹੀ ਨਹੀਂ ਤੇ ਫਿਰ ਸ਼ਾਂਤੀ ਕਿੱਦਾਂ? ਕੀ ਇਹ ਮੈਂ ਸਮਝਿਆ ਕਿ ਰੂਹ ਹੈ ਕੋਈ ਚੀਜ਼? ਦੇਖੋ, ਰੂਹ ਦਾ ਮਤਲਬ ਤੁਹਾਡਾ ਮਨ, ਤੁਹਾਡਾ ਜ਼ਮੀਰ, ਤੁਹਾਡਾ ਸ਼ਾਂਤੀ ਤੁਹਾਨੂੰ ਕਿਹਨੂੰ ਮਿਲਣੀ? ਹੁਣ ਜਿਹੜਾ ਇੱਕ ਬੰਦਾ ਮਰ ਹੀ ਗਿਆ ਹੈ, ਹਾਂ ਉਹਦੀ ਮੈਂ ਗੱਲ ਕਰਦਾ, ਸਿਰਫ ਮਰਿਆ ਬੰਦਾ ਤੇ ਵੈਸੇ ਹੀ ਸ਼ਾਂਤ। ਦੇਖੋ ਮੈਂ ਤੇ ਤੁਸੀਂ ਹੁਣ ਅਸੀਂ ਦੋਵੇਂ ਲੜ ਸਕਨੇ ਆ, ਅਸੀਂ ਸ਼ਾਂਤ ਹੋ ਸਕਨੇ ਆ, ਯਾਰ ਅੱਜ ਮਤਲਬ ਮੈਂ ਜੌਬ ਤੇ ਨਹੀਂ ਗਿਆ, ਅੱਜ ਪੈਸੇ ਚੋਰੀ ਹੋ ਗਏ, ਅਸੀਂ ਸ਼ਾਂਤ ਹੋ ਸਕਨੇ ਆ। ਤੇ ਜਿਹੜਾ ਮਾਰੀ ਗਿਆ ਉਹ ਤੇ ਸ਼ਾਂਤ ਵੈਸੇ ਹੀ ਹੋਊਗਾ, ਉਹ ਤੇ ਨਾ ਤੇ ਕਿਸੇ ਨਾਲ ਲੜਨਾ, ਨਾ ਈਰਖਾ, ਨਾ ਦੁਆਸ਼, ਉਹ ਤੇ ਸ਼ਾਂਤ ਹੋ ਗਿਆ, ਉਹਨੂੰ ਸ਼ਾਂਤੀ ਕਾਹਦੀ ਮਿਲਣੀ? ਹਾਂ ਠੀਕ। ਕਈ ਵਾਰੀ ਤੁਸੀਂ ਸੁਣਿਆ, ਚਲੋ ਤੁਸੀਂ ਵੀ ਸ਼ਾਇਦ ਅਸੀਂ ਵੀ ਸੁਣਿਆ, ਉਹ ਕਹਿੰਦੇ ਜੀ ਜਿਹੜੀ ਰੂਹ ਹੈ ਨਾ ਬੰਦੇ ਦੇ ਮਨ ਤੋਂ ਬਾਅਦ ਇੱਕ ਤੋਂ ਜਾ ਕੇ ਉਹ ਹੋਰ ਦੂਸਰੀ ਰੂਹ 'ਚ ਪੈ ਜਾਂਦੀ, ਜਾਂ ਦੂਏ ਬੱਚੇ ਦੇ ਰੂਹ 'ਚ ਪੈ ਜਾਂਦੀ। ਇਹ ਫਿਰ ਕੋਈ ਐਵੇਂ ਗੱਲਾਂ ਹੀ ਆ ਨਾ? ਇਹ ਨਾ ਤੁਸੀਂ ਜਿਵੇਂ ਨਾ ਮੈਂ ਬੇਨਤੀ ਕੀਤੀ ਸੀ ਵੀ ਜਿਵੇਂ ਅੱਜ ਜਿਹੜਾ ਆਪਾਂ ਪੌੜੀ ਵਿਚਾਰੀ ਹੈ, ਹਾਂਜੀ, ਜਾਂ ਪਹਿਲਾਂ ਹੁਕਮ ਵਾਲੀ ਵਿਚਾਰੀ ਸੀ, ਪਹਿਲਾਂ ਇੱਕ ਓੰਕਾਰ ਵਾਲੀ ਵਿਚਾਰੀ ਸੀ, ਤਾਂ ਉਹ ਇੱਕ ਓੰਕਾਰ ਨੂੰ ਧਿਆਨ ਵਿੱਚ ਰੱਖੋ ਕਿ ਇੱਕ ਹੀ ਲਗਾਤਾਰ। ਔਰ ਜਦੋਂ ਤੁਸੀਂ ਜਪਜੀ ਸਾਹਿਬ ਜਦੋਂ ਤੱਕ ਸਮਾਪਤ ਹੋਏਗਾ ਨਾ, ਹਾਂਜੀ, ਤਾਂ ਉਦੋਂ ਤੱਕ ਤੁਹਾਡੇ ਸਾਰੇ ਇਹ ਸਵਾਲ ਜਿਹੜੇ ਨੇ ਆਟੋਮੈਟਿਕਲੀ ਖਤਮ। ਨਹੀਂ ਬਹੁਤ ਵਧੀਆ ਹੋ ਰਿਹਾ, ਠੀਕ ਹੈ, ਤੁਸੀਂ ਕਿਸ ਕਹਿ ਰਹੇ ਉੱਤਰ ਦੇ ਰਿਹਾ ਵਾਂ। ਹਾਂਜੀ, ਹਾਂ, ਜਿਵੇਂ ਅਸੀਂ ਆਸਾ ਕੀ ਵਾਰ ਵਿੱਚ ਵਿਚਾਰਿਆ ਸੀ, ਹਾਂਜੀ, ਉਹ ਤੇ ਸਾਰੇ ਸਵਾਲ ਨਾ ਆਟੋਮੈਟਿਕਲੀ ਇਹਨਾਂ ਦਾ ਜਵਾਬ ਮਿਲਦਾ ਜਾਣਾ ਔਰ ਖਤਮ ਹੋ ਜਾਣਾ। ਦੇਖੋ ਜਿਸ ਤਰ੍ਹਾਂ ਮੰਨ ਲਓ ਤੁਸੀਂ ਹੋ, ਹਾਂਜੀ, ਤੁਹਾਨੂੰ ਜ਼ਰੂਰਤ ਪੈਂਦੀ ਖੂਨ ਦੀ, ਤੁਹਾਨੂੰ ਅਸੀਂ ਹਸਪੀਟਲ ਲੈ ਕੇ ਜਾਂਦੇ ਹਾਂ ਤੇ ਡਾਕਟਰ ਕਹਿੰਦਾ ਵੀ ਹਰਨੇਕ ਸਿੰਘ ਖਤਰੇ ਵਿੱਚ ਹੈ, ਤੇ ਜੇ ਇਹਨਾਂ ਨੂੰ ਇੱਕ ਬੋਤਲ ਖੂਨ ਦੀ ਦੇ ਦਿਓ ਤਾਂ ਇਹ ਬਿਲਕੁਲ ਬਚ ਸਕਦੇ ਨੇ। ਤੇ ਮੇਰਾ ਬਲੱਡ ਗਰੁੱਪ ਤੁਹਾਡੇ ਨਾਲ ਮਿਲਦਾ ਹੈ ਤੇ ਮੈਂ ਇੱਕ ਖੂਨ ਦੀ ਬੋਤਲ ਦੇ ਦਿੰਦਾ ਵਾਂ। ਮੰਨ ਲਓ ਇਹ ਫੋਨ ਨਹੀਂ ਹੈਗਾ ਮੇਰਾ, ਤੁਸੀਂ ਵੇਖ ਰਹੇ ਹੋ ਨਾ ਸਾਰੇ, ਠੀਕ, ਮੈਂ ਇਹ ਖੂਨ ਦੀ ਬੋਤਲ ਹੈ। ਤਾਂ ਹੁਣ ਸਵਾਲ ਪੈਦਾ ਹੁੰਦਾ ਵੀ ਇਹ ਜਿਹੜਾ ਮੇਰਾ ਬੋਤਲ ਜਿਹੜੀ, ਤਾਂ ਜਿਹੜੀ ਮੇਰੇ ਵਿੱਚ ਰੂਹ ਜਾਂ ਆਤਮਾ ਤੁਸੀਂ ਕਹਿ ਰਹੇ ਹੋ, ਉਹ ਮੇਰੇ ਸਰੀਰ ਵਿੱਚ ਹੈ ਕਿ ਇਸ ਖੂਨ ਦੀ ਬੋਤਲ ਵਿੱਚ ਚਲੀ ਗਈ? ਉੱਤਰ ਦੋਗੇ ਕੋਈ ਵੀ? ਉਹ ਤਾਂ ਸਰੀਰ 'ਚ ਹੀ ਰਹਿ ਗਈ ਨਾ, ਖੂਨ 'ਚ ਥੋੜ੍ਹਾ ਗਈ। ਹਾਂ, ਸਰੀਰ ਵਿੱਚ ਰਹਿ ਗਈ। ਤੇ ਜੇ ਸਰੀਰ ਵਿੱਚ ਰਹਿ ਗਈ ਤੇ ਫਿਰ ਖੂਨ ਦੇ ਸਾਰੇ ਸੈੱਲ ਮਰ ਜਾਣੇ ਚਾਹੀਦੇ ਨੇ ਨਾ, ਕਿਉਂਕਿ ਆਤਮਾ ਤੇ ਮੇਰੇ ਸਰੀਰ ਵਿੱਚ ਹੈ। ਹਾਂਜੀ, ਤੇ ਸੈੱਲ ਸਾਰੇ ਮਰ ਜਾਣੇ ਚਾਹੀਦੇ ਨੇ। ਇੱਕ ਮਿੰਟ ਲਈ ਜੇ ਮਰੇ ਹੋਏ ਸੈੱਲ ਤੁਹਾਡੇ ਵਿੱਚ ਚੜਾਵਾਂਗੇ ਤੇ ਤੁਹਾਡਾ ਰਾਮ ਨਾਮ ਸੱਚ ਪੜਿਆ ਜਾਣਾ। ਠੀਕ। ਤੇ ਜੇ ਆਤਮਾ ਇਹਦੇ ਵਿੱਚ ਆ ਗਈ ਖੂਨ ਵਿੱਚ, ਤਾਂ ਫਿਰ ਮੈਂ ਮਰ ਜਾਣਾ ਚਾਹੀਦਾ ਵਾਂ, ਕਿਉਂਕਿ ਮੇਰੇ ਵਿੱਚ ਆਤਮਾ ਨਹੀਂ ਰਹੀ। ਤੇ ਜਦੋਂ ਕੋਈ ਕਿਸੇ ਵਿੱਚ ਕਮੀ ਆਉਂਦੀ ਤੇ ਡਾਕਟਰ ਇਹ ਨਹੀਂ ਕਹਿੰਦਾ ਵੀ ਹਰਨੇਕ ਸਿੰਘ ਨੂੰ ਇੱਕ ਬੋਤਲ ਆਤਮਾ ਦੀ ਦੇ ਦਿਓ, ਉਹ ਕਹਿੰਦੇ ਨੇ ਇੱਕ ਬੋਤਲ ਖੂਨ ਦੀ ਦੇ ਦਿਓ। ਸਮਝ ਆਈ ਨਾ ਗੱਲ? ਹਾਂਜੀ, ਹਾਂਜੀ। ਇਸ ਲਈ ਇਹ ਕੁਝ ਸਵਾਲ ਨੇ ਜਿਨ੍ਹਾਂ ਦਾ ਮੈਂ ਹਾਲੀ ਖੋਲ ਕੇ ਗੱਲ ਨਹੀਂ ਕਰਨਾ ਚਾਹ ਰਿਹਾ। ਜਦੋਂ ਜਪਜੀ ਸਾਹਿਬ ਸਮਾਪਤ ਹੋਏਗਾ ਉਦੋਂ ਤੱਕ ਇਹ ਸਾਰਾ ਕੁਝ ਆਟੋਮੈਟਿਕਲੀ ਕਲੀਅਰ ਹੋ ਜਾਣਾ। ਹਾਲੀ ਤੁਸੀਂ ਸਿਰਫ ਇੰਨਾ ਸਮਝ ਲਓ ਕਿ ਜਦੋਂ ਸਾਡੀ ਸੁਰਤ ਜਾਂਦੀ ਹੈ ਨਾ ਕਿ ਗਲਤ ਕੰਮ ਕਰਦੀ, ਉਦੋਂ ਅਸੀਂ ਖੋਤੇ ਹੁੰਦੇ ਆ। ਜਦੋਂ ਅਸੀਂ ਲਾਲਚ ਕਰਕੇ ਕਿਸੇ ਦਾ ਅਸੀਂ ਖਾਂਦੇ ਆ, ਉਦੋਂ ਅਸੀਂ ਕੁੱਤੇ ਦੀ ਜ਼ੋਨ ਵਿੱਚ ਹੁੰਦੇ ਆ। ਜਦੋਂ ਅਸੀਂ ਹੰਕਾਰ ਕਰਦੇ ਆ, ਉਦੋਂ ਅਸੀਂ ਹਾਥੀ ਦੀ ਜ਼ੋਨ ਵਿੱਚ ਹੁੰਦੇ ਆ। ਹਾਥੀ ਤੋਂ ਮੈਨੂੰ ਯਾਦ ਆ ਗਿਆ ਨਾ, ਕਿਸੇ ਸਟੇਟ ਦੇ ਵਿੱਚ ਇੱਕ ਹਥਨੀ ਸੀ, ਗਰਭਵਤੀ ਸੀ, ਬੱਚਾ ਪੇਟ ਵਿੱਚ, ਤੁਸੀਂ ਵੀ ਪੜ੍ਹੀ ਹੋਣੀ ਖਬਰ। ਕਿਸੇ ਨੂੰ ਨਾ ਆ ਜਿਹੜਾ ਨਾਰੀਅਲ ਵਰਗਾ ਇੱਕ ਫਲ ਜਿਹਾ ਹੁੰਦਾ, ਮੈਨੂੰ ਅਨਾਨਾਸ, ਉਹਦੇ ਵਿੱਚ ਉਹ ਪਟਾਕੇ ਭਰ ਕੇ ਨਾ ਬੰਬ ਜੇ ਉਹਨੂੰ ਹਥਨੀ ਨੂੰ ਖਵਾ ਦਿੱਤੇ ਨੇ। ਤੇ ਉਹ ਉਹਦੇ ਅੰਦਰ ਜਾ ਕੇ ਜਦੋਂ ਫਟੇ ਨੇ ਤੇ ਉਹ ਵਿਚਾਰੀ ਪਿਆਸ ਦੇ ਨਾਲ ਤੜਫੀ ਤੇ ਪਾਣੀ ਪੀਣ ਗਈ, ਲੇਕਿਨ ਉਹਦੀ ਮੌਤ ਹੋ ਗਈ ਤੇ ਉਹਦਾ ਬੱਚਾ ਵੀ ਅੰਦਰ। ਹਾਂਜੀ, ਤੇ ਦੇਖੋ ਹੁਣ ਉਹਨੂੰ ਤੁਸੀਂ ਬੰਦਾ ਕਹੋਗੇ। ਇਹ ਜੂਨਾ ਇਹ ਨੇ। ਹਾਲੇ ਫਿਲਹਾਲ ਤੁਸੀਂ ਇਹਨਾਂ ਸਾਰੇ ਵੀਰ ਭੈਣਾਂ ਸਮਝੋ, ਜਪਜੀ ਸਾਹਿਬ ਖਤਮ ਹੋਣ ਤੱਕ, ਜਦੋਂ ਤੱਕ ਵਿਚਾਰ ਖਤਮ ਹੋਏਗੀ, ਉਦੋਂ ਤੱਕ ਸਾਡੇ ਸਾਰੇ ਵੀਰ ਭੈਣਾਂ ਇੱਥੇ ਪਹੁੰਚ ਜਾਣਗੇ।
ਔਰ ਨਾਲ ਤੁਸੀਂ ਨਾ ਕੱਲ ਨੂੰ ਇੱਕ ਕਾਪੀ ਔਰ ਪੈਨ ਲੈ ਕੇ ਆਓ, ਮੈਂ ਤੁਹਾਨੂੰ ਕੁਝ ਵਰਡਿੰਗ ਲਿਖਾ ਦਾਂਗਾ। ਠੀਕ ਹੈ। ਰੱਬ ਕੀ ਹੈ, ਭਾਣਾ ਕੀ ਹੈ, ਨਾਮ ਕੀ ਹੈ, ਇਹ ਸਾਰੇ ਨਾ ਜੋ ਗੁਰਬਾਣੀ ਵਿੱਚ ਵਰਤੇ ਗਏ ਨੇ, ਮੈਂ ਤੁਹਾਨੂੰ ਕੁਝ ਵਰਡਿੰਗ ਲਿਖਾ ਦਾਂਗਾ, ਤੁਹਾਡੇ ਸਵਾਲ ਆਟੋਮੈਟਿਕ ਕਲੀਅਰ ਹੋ ਜਾਣਗੇ। ਔਰ ਮੈਂ ਚਾਹਾਂਗਾ ਕਿ ਤੁਸੀਂ ਜਿਵੇਂ ਇੱਥੇ ਐਜ਼ ਏ ਸਟੂਡੈਂਟ ਕਰਕੇ ਆ ਰਹੇ ਹੋ ਜਾਂ ਸਰੋਤਾ ਬਣ ਕੇ ਆ ਰਹੇ ਹੋ, ਤਾਂ ਵੈਸੇ ਤਾਂ ਅਸੀਂ ਸਾਰੇ ਭੈਣ ਭਰਾਵਾਂ, ਸਾਡੇ ਵਿੱਚ ਕੋਈ ਵੱਡੇ ਛੋਟੇ ਵਾਲਾ ਨਹੀਂ, ਪਰ ਮੇਰੀ ਚਾਹਤ ਹੈ ਕਿ ਸਾਰੇ ਤੁਸੀਂ ਤੋਂ ਟੀਚਰ ਬਣ ਕੇ ਨਿਕਲੋ ਤੇ ਇਹੋ ਜਿਹੀਆਂ ਕਲਾਸਾਂ ਤੁਸੀਂ ਸਾਰੇ ਅੱਗੇ ਲਾਓ। ਔਰ ਜਪਜੀ ਸਾਹਿਬ ਸਮਾਪਤ ਹੋਣ ਤੱਕ ਤੁਹਾਡਾ ਗੋਲ ਹੈਗਾ ਕਿ ਤੁਸੀਂ ਟੀਚਰ ਬਣਨਾ ਹੈ, ਤੇ ਮੇਰਾ ਵੀ ਇਹ ਗੋਲ ਹੈ ਕਿ ਤੁਹਾਨੂੰ ਸਾਰਿਆਂ ਨੂੰ ਟੀਚਰ ਤੱਕ। ਠੀਕ ਹੈ ਜੀ। ਠੀਕ ਹੈ, ਥੈਂਕ ਯੂ ਗਿਆਨੀ, ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਦਰਅਸਲ ਇਹਨਾਂ ਦਾ ਕੁਐਸਚਨ ਗਲਤ ਨਹੀਂ ਸੀਗਾ ਜੀ। ਇਹ ਜਿਸ ਤਰ੍ਹਾਂ ਕੋਈ ਜਿੱਦਾਂ ਇਹਨਾਂ ਨੇ ਕਿਹਾ ਨਾ ਕਿ ਕੋਈ ਮ੍ਰਿਤਕ ਦੇ ਟਾਈਮ ਤੇ ਅਸੀਂ ਗਿਆਨੀ ਜੀ ਨੂੰ ਕਹਿੰਦੇ ਆ, ਉਹ ਗੱਲ ਬਿਲਕੁਲ ਸਹੀ ਆ, ਕਿਉਂਕਿ ਉੱਥੋਂ ਫਿਰ ਐਕਚੁਅਲੀ ਸ਼ੱਕ ਪੈਦਾ ਹੁੰਦੀ ਹੈ। ਜਦੋਂ ਹੁਣ ਨਵੀਂ ਵਿਚਾਰਧਾਰਾ ਆਪਾਂ ਸੁਣਦੇ ਆ, ਉਹਦੇ ਵਿੱਚ ਇਹ ਸਾਰੇ ਕੁਐਸਚਨ ਉੱਠਦੇ ਆ, ਫਿਰ ਇੱਕ ਪਾਸੇ ਤਾਂ ਹੋ ਰਿਹਾ, ਦੂਏ ਪਾਸੇ ਫਿਰ ਇਹਦਾ ਮਤਲਬ ਕੀ ਨਿਕਲਿਆ। ਗੱਲ ਇਹਨਾਂ ਦੀ ਠੀਕ ਹੈ ਜੀ। ਅਸਲ ਦੇ ਵਿੱਚ ਨਾ ਜਿਵੇਂ ਵੀਰ ਜੀ ਦਾ ਸਵਾਲ ਹੈ, ਅਸਲ ਦੇ ਵਿੱਚ ਬਹੁਤ ਸਾਰੇ ਗਿਆਨੀਆਂ ਨੂੰ ਪਤਾ ਹੈ, ਲੇਕਿਨ ਉਹਨਾਂ ਦੀ ਮਜਬੂਰੀ ਹੈ। ਜੇ ਉਹ ਇਹ ਨਹੀਂ ਕਹਿੰਦੇ ਤੇ ਉਹਦਾ ਸਾਰਾ ਕਾਰੋਬਾਰ ਬੰਦ ਹੁੰਦਾ ਹੈ। ਪ੍ਰੋਟੋਕਾਲ ਇਹ ਬਣਿਆ ਹੈ ਨਾ ਜੀ, ਅਰਦਾਸਾਂ ਦੇ ਜਿਹੜਾ ਤੇ ਉਹ ਫਿਰ ਉੱਥੇ ਵਰਡਿੰਗ ਬੋਲਣੀ ਜਿਹੜੀ ਹੈ ਨਾ, ਉਹ ਜ਼ਰੂਰੀ ਹੋ ਜਾਂਦੀ ਹੈ। ਤੇ ਇਸ ਲਈ ਮਤਲਬ ਕੁਝ ਪ੍ਰੋਬਲਮਸ ਤਾਂ ਹੈ ਹੀ ਨੇ, ਜਿਹੜੀਆਂ ਇੱਥੇ ਤੁਹਾਡੇ ਨਾਲ ਸਿੱਧੀਆਂ ਸਾਂਝੀਆਂ ਵੀ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਵੀ ਤੁਹਾਨੂੰ ਮਜਬੂਰ ਨਹੀਂ ਕਰਨਾ ਚਾਹੁੰਦੇ ਇਹਨਾਂ ਚੀਜ਼ਾਂ ਤੇ, ਮਤਲਬ ਕਈ ਚੀਜ਼ਾਂ ਸਿਰਫ ਅੰਡਰਸਟੂਡ ਹੀ ਹੁੰਦੀਆਂ ਜੀ, ਆਪ ਮਤਲਬ ਅੰਡਰਸਟੈਂਡ ਕਰਨੀਆਂ ਵੀ ਚਾਹੀਦੀਆਂ। ਪਰ ਜਿਹੜੇ ਇਹਨਾਂ ਦੇ ਸਵਾਲ ਪੁੱਛੇ ਆ ਨਾ ਜੀ, ਇਹ ਨਾਰਮਲ ਸਵਾਲ ਆ ਥੋੜਾ। ਇਹਦਾ ਮਤਲਬ ਜੀ ਤੁਹਾਡੀ ਘੱਟੋ ਘੱਟ ਸੋਚ ਜਿਹੜੀ ਹੈ ਉਹ ਇੱਧਰ ਨੂੰ ਕੰਮ ਕਰਦੀ ਪਈ। ਸਾਡੇ ਸਮਾਜ ਦੇ ਸਵਾਲ ਆਉਂਦਾ ਸੀਗਾ ਹਨਾ, ਅਸੀਂ ਅਟੈਂਡ ਕਰਕੇ ਆ ਜਾਈਦਾ, ਪਰ ਅਸੀਂ ਕਿਸੇ ਨੂੰ ਪੁੱਛਣ ਜੋਗੇ ਨਹੀਂ। ਕਿਹਨੂੰ ਪੁੱਛੋਗੇ, ਕਿਉਂਕਿ ਇਹੀ ਚੱਲੀ ਆਉਂਦੀ ਸਦੀਆਂ ਤੋਂ ਕਹਿ ਲਓ। ਠੀਕ ਹੈ ਜੀ, ਸਾਡੇ ਦਿਮਾਗ 'ਚ ਇਹ ਪਾਈ ਹੋ, ਪਰ ਉਹ ਵੀ ਆਪਣੇ ਪ੍ਰੋਟੋਕਾਲ ਹੀ ਫੋਲੋ ਕਰਦੇ ਆ, ਕਿਉਂਕਿ ਇਹ ਤੇ ਬਿਨਾਂ ਜੇ ਉਹ ਕੁਝ ਹੋਰ ਗੱਲ ਕਰਦੇ ਆ ਤਾਂ ਫਿਰ ਉਹਨਾਂ ਦੀ, ਜਿੱਦਾਂ ਤੁਸੀਂ ਕਹਿੰਦੇ, ਰੋਜੀ ਰੋਟੀ ਵੀ ਹੈਗੀ ਆ, ਤੇ ਉਹਨਾਂ ਨੂੰ ਫਿਰ ਕੱਲ ਨੂੰ ਜਵਾਬ ਵੀ ਹੋ ਸਕਦਾ ਵੀ ਤੁਸੀਂ ਭਾਈ ਕੀ ਕਹੀ ਜਾਂਦੇ, ਕਹੀ ਤਾਂ ਰਹੇ ਹੀ ਨਹੀਂ। ਜਦ ਤੱਕ ਇਹ ਪ੍ਰੋਟੋਕਾਲ ਨਹੀਂ ਚੇਂਜ ਹੁੰਦਾ, ਪ੍ਰੋਟੋਕਾਲ ਤਾਂ ਚੇਂਜ ਹੋ ਸਕਦਾ ਸਾਡੀ ਸੁਰਤ ਦੇ ਵਿੱਚ ਉਹ ਚੀਜ਼ ਆ ਬੈਠੇ ਨਵੀਂ, ਫਿਰ ਆਟੋਮੈਟਿਕਲੀ ਲੋਕਾਂ ਨੇ ਇਹ ਡਿਮਾਂਡ ਕਰਦੇ ਅਸੀਂ ਨਹੀਂ ਬਲੀਵ ਕਰਦੇ ਇਹਦੇ ਵਿੱਚ। ਠੀਕ ਹੈ ਜੀ, ਸੋ ਤੁਸੀਂ ਸੋਚ ਰਹੇ ਹੋ, ਠੀਕ ਸੋਚ ਰਹੇ ਹੋ, ਤੁਹਾਡੇ ਨਾਲ ਸਹਿਮਤੀ ਸਾਡੀ। ਠੀਕ ਹੈ। ਅੱਛਾ, ਇੱਕ ਮਿੰਟ ਜੀ, ਇੱਕ ਸਕਿੰਟ ਜੀ। ਤੁਸੀਂ ਨਰਿੰਦਰ ਸਿੰਘ ਜਸਲ, ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਤਾਂ ਇਹੀ ਕਹਿਣਾ ਸੀਗਾ ਜੀ ਵੀ ਹੋਰ ਕੋਈ ਲਫ਼ਜ਼ ਵੀ ਨਹੀਂ ਹੁੰਦੇ ਉਦੋਂ ਕਹਿਣ ਲਈ, ਇਹੀ ਬੰਦਾ ਇਹੀ ਕਹਿ ਸਕਦਾ ਹੈ ਨਾ, ਕਿਉਂਕਿ ਇਹ ਪ੍ਰਚਲਿਤ ਹੈ ਇਹੀ ਕਹਿਣਾ। ਹਾਂਜੀ, ਪਰ ਇਹ ਦੁੱਖ ਦਾ ਟਾਈਮ ਹੁੰਦਾ ਜੀ ਉਸ ਟਾਈਮ ਤੇ, ਨਾਲੇ ਦੁੱਖ ਦਾ ਟਾਈਮ, ਮਤਲਬ ਕਿਸੇ ਨੂੰ ਥੋੜਾ ਜਿਹਾ ਸ਼ਾਂਤ ਰੱਖਣ ਵਾਸਤੇ ਇਹ ਸ਼ਾਂਤੀ ਵਾਲੇ ਲਫ਼ਜ਼ ਹੈਗੇ ਆ। ਪਰ ਇਹ ਜਿਹੜੀਆਂ ਚੀਜ਼ਾਂ ਇਹ ਮੌਤ ਦੇ ਟਾਈਮ ਤੇ ਨਹੀਂ, ਇਹ ਅਦਰ ਟਾਈਮ ਤੇ, ਜਿੱਦਾਂ ਹੁਣ ਆਪਾਂ ਹੁਣ ਇੱਥੇ ਬੈਠੇ ਆ ਕਲਾਸ 'ਚ ਡਿਸਕਸ ਕਰਦੇ ਆ, ਇੱਦਾਂ ਕੀਤਾ ਜਾਵੇ ਤਾਂ ਉਹਦੇ ਨਾਲ ਫਿਰ ਉਹ ਉਸ ਟਾਈਮ ਦੀ ਤਿਆਰੀ ਵਿੱਚ ਆਪਾਂ ਰਹਿ ਸਕਦੇ ਆ, ਵੀ ਜਦੋਂ ਉਹ ਟਾਈਮ ਆਵੇ ਤਾਂ ਸਾਨੂੰ ਏਦਾਂ ਦੇ ਮਤਲਬ ਜੋ ਵੀ ਗੱਲ ਦੱਸੀ ਜਾਂਦੀ ਹੈ ਉਹ ਸਿਰਫ ਟੈਂਪਰੇਰੀ ਹੁੰਦੀ ਉਸ ਟਾਈਮ ਤੇ। ਆਪਾਂ ਨੂੰ ਕੋਈ ਨਵੀਂ ਵਰਡਿੰਗ ਲੱਭਣੀ ਚਾਹੀਦੀ ਹੈ ਜਿਹੜੀ ਕਿ ਯੂਜ਼ ਹੋ ਸਕੇ। ਨਵੀਂ ਵਰਡਿੰਗ ਵੀਰ ਜੀ ਇਹ ਹੋਣੀ ਚਾਹੀਦੀ ਹੈ। ਇਹ ਕਹਿਣ ਦੀ ਬਜਾਏ ਇਹ ਕਹਿਣਾ ਚਾਹੀਦਾ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਇਹਦਾ ਕੀ ਕਹਿੰਦੇ ਆ ਕਿ ਭਾਣਾ ਮੰਨਣ ਦਾ ਬਲ ਬਖਸ਼ੇ, ਬਲ ਦਿਓ। ਹਾਂਜੀ, ਬਸ ਇੱਥੇ ਤਾਂ ਠੀਕ ਹੈ ਕਿ ਜਿਹੜੇ ਮਰ ਗਏ ਆ। ਠੀਕ ਹੈ ਜੀ। ਤੇ ਸੁਰਿੰਦਰ ਕੌਰ ਜੀ, ਤੁਸੀਂ ਕੁਝ ਮੇਰਾ ਖਿਆਲ ਪੁੱਛਣਾ ਜੀ? ਹਾਂ, ਤੁਸੀਂ ਅਨਮਿਊਟ ਹੋਏ ਆ। ਹਾਂਜੀ ਭਾਜੀ, ਮੈਂ ਨਰਿੰਦਰ ਸਿੰਘ ਭਾਜੀ ਨੂੰ ਪੁੱਛਣਾ ਹੈਗਾ ਵੀ ਆਪਣਾ ਟੈਲੀਫੋਨ ਨੰਬਰ ਜਰਾ ਦੁਬਾਰਾ ਰਿਪੀਟ ਕਰਨਗੇ? ਹਾਂਜੀ, ਨੰਬਰ ਹੈਗਾ 077 ਹਾਂਜੀ 88441396। ਠੀਕ ਹੈ ਜੀ, ਥੈਂਕ ਯੂ ਜੀ। 07788441396। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਤੇ ਇਸ ਵੇਲੇ ਹੋਰ ਕੋਈ ਅਨਮਿਊਟ ਨਹੀਂ ਜੀ ਇਸ ਵੇਲੇ? ਹੋਰ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਧੰਨਵਾਦ ਤੁਹਾਡਾ ਵੀ, ਸਾਰਿਆਂ ਦਾ, ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਤੇ ਸਾਨੂੰ ਆਪਣੇ ਬਹੁਤ ਚੰਗੇ ਅਧਿਆਪਕ ਮਿਲੇ ਆ ਜੀ, ਆਪਾਂ ਨੂੰ ਇਹਨਾਂ ਦਾ ਪੂਰਾ ਲਾਹਾ ਲੈਣਾ ਚਾਹੀਦਾ। ਠੀਕ ਹੈ ਜੀ, ਠੀਕ ਹੈ, ਕੱਲ ਨੂੰ ਫੇਰ ਲਾਹਾ ਲਵਾਂਗੇ ਜੀ। ਅੱਜ ਮੇਰਾ ਖਿਆਲ ਹੁਣ ਛੁੱਟੀ ਦੇ ਦਈਏ, ਠੀਕ ਹੈ, ਨਹੀਂ ਤਾਂ ਫੇਰ ਉਹ ਰੀਚਾਰਜ ਹੋ ਕੇ ਆਉਣਗੇ ਨਾ ਫਿਰ ਮੁੜ ਕੇ ਕੱਲ ਨੂੰ। ਬਿਲਕੁਲ ਠੀਕ ਹੈ ਜੀ, ਚਾਰਜ ਹੋ ਕੇ ਆਣਾ, ਚਾਹ ਦਾ ਕੱਪ ਪੀ ਕੇ ਆਣਾ ਜੀ। ਚਲੋ ਹੁਣ ਸਾਡਾ ਵੀ ਟਾਈਮ ਹੋ ਗਿਆ ਜੀ ਚਾਹ ਦਾ, ਇਸ ਕਰਕੇ ਆਪਾਂ ਵੀ ਖਿਮਾ ਮੰਗ ਲੈਂਦੇ ਸਾਰਿਆਂ ਤੋਂ।
ਠੀਕ ਤੇ ਹੈ ਮੈਂ ਵਾਹਿਗੁਰੂ ਇੱਕ ਗੱਲ ਮੈਂ ਜ਼ਰੂਰ ਹੀ ਕਹਿਣੀ ਚਾਹੁੰਦਾ ਜੀ, ਉਹ ਜਿਹੜੀ ਤੁਸੀਂ ਗੱਲ ਕਹੀ ਸੀ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਤੁਸੀਂ ਕਿਹਾ ਸੀਗਾ ਜੀ, ਉਹ ਜਿਹੜੀ ਫੈਂਟੈਸਟਿਕ ਟ੍ਰਿਪ ਵਾਸਤੇ ਤੁਸੀਂ ਜਿਹੜੀ ਮੈਂਸ਼ਨ ਕੀਤੀ ਹੈ ਜੀ, ਮੈਂ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੇ ਨਹੀਂ ਦੇਖੀ ਨਾ, ਉਹ ਆਪਣੇ YouTube ਤੇ ਜਾ ਕੇ ਫੈਂਟੈਸਟਿਕ ਟ੍ਰਿਪ ਐਂਟਰ ਕਰੋ ਤੇ ਉਹ 2-4 ਮਿੰਟ ਜਿੱਦਾਂ ਵੀ ਹੈਗੇ ਆ, ਉਹਦੇ ਵਿੱਚ ਤੁਸੀਂ ਧਿਆਨ ਨਾਲ ਦੇਖਿਓ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ, ਹਨਾ। ਮੁੜ ਕੇ ਦੇਖਿਓ, ਉਹਦੇ ਵਿੱਚ ਬਹੁਤ ਕੁਝ ਹੈ ਜੀ ਦੇਖਣ ਨੂੰ। ਹਾਂਜੀ, ਸੋ ਇਸ ਕਰਕੇ ਅਸੀਂ ਇੱਥੇ ਸਮਾਪਤੀ ਕਰਦੇ। ਧੰਨਵਾਦ ਜੀ ਸਾਰੇ ਸਰੋਤਿਆਂ ਦਾ ਤੇ ਗਿਆਨੀ ਜੀ ਦਾ। ਤੇ ਕੱਲ ਨੂੰ ਆਪਾਂ ਇਸੇ ਟਾਈਮ ਤੇ ਮੁੜ ਕੇ ਫੇਰ ਆਵਾਂਗੇ ਜੀ, 2 ਵਜੇ ਆ ਜਾਇਓ ਤੇ 2:15 ਵਜੇ ਗਿਆਨੀ ਜੀ ਆਓਗੇ। ਤੇ ਕੱਲ ਤੱਕ ਦਿਓ ਇਜਾਜ਼ਤ, ਛੁੱਟੀ ਦਿਓ ਜੀ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।